ਉਹ ਉੱਤੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਡਿਆ। ਮੈਂ ਉੱਥੇ ਆ ਮੈਂ ਉਹ ਚੱਲ ਠੀਕ ਹੈ, ਪੁੱਛ ਲਾਂਗੇ ਜਿਹਨੇ ਗਾਲ ਕੱਢੀ ਉਹ ਉਹਨੂੰ ਯਾਰ ਪੁੱਛ ਇੱਕ ਮਿੰਟ ਲਾਂਗੇ। ਯਾਰ ਅਸੀਂ ਕਾਹਦੇ ਲਈ ਬੈਠੇ ਆ? ਗੱਲ ਕਰਨ ਦਿਆ ਕਰ ਯਾਰ। ਉਹ ਮੈਂ ਅੱਛਾ ਗੱਲ ਕਰਨ ਦਿਓ। ਮੁਹੰਮਦ ਖਾਨ ਸਾਹਿਬ ਗਾਲ ਨਹੀਂ ਕੱਢਣੀ, ਮੈਂ ਗਾਲ ਨਹੀਂ ਕੱਢਦਾ, ਮੈਂ ਗਾਲ ਨਹੀਂ ਕੱਢਦਾ ਮੈਂ, ਲੇਕਿਨ ਇਹਨਾਂ ਦੱਸਦਿਆਂ ਕਿ ਇਹਨਾਂ ਦੀਆਂ ਵੱਡੀਆਂ ਛੋਟੀਆਂ ਸਾਰੀਆਂ ਪਿਸ਼ਾਬ ਕਰ ਜਾਣਗੀਆਂ। ਇਹ ਜੇ ਮੈਂ ਕਿਤੇ ਉੱਥੇ ਆ ਗਿਆ ਨਾ, ਇਹ ਆਂਦਾ ਨਾ ਡਰੈਸ ਦੇ, ਉਹ ਭੈਣ ਦੇ ਆ ਵੀ ਮੈਂ ਹੁਣ ਗਾਲ ਤੂੰ ਹੀ ਕਿਹਾ ਕਿ ਨਹੀਂ ਕੱਢਣੀ। ਮਾਵਾ ਭੈਣਾਂ ਕਿਉਂ ਵਿੱਚ ਲਿਆਉਂਦੇ ਆ? ਸ਼ਰਮ ਉਹਨੇ ਮੇਰੀ ਮਾਂ ਭੈਣ ਨੂੰ ਗੱਲ ਕੱਢੀ ਸੀ ਯਾਰ। ਮੁਹੰਮਦ ਅਮਨ ਦੀ ਬਰਾਤ ਤੇ ਬੈਠਾ ਉੱਥੇ ਜਾ ਕੇ ਉਹਨੂੰ ਪੁੱਛ ਜਾ ਕੇ ਸਾਹਮਣੇ ਉਹਦੇ ਹੈ ਇੱਥੇ ਮੁਹੰਮਦ ਅਮਨ ਦੀ ਬਰਾਤ ਤੇ ਬੈਠਾ ਹੀ ਸ਼ਰਮ ਯਾਰ। ਅੱਛਾ ਚਲੋ ਮੁਹੰਮਦ ਖਾਨ ਸਾਹਿਬ, ਅੱਛਾ ਗੱਲ ਇਹ ਦਸਤੂ ਬੰਦੇ ਨੇ ਮੈਨੂੰ ਥੱਲੇ ਸੁੱਟ ਕੇ ਉਹ ਅੱਧਾ ਘੰਟਾ ਮੈਂ ਕਾਲਾ ਕਾਲਾ ਭੈਣ ਚੋਦ ਉੱਤੋਂ ਗਾਲਾਂ ਕੱਢਦਾ ਪਿਆ, ਔਰ ਇਹ ਬੰਦਾ ਦਸਤੂ ਬੜਾ ਕੁਝ ਕਰਦਾ ਹੀ। ਇਹ ਬੰਦਾ ਨਹੀਂ ਓਏ ਇਹ ਦਸਤੂ ਮੁਹੰਮਦ ਖਾਨ ਸਾਹਿਬ, ਤੁਹਾਨੂੰ ਜੇ ਇੱਕ ਬੰਦੇ ਦਾ ਪਤਾ ਹੈ ਉਹ ਜਾਣ ਕੇ ਝੂਠ, ਹੁਣ ਦਸਤੂ ਝੂਠ ਬੋਲ ਰਿਹਾ ਕਿ ਮੇਰੇ ਬਾਰੇ ਚ ਫਿਰ ਗੱਲ ਨਹੀਂ ਹੋਈ, ਤੁਹਾਨੂੰ ਪਤਾ ਹੈ ਇੱਕ ਬੰਦਾ ਝੂਠਾ ਹੈ ਔਰ ਬਾਰ-ਬਾਰ ਝੂਠ ਬੋਲਦਾ, ਤੇ ਤੁਸੀਂ ਕਿਉਂ ਆਪਣਾ ਪਾਰਾ ਹਾਈ ਕਰਦੇ ਹੋ, ਗਾਲਾਂ ਕੱਢਦੇ ਹੋ, ਕਿਉਂ ਕਰਦੇ ਹੋ? ਉਹ ਝੂਠਾ ਹੈ ਦਸਤੂ। ਮੈਂ ਹੁਣ ਜਿੱਥੇ ਜੁੜਨਾ ਨਾ ਜਾ ਕੇ ਉਹਦੀਆਂ ਨਸਲਾਂ ਵੀ ਯਾਰ ਫਿਰ ਉਹੀ ਗੱਲ ਮੁਹੰਮਦ ਖਾਨ ਸਾਹਿਬ, ਫਿਰ ਉਹੀ ਗੱਲ ਉਹ ਯਾਰ ਹਰੇ ਨਿਕ ਗਿਆ ਨਾ, ਤੂੰ ਮਿਊਟ ਲਾ ਉਹਨੂੰ ਗੱਲ ਕਰਨ ਦੇ, ਭਰਾ ਗੱਲ ਕਰਦਾ ਕੋਈ ਗੱਲ। ਤੁਸੀਂ ਚਲਾਕ ਨਾ ਏਡੇ ਬਣੋ, ਏਡੇ ਨੋਨੇ ਨਾ ਬਣ ਜਾਇਆ ਕਰੋ ਕਿ ਮੈਂ ਜਨਾਬ ਮੈਂ ਤੇ ਪੜ੍ਹਿਆ ਲਿਖਿਆ ਨਹੀਂ, ਤੇ ਉੱਥੇ ਬਹਿ ਕੇ ਤੁਸੀਂ ਉਹੀ ਕੰਮ ਕਰਾਉਂਦੇ ਹੋ ਦਸਤੂ ਸਾਹਿਬ। ਯਾਰ ਤੂੰ ਵੀ ਅੱਜ ਪਹਿਲਾਂ ਜਾ ਕੇ ਉਹਨੂੰ ਗਾਲ ਕੱਢੀ ਸੀ, ਤੂੰ ਕਿੱਡਾ ਹੁਸ਼ਿਆਰ ਯਾਰ, ਤੂੰ ਹਰ ਬੰਦੇ ਨੂੰ ਕਿਹਨੂੰ ਕੱਢੀ ਮੈਂ ਕੱਲ ਮੈਂ ਕਿਹਨੂੰ ਕੱਢੀ ਸੀ ਕਿ ਤੂੰ ਸ਼ੈਤਾਨ ਨੂੰ ਸ਼ਤਮ ਨੂੰ ਇੱਥੇ ਕਿਉਂ, ਤੇਰਾ ਕੀ ਕੰਮ ਕਦੋਂ ਕੱਢੀ? ਕੱਲ ਮੈਂ ਆਇਆ ਉੱਥੇ ਤੇਰੀ ਬਰਾੜ ਤੇ, ਮੇਰੇ ਕੋਲ ਕੱਲ ਤੈਨੂੰ ਉਹਨੇ ਨਹੀਂ ਕੱਢੀ, ਪਰਸੋਂ ਤੂੰ ਪਹਿਲਾਂ ਕੱਢੀ। ਜੇ ਮੈਂ ਤੈਨੂੰ ਕੱਲ ਦੀ ਭੇਜ ਦਿਆਂ ਤੇ ਫਿਰ ਉਹ ਕੋਈ ਨਹੀਂ ਕੱਢੀ, ਉਹ ਪੁਰਾਣੀ ਨਾ ਹੋਏਗਾ, ਤੈਨੂੰ ਕੱਲ ਨਹੀਂ ਉਹਨੇ ਕੋਈ ਕੁਝ ਵੀ ਆਖਿਆ। ਮੁਹੰਮਦ ਥੱਲੇ ਬਹਿ ਝੂਠਿਆਂ ਦੇ ਆ, ਝੂਠਿਆ ਐਡਾ ਕੋਈ ਝੂਠਾ ਆਦਮੀ ਗੁੱਸਾ ਚੜਾਉਂਦਾ, ਜਾਣ ਕੇ ਗਾਲ ਕਢਾਉਂਦਾ, ਜੇ ਇਹ ਨੋਨਾ ਬਣਦਾ ਯਾਰ ਗੱਲ ਸੁਣ ਲੱਗਣ ਵਾਲਿਆ, ਕਿਉਂ ਉਹਨੂੰ ਥੱਲੇ ਲਾਇਆ? ਉਹਨੂੰ ਥੱਲੇ ਇਸ ਤੋਂ ਲਾਇਆ ਕਿ ਝੂਠ ਬੋਲ ਰਿਹਾ ਉੱਤੇ। ਹਾਂ ਥੱਲੇ ਮੈਂ ਲਾਇਆ ਕਿ ਝੂਠ ਬੋਲ ਰਿਹਾ। ਨਹੀਂ ਤੁਹਾਨੂੰ ਗਾਲਾਂ ਵੀ ਕੱਢ ਲਈਆਂ। ਮੈਂ ਕਦੋਂ ਗਾਲ ਕੱਢੀ ਹੈ? ਕਿਹੜੀ ਗਾਲ ਕੱਢੀ ਹੈ ਜੱਟ ਸਾਹਿਬ? ਕੀ ਆਇਆ ਉੱਤੇ ਮਮਦਾਨ ਨੇ ਨਹੀਂ ਗਾਲਾਂ ਕੱਢੀਆਂ? ਉਹ ਜਾਣੇ ਤੇ ਜਾਣੇ ਮੈਂ ਕੱਢੀ ਜੇ ਥੱਲੇ ਨਾ ਲਾਇਆ ਕਰੋ, ਬੰਦਾ ਬੈਠਾ ਹੋਵੇ ਤੁਹਾਨੂੰ ਗਾਲ ਕੱਢ ਰਿਹਾ। ਨਹੀਂ ਯਾਰ ਲੈਨੇ ਆ, ਫੇਰ ਲੈਨੇ ਆ, ਕੋਈ ਨਹੀਂ। ਜੱਜਿਆ ਗੱਲ ਸੁਣ ਮੈਨੂੰ, ਜੱਜਿਆ ਗੱਲ ਸੁਣ, ਤੂੰ ਆਪਣੀ ਬਰਾੜ ਦੇ ਇੱਕ ਬੰਦੇ ਨੂੰ ਉੱਤੇ ਬਹਾ ਕੇ ਤੇ ਗਾਲਾਂ ਕਢਵਾਏ ਤੇ ਮੈਂ ਤੈਨੂੰ ਕਾਲ ਕਰਾਂ ਹੈ, ਤੇ ਤੂੰ ਚੁੱਕੇ ਨਾ, ਤੇ ਤੂੰ ਕੀ ਕਹੇਂਗਾ ਉਸ ਬੰਦੇ ਨੂੰ ਯਾਰ? ਚਲੋ ਹੁਣ ਤੇ ਬੈਠਾ ਨਾ, ਚੁੱਪ ਕਰੀਏ, ਗੱਲ ਕਰੋ ਪਿਆਰ ਨਾਲ। ਉਹ ਨਹੀਂ ਬੈਠਾ ਕੀ ਉਹ ਝੂਠ ਬੋਲੀ ਜਾ ਰਿਹਾ, ਝੂਠਾ ਐਡਾ। ਮੈਂ ਹੁਣ ਕੱਲ ਦੀਆਂ ਨੂੰ ਆਡੀਓਜ਼ ਵੀਡੀਓਜ਼ ਭੇਜਾਂ ਤੇ ਇਹ ਪੁਰਾਣੀ ਗੱਲ ਕਰ ਰਿਹਾ, ਪੁਰਾਣੀ ਗੱਲ 'ਚ ਵੀ ਮੈਂ ਨਹੀਂ ਗਾਲ ਕੱਢੀ, ਉਹਦੇ 'ਚ ਵੀ ਇਹ ਝੂਠ ਹੈ। ਉਸ ਤੋਂ ਪਹਿਲੇ ਨੇ ਮੈਨੂੰ ਗਾਲਾਂ ਕਢਾਈਆਂ ਨੇ ਉੱਥੇ ਬਹਾ ਕੇ ਉਹਨੂੰ, ਫਿਰ ਇਹ ਝੂਠ ਬੋਲੀ ਜਾ ਰਿਹਾ ਯਾਰ। ਨਹੀਂ ਕੱਢੀਆਂ ਗਾਲਾਂ ਉਹਨੇ ਤੈਨੂੰ, ਮੈਂ ਹੁਣ ਵੀ ਆਖਾਂਗਾ ਨਹੀਂ ਕੱਢੀਆਂ। ਜੇ ਮੈਂ ਤੈਨੂੰ ਕੱਲ ਦੀ ਵੀਡੀਓ ਭੇਜਾਂ ਤੇ ਮੰਗੇਗਾ ਮਾਫੀ, ਕਹੇਗਾ ਕਿ ਤੂੰ ਝੂਠਾ ਹੈ ਫਿਰ। ਅੱਛਾ ਤੂੰ ਮੇਰੀ ਗੱਲ ਸੁਣ, ਤੇਰਾ ਕੀ ਕੰਮ ਸੀ? ਤੂੰ ਇੱਕ ਦਿਨ ਪਹਿਲਾਂ ਜਾ ਕੇ ਮੈਂ ਉਸ ਤੋਂ ਇੱਕ ਦਿਨ ਪਹਿਲੇ ਉਹ ਮੈਨੂੰ ਗਾਲਾਂ ਕੌਣ ਨਾ ਹੈ, ਤੂੰ ਕੌਣ ਨਾ ਯਾਰ ਉਹਨੂੰ ਗਾਲ ਕੱਢਣ ਵਾਲਾ? ਤੂੰ ਮਸਾਂ ਤੇਰਾ ਕੀ ਮਕਸਦ? ਤੂੰ ਇੰਜ ਕਰਨਾ, ਪੈਰਾਂ 'ਚ ਬੈ, ਪੈਰਾਂ 'ਚ ਬੈ, ਇਹ ਪੈਰਾਂ 'ਚ ਬੈ, ਤੂੰ ਚੱਲ ਹਰ ਇੱਕ ਨੂੰ ਕੱਢਦਾ, ਪੈਰਾਂ 'ਚ ਬੈ। ਹੁਣ ਕਢਾ ਗਾਲਾਂ ਜਿਹੜੀਆਂ ਤੂੰ ਕਢਾਣੀਆਂ ਨੇ, ਹੁਣ ਤੇਰੇ ਪੈਰਾਂ 'ਚ ਬੈ ਯਾਰ। ਤੈਨੂੰ ਆਪਣਾ ਕੀ ਤੇਰਾ ਨਾਮ ਹੈ ਯਾਰ? ਮੈਂ ਨਹੀਂ ਜੱਟ ਸਾਹਿਬ, ਮੈਂ ਝੂਠ ਬੋਲ ਰਿਹਾ, ਝੂਠ ਬੋਲੀ ਜਾ ਰਿਹਾ ਜੱਟ ਸਾਹਿਬ। ਉਹਨੇ ਆਖਿਆ ਕੀ ਆ? ਮੈਂ ਹੁਣ ਇੱਥੇ ਵੀਡੀਓਜ਼ ਚਲਾਵਾਂ ਜਿਹੜੀਆਂ ਮੈਨੂੰ ਗਾਲਾਂ ਪਈਆਂ ਨੇ, ਮੈਂ ਪਾਗਲ ਸੁਣਾ ਨਾ ਉੱਤੇ ਸੱਟ। ਮੈਂ ਯਾਰ ਥੱਲੇ ਨਾ ਆਪਣੀਆਂ ਗਾਲਾਂ ਆਪਣੇ ਆਪ ਨੂੰ ਪਈਆਂ ਗਾਲਾਂ ਕਢਾਵਾਂ ਜੱਟ ਸਾਹਿਬ। ਥੋੜਾ ਜਿਹਾ ਭਾਈ ਨਹੀਂ ਮੈਂ ਜਾਂਦਾ ਕਿ ਇੱਥੇ ਮੈਂ ਉਹਨੂੰ ਪੈਰਾਂ 'ਚ ਹੀ ਬਣਾ ਜੇ ਜਾਓ ਥੱਲੇ। ਜੱਟ ਸਾਹਿਬ ਮੈਂ ਤੁਹਾਨੂੰ ਭੇਜਦਾ। ਤੁਸੀਂ ਨਾ ਵਕੀਲ ਬਣੋ, ਤੁਸੀਂ ਨਾ ਵਕੀਲ ਬਣੋ, ਜਿੱਦੀ ਗੱਲ ਹੈ ਉਹਦੇ ਨਾਲ ਰਹਿਣ। ਵਕੀਲ ਆ ਜੀ, ਗੁੱਸਾ ਕਰਨ ਡਿਆ ਵੇ। ਚੁੱਪ ਕਰ ਜੱਟ ਸਾਹਿਬ, ਤੁਸੀਂ ਮੈਂ ਤੇਰਾ ਵੀ ਵਕੀਲ ਆ, ਮੈਂ ਕਿਦਾਂ ਤੇਰਾ ਵਕੀਲ ਨਹੀਂ? ਦੱਸ ਮੈਨੂੰ। ਇੱਕ ਮਿੰਟ ਜੱਟ ਸਾਹਿਬ ਖਲੋ ਜਾਓ। ਉਹ ਪਠਾਣਾ ਖਲੋਇਆ ਕਰੋ, ਤੂੰ ਬੋਲੀ ਜਾਂਦਾ। ਤੁਹਾਡੀ ਆਈਡੀ ਤੇ ਉਹ ਆ ਰਹੀ ਹੈ ਰੈਸਟ੍ਰਿਕਸ਼ਨ, ਚੁੱਕੀ ਨਹੀਂ ਜਾ ਰਹੀ ਗੋਂਦਲ ਸਾਹਿਬ। ਅੱਛਾ ਹੋਰ ਕਿਸੇ ਆਈਡੀ ਤੋਂ ਆ ਜਾਓ ਗੋਂਦਲ ਸਾਹਿਬ। ਵਕੀਲ ਤੂੰ ਨਹੀਂ ਬਣਾ ਰਿਹਾ, ਮੈਂ ਸਾਰਿਆਂ ਦੇ ਵਕੀਲ ਆ ਯਾਰ। ਨਹੀਂ ਤੈਨੂੰ ਪਤਾ ਕੀ ਗੱਲ ਹੋਈ ਉਹ ਹਰ ਬੰਦੇ ਨਾਲ ਮੁਹੰਮਦ ਖਾਨ ਨਾ ਪੰਗੇ ਲਓ ਯਾਰ, ਤੁਸੀਂ ਚੰਗੇ ਬੰਦੇ ਜੇ। ਅੱਛਾ ਜੱਟ ਸਾਹਿਬ ਗੱਲ ਜਿਹੜੀ ਹੋ ਰਹੀ ਹੈ, ਜਿਸ ਬੰਦੇ ਦੀ ਗੱਲ ਹੋ ਰਹੀ ਹੈ, ਇਹ ਬੰਦਾ ਹੁਣ ਝੂਠ ਬੋਲ ਰਿਹਾ। ਉਸ ਬੰਦੇ ਨੇ, ਤੁਹਾਨੂੰ ਯਾਦ ਹੈ ਤੁਹਾਡੀ ਬਰੋਡ ਤੇ ਗੱਲ ਕੱਢੀ ਸੀ? ਤੁਹਾਨੂੰ ਯਾਦ ਹੈ ਜਿਸ ਬੰਦੇ ਦੀ ਮੈਂ ਗੱਲ ਕਰ ਰਿਹਾ? ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ। ਕਿੰਨੇ ਕੱਢੀ ਸੀ ਮੈਨੂੰ ਪਤਾ ਨਹੀਂ। ਅਲੀ ਅਕਬਰ ਦੀ ਗੱਲ ਹੋ ਰਹੀ ਜੇ, ਅਲੀ ਅਕਬਰ ਦੀ ਗੱਲ ਹੋ ਰਹੀ। ਉਹਨੇ ਮੇਰੀ ਬਰਾੜ ਤੇ ਬਹਿ ਕੇ ਗੱਲ ਕਰੀ। ਤੁਹਾਨੂੰ ਯਾਦ ਨਹੀਂ? ਤੁਹਾਨੂੰ ਜਦੋਂ ਇਹਨੇ ਤੁਹਾਡੀ ਬਰੋਡ ਤੋਂ ਤੁਸੀਂ ਉਹਨੂੰ ਥੱਲੇ ਲਾਇਆ ਸੀ, ਕਿਉਂ ਲਾਇਆ ਸੀ?
ਕਿਹਨੂੰ ਯਾਦ ਕੱਢੀ ਨਹੀਂ ਇਸ ਹੋ ਗੱਲ ਗਾਲ? ਦਾ? ਉਹ ਜੱਟ ਸਾਹਿਬ ਦੇ ਬੜਾ ਖਿਲਾਫ ਹੈ ਉਹ। ਨਹੀਂ ਜੱਟ ਸਾਹਿਬ ਤੁਹਾਨੂੰ ਇਹ ਗੱਲ ਯਾਦ ਹੈ ਕਿ ਨਹੀਂ ਯਾਦ? ਮੈਂ ਓ ਸਿਰਫ ਯਾਰ ਤੁਹਾਨੂੰ ਪੁੱਛ ਰਿਹਾ। ਮੇਰੇ ਦੇ ਨਾਲ ਤੇ ਜਿਹੜਾ ਕਰਦਾ ਨਾ, ਤੈਨੂੰ ਪਤਾ ਵੇ ਆਪਣਾ ਲੰਦਨ ਵਾਲਿਆ, ਮੈਂ ਉਹਨੂੰ ਉੱਥੇ ਹੀ ਨਹੀਂ ਪੜ ਦੇਣਾ ਜਿਹੜਾ ਵੀ ਹੋਏ। ਹਾਂ ਤੇ ਬਸ ਠੀਕ ਹੈ, ਮੈਂ ਇਹੀ ਤੇ ਕਹਿ ਰਿਹਾ, ਉਹ ਬੰਦਾ ਪਹਿਲੇ ਸ਼ੁਰੂ ਨਹੀਂ ਕਰਦਾ, ਰੱਖਦਾ, ਪਹਿਲੇ ਮੈਂ ਗਾਲ ਉਸੇ ਕੱਢਦਾ ਵੇਲੇ ਹੈ। ਇੱਥੇ ਦੇ ਕੰਮ ਕਰ ਛੱਡਦਾ ਵਾ। ਮੈਂ ਹਾਂ ਬਸ ਇਹੀ ਗੱਲ ਹੈ ਜੱਟ ਸਾਹਿਬ, ਮੈਂ ਅੱਜ ਤੱਕ ਤੁਹਾਨੂੰ ਗਾਲ ਕੱਢੀ ਹੈ? ਤੁਸੀਂ ਦੱਸ ਦਿਓ ਕਦੀ ਤੁਹਾਨੂੰ ਗਾਲ ਕੱਢੀ ਮੈਂ ਹੈ? ਕੱਢੀ ਏ, ਕਿੱਦਣ ਕੱਢੀ ਨਹੀਂ ਦੱਸ। ਕੱਢੀ, ਇਹੀ ਤੇ ਗੱਲ ਤੁਹਾਨੂੰ ਕਰ ਰਿਹਾ ਨਾ, ਮੈਂ ਪਹਿਲੇ ਕੱਢੀ ਏ। ਇਹ ਬੰਦਾ ਹਰ ਵਾਰੀ ਉਹ ਬੰਦਾ ਪਹਿਲੇ ਗਾਲ ਕਢਾਉਂਦਾ ਸਾਨੂੰ ਜਿਹੜਾ ਛੇੜਦਾ ਅਸੀਂ ਉਹਨੂੰ ਛੇੜਦੇ ਆ, ਜਿਹੜਾ ਸਾਨੂੰ ਛੇੜਦਾ ਨਹੀਂ ਸੀ ਉਹਨੂੰ ਅੱਛਾ ਹੁਣ ਅਗਲੀ ਤੇ ਗੱਲ ਸੁਣ ਲਵੋ, ਗੱਲ ਤੇ ਸੁਣ ਲਵੋ। ਹੁਣ ਉਸ ਬੰਦੇ ਨੇ ਉਹ ਜਾਂਦਾ ਬਰੋਡਾਂ ਤੇ ਜਾ ਕੇ, ਜਨਾਬ ਇਹ ਦਸਤੂ ਜਿਹੜਾ ਹੈ ਇਹ ਬੜਾ ਨੋਨਾ ਬਣਿਆ ਇੱਥੇ ਕਹੇਗਾ ਮੈਨੂੰ ਨਹੀਂ ਪਤਾ, ਉਹ ਤੂੰ ਪਹਿਲਾਂ ਕੱਢੀ ਸੀ, ਉਹ ਮੈਂ ਪੜਿਆ ਲਿਖਿਆ ਨਹੀਂ, ਉਹ ਮੈਂ ਪੇਂਡੂ ਆ। ਇਹ ਬੜਾ, ਮੈਂ ਹੁਣ ਕੀ ਕਵਾਂ, ਬੜਾ ਝੂਠਾ ਆਦਮੀ ਜੇ। ਇਹ ਰੋਜ਼ ਉੱਥੇ ਤਬਰਰਾ ਕਰਵਾਉਂਦਾ ਹੈ, ਰੋਜ਼ ਤਬਰਰਾ ਕਰਾਉਂਦਾ। ਇਹ ਸ਼ਾਹਰੁਖ ਸਾਹਿਬ ਜਰਾ ਉੱਤੇ ਆਇਆ ਜੇ, ਸ਼ਾਹਰੁਖ ਸਾਹਿਬ ਉੱਤੇ ਆਓ ਤੇ ਉਸ ਦਿਨ ਸ਼ਾਹਰੁਖ ਨੇ ਤੇ ਸਾਹਮਣੇ ਗਵਾਹੀ ਦਿੱਤੀ ਕਿ ਇੱਥੇ ਨਿਕਲੀ ਇਹ ਗਾਲ, ਇਹਨੂੰ ਨਿਕਲੀ ਇਹ ਗਾਲ ਤੇ ਮੰਨੇ ਹੀ ਨਾ। ਉਹ ਨਹੀਂ ਹੋਈ ਨਹੀਂ, ਸ਼ਾਹਰੁਖ ਨੇ ਗਵਾਹੀ ਦਿੱਤੀ ਹੈ ਤੇ ਫਿਰ ਇਹ ਮੰਨਿਆ। ਉਹ ਨਹੀਂ, ਮੈਂ ਨਹੀਂ ਸੁਣੀ। ਸ਼ਾਹਰੁਖ ਸਾਹਿਬ ਉੱਤੇ ਆਓ, ਇਹਨੇ ਗਾਲ ਕੱਢੀ। ਉਹ ਨਹੀਂ, ਉਹਦੇ ਕੋਲ ਬਹਿ ਕੇ ਕਢਾਉਂਦਾ ਨਾ ਯਾਰ, ਅਲੀ ਅਕਬਰ ਕੋਲੋਂ ਕਢਵਾਉਂਦਾ। ਅੱਛਾ ਨਹੀਂ ਮੈਂ ਹੀ ਗੱਲ ਕਰ ਰਿਹਾ ਯਾਰ, ਜੇ ਇਹਨੂੰ ਮੇਰੇ ਨਾਲ ਕੋਈ ਤਕਲੀਫ ਹੈ ਤੇ ਮੈਨੂੰ ਸਿੱਧੀ ਕੱਢੇ ਯਾਰ। ਮੈਂ ਇਹਨੂੰ ਕੁਝ ਕਹਿ ਵੀ ਗਿਆ ਤੇ ਗੱਲ ਕਰੀ, ਪਰ ਇਹ ਤੇ ਕੋਈ ਤਰੀਕਾ ਨਹੀਂ ਨਾ ਜੱਟ ਸਾਹਿਬ ਕਿ ਤੁਸੀਂ ਇੱਕ ਬੰਦਾ ਬਹਾ ਕੇ ਤੇ ਮੈਨੂੰ ਗਾਲਾਂ ਕਢਾਓ। ਮੈਨੂੰ ਹੁਣ ਤੂੰ ਇਹ ਦੱਸ, ਲੰਦਨ ਵਾਲਿਆ ਗੱਲ ਸੁਣ, ਤੂੰ ਉਹਦਾ ਨਾਂ ਲੈਣ ਡਿਆ, ਉਹ ਤੇਰਾ ਨਾਂ ਲੈਂਦਾ ਕਿ ਮੈਨੂੰ ਕੱਲ ਗਾਲਾਂ ਕਢਾਈਆਂ। ਸੁਣ ਤੇ ਲੈ ਜਰਾ, ਗੱਲ ਤੇ ਸੁਣ ਲੈਣਾ, ਮੈਂ ਕੀ ਆਖਣ ਡਿਆ ਤੈਨੂੰ, ਕੋਈ ਮੈਂ ਗੱਲ ਗਲਤ ਕੀਤੀ ਹੈ? ਸੁਣ ਤੇ ਲੈ, ਤੂੰ ਹੁਣ ਉਹਦਾ ਨਾਂ ਲਿਆਣ ਡਿਆ, ਉਹ ਕਿਸੇ ਅਸਤਰੀ ਬਰੋਡ ਤੇ ਬਹਿ ਕੇ ਤੇਰਾ ਨਾਂ ਲੈਦਾ, ਫਿਰ ਇੱਕ ਲਗਜ਼ਬਾਜ਼ੀ ਹੋ ਜਾਂਦੀ ਤੁਹਾਡੀ। ਮੈਂ ਤੇ ਜੱਟ ਸਾਹਿਬ, ਮੈਂ ਤੇ ਤੁਹਾਨੂੰ ਕਹਿ ਰਿਹਾ, ਕੱਲ ਪਰਸੋਂ ਤਰਸੋਂ 3 ਦਿਨ ਦਾ ਉਹ ਬੰਦਾ ਇਹ ਕੰਮ ਕਰ ਰਿਹਾ ਤੇ ਇਹ ਬੰਦਾ ਕਰਵਾ ਰਿਹਾ। ਮੈਂ ਤੇ ਉਹ 3 ਦਿਨ ਦਾ ਜਵਾਬ ਹੈ ਜਦ ਕੋਈ ਲੈਣ, ਇਹਨੂੰ ਕਹਿ ਰਿਹਾ ਕਿ ਕਿਉਂ ਕਰਾ ਰਿਹਾ ਇਹ ਕੰਮ, ਕਿਉਂ ਕਰਾ ਰਿਹਾ ਇਸ ਤਰ੍ਹਾਂ? ਮੇਰਾ ਭਰਾ ਕੰਮ ਵੱਧ ਦੇ ਨੇ ਮੈਂ, ਤੁਸੀਂ ਹੁਣ ਮੈਨੂੰ ਯਾਰ, ਮੈਂ ਅੱਗੋਂ ਇਹ ਵੀ ਨਾ ਕਵਾਂ ਕਿ ਬਈ ਉਹ ਬੰਦਾ ਮੈਨੂੰ ਗਾਲਾਂ ਕਢਾ ਰਿਹਾ, ਇਹ ਵੀ ਨਾ ਕਵਾਂ, ਕੀ ਕਰਾਂ ਮੈਂ? ਕਹਿਣਾ ਬਣਦਾ ਬਿਲਕੁਲ। ਹਾਂ ਤੇ ਕਹਿ ਹੀ ਰਿਹਾ ਮੈਂ ਉਹਨੂੰ। ਫਿਰ ਜੇ ਉਹ ਗਲਤ ਕਰਦਾ ਤੇ ਗਲਤ ਕਰਦਾ, ਜੇ ਤੁਸੀਂ ਗਲਤ ਕਰਦੇ ਹੋ ਤੇ ਤੁਸੀਂ ਵੀ ਗਲਤੀ ਕਰਦੇ। ਜਿਹੜਾ ਵੀ ਗਲਤ ਕਰਦਾ ਉਹ ਗਲਤੀ ਕਰਦਾ, ਸਹੀ ਨਹੀਂ ਹੋਇਆ। ਛੱਡ ਦਿਓ ਰੋਲੇ ਜੀ ਫਰਜ਼ ਭਾਈ ਕਰੋ ਕਈ। ਫਰਜ਼ ਭਾਈ ਮੁੰਡੇ ਖੁੰਡੇ ਚ ਹੋਏ, ਫਿਰ ਮੁੰਡੇ ਖੁੰਡੇ ਤੁਹਾਨੂੰ ਪਤਾ ਸ਼ੁਗਲ ਮੇਲਾ ਲਾਉਂਦੇ ਨੇ। ਫਰਜ਼ ਭਾਈ ਵੀ ਆਏ ਨੇ, ਚੀਮਾ ਸਾਹਿਬ ਵੀ ਆਏ ਨੇ, ਮਲਕ ਸਾਹਿਬ ਬੋਲਣਗੇ। ਇਸ ਪਾਸ ਇਤਨਾ ਹੀ ਰਹਿਣ ਦਿਓ, ਉਸ ਤੋਂ ਜ਼ਿਆਦਾ ਨਾ ਵਧਾਓ। ਬਾਕੀ ਕੋਈ ਆਪਣੀ ਗੱਲ ਕਰੋ, ਕੋਈ ਹੋਰ ਵੀ ਗੱਲ ਕਰੋ। ਭਾਈ ਬਿਲਕੁਲ ਨਹੀਂ ਵਧਾ ਰਹੇ। ਮੈਂ ਇਹ ਨਾ ਇੱਕ ਕੁਝ ਲੋਕ ਨੇ ਨੋਨੇ ਬਣ ਕੇ ਉੱਥੇ ਨੋਨੇ ਬਣ ਕੇ ਬਹਿ ਜਾਂਦੇ ਨੇ ਤੇ ਚੁੱਪ ਕਰਕੇ ਨਾ ਉਹ ਜੀ ਮੇਰੀ ਬਰੋਡ ਚੱਲ ਪਏਗੀ। ਛੱਡ ਦਿਓ, ਮਿੱਟੀ ਪਾ ਦਿਓ ਉਹਦੇ ਉੱਪਰ, ਛੱਡ ਦਿਓ। ਚਲੋ ਠੀਕ ਹੈ, ਮੈਂ ਛੱਡ ਫਿਰ ਠੀਕ ਤੁਸੀਂ ਗੱਲ ਕਰੋਗੇ, ਮੈਕਸਿਮਮ ਮੈਂ ਵੀ ਕਰਾਂਗਾ, ਉਹ ਮੈਂ ਕਰਾਂਗਾ, ਦੂਸਰਾ ਮੈਂ ਵੀ ਕਰਾਂਗਾ। ਇਹੋ ਹੀ ਤੇ ਮੈਂ ਗੱਲ ਫਰਜ਼ ਭਾਈ ਇੱਕ ਮਿੰਟ ਛੱਡ ਦੇਣੇ ਆ ਗੱਲ। ਲੇਕਿਨ ਉਹ ਬੰਦਾ ਐਡਰੈਸ ਡਰੂਸ ਮੰਗਣ ਡਿਆ ਇੱਕ ਇੱਥੇ ਟਿਕਟੋਕ ਤੇ, ਕੱਲ ਬੰਦੇ ਨੂੰ ਥੱਲੇ ਬਹਾ ਕੇ ਮਾਵਾਂ ਭੈਣਾਂ ਦੀਆਂ ਗਾਲਾਂ ਕਢਵਾ ਰਿਹਾ। ਮੈਂ ਉਹਨੂੰ ਕਿਹਾ ਕਾਲ ਚੁੱਕ, ਮੈਂ ਤੈਨੂੰ ਦਿਆਂ ਐਡਰੈਸ ਦਿਆਂ, ਤੂੰ ਆ ਮੇਰੇ ਕੋਲੋਂ, ਠੀਕ ਹੈ? ਉਹਨੂੰ ਪਤਾ ਹੀ ਨਹੀਂ ਯਾਰ ਕਿਹੜਾ ਬੰਦਾ ਹੀ, ਸਾਨੂੰ ਪਤਾ ਵੀ ਲੱਗੇ ਬੰਦਾ ਮੇਰੀ ਗੱਲ, ਉਸੇ ਬੰਦੇ ਦੀ ਗੱਲ ਹੋ ਰਹੀ ਹੈ ਜੱਟ ਸਾਹਿਬ, ਉਸੇ ਬੰਦੇ ਮੁਨਾਫਿਕ ਦੀ ਸ਼ੀਆ ਕੰਜਰ ਦੀ, ਉਹ ਜਿਹੜਾ ਅਲੀ ਅਕਬਰ ਸ਼ੀਆ ਕੰਜਰ ਹੈ, ਉਹ ਸ਼ੀਆ ਕੁੱਤੀ ਦਾ ਬੱਚਾ। ਗਾਲ ਕੱਢ ਰਹੇ ਹੋ ਮੁਹੰਮਦ ਖਾਨ ਸਾਹਿਬ, ਫਿਰ ਗੱਲ ਕਰ ਰਹੇ ਹੋ ਮੁਹੰਮਦ ਖਾਨ ਤੋਂ ਬਾਅਦ ਨਹੀਂ ਹੁੰਦਾ ਨਾ ਯਾਰ, ਕਿਉਂ ਜਾਇਲਾਨੀ ਨਾ ਯਾਰ ਬੰਦੇ ਨੂੰ ਇਹ ਤੇ ਸੋਚ ਲਵੋ ਕਿ ਹੋਰ ਕੁਝ ਨਹੀਂ ਫਰਕ ਨਹੀਂ। ਐਸੇ ਨਾ करे प्यारे भाई, ਜਿਹੜੇ ਤਾਰ ਭਾਈ ਨੇ ਲਾਈ ਹੈ बड़ी बुरी बात होती है, एक दूसरे को बुरा हाँ जी फरज साहब देखो इल्मी लाया। ਐਪਲ ਕੀ ਲੱਗਿਆ मेरे नहीं रमल जांदी नहीं। जट साहब तुसी खामोश रहो ना। तार भाई पढ़ो जी, की लिखिया के पढ़ो जी जरा। मैंने भाई क्या कह दिया, आप क्यों मुझसे खफा होते हैं? हजरत मसीह माऊद, हजरत मसीह मेहदी मिर्जा गुलाम अहमद अलैहिस्सलाम फरमाते हैं, जो शख्स फिल वाक़या मसीह माऊद मेहदी माऊद नहीं समझता वो मेरी जमात में से नहीं है, और जो शख्स अमूर मारूफा में मेरी अताअत करने के लिए तैयार नहीं है वो मेरी जमात में से नहीं है, और जो शख्स मुखालिफों की जमात में बैठता है और हाँ में हाँ मिलाता है वो मेरी जमात में से नहीं है। ये फरज साहब ये लिखा हुआ। जज़ाकल्लाह। बस हम अपनी गल करिए। फरज भाई ਤੁਹਾਡੇ ਕੋਲ ਕੋਈ ਸਵਾਲ ਹੈ? ਮੇਰਾ ਸਵਾਲ ਹੈ ਕਿ ਛੋਟਾ ਜਿਹਾ, ਮੈਨੂੰ ਇੱਕ ਚੀਜ਼ ਦੱਸੋ ਕਿ ਜਿਹੜਾ ਇਨਸਾਨ ਹੈ ਉਹ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ੋਜਾ ਨੂੰ, ਜਿਹੜੀਆਂ ਸਾਡੀਆਂ ਮਾਵਾਂ ਨੇ, ਠੀਕ ਹੈ, ਉਹਨਾਂ ਨੂੰ ਗਾਲਾਂ ਕੱਢੇ ਆਇਆ, ਉਹ ਇਨਸਾਨ ਵੀ ਹੈ? ਮੁਸਲਮਾਨ ਤੇ ਬੜੀ ਦੂਰ ਦੀ ਗੱਲ ਆ, ਉਹ ਇਨਸਾਨ ਕੇ ਲਾਉਂਦੇ ਵੀ ਲਾਇਕ ਹੈਗਾ, ਔਰ ਉਹ ਸੀਨਾ ਤਾਣ ਕੇ ਕਹਿੰਦਾ ਕਿ ਮੈਂ ਗਾਲਾਂ ਕੱਢਾਂਗਾ, ਜੋ ਤੁਸੀਂ ਕਰਨਾ ਕਰ ਲਓ। ਬੰਦਾ ਇਹ ਕਹਿ ਰਿਹਾ ਤੇ ਨਾ ਤੁਹਾਡੇ ਤੁਸੀਂ ਕੋਲ ਪਵੋ, ਮੈਂ ਅਕਾਲੀ ਅਮਲ ਸਾਹਿਬ ਉਹ ਫਿਰ ਆ ਕੇ ਮੇਰੀ ਗੱਲ ਸੁਣੋ, ਉਹ ਕਵੇ ਕਿ ਮੈਂ ਅਹਿਮਦੀ ਆ,
ਇਹ ਹੋ ਸਕਦਾ? ਮਤਲਬ ਇਹ ਹੈ ਮੈਂ ਦੇਖੋ ਜੀ ਠੀਕ ਠਾਕ ਤਾਂ ਅੱਛਾ ਮੈਨੂੰ ਇਹ ਦੱਸੋ ਇਹ ਤੁਹਾਂ ਪੜ ਕੇ ਤੇ ਇਹ ਪੜਨ ਦਾ ਤੁਹਾਨੂੰ ਫੇਰ ਅਸਰ ਇਹ ਹੋਇਆ ਕਿ ਤੁਸੀਂ ਫੇਰ ਉਹੀ ਗੱਲ ਕਰਨ ਲੱਗ ਪਏ ਹੋ? ਛੱਡ ਦਿਓ ਜੱਟ ਸਾਹਿਬ। ਹੁਣ ਦੇਖੋ ਨਾ, ਹੁਣ ਤੁਹਾਨੂੰ ਕੀ ਪਤਾ ਮੈਂ ਅਹਿਮਦੀ ਹਾਂ ਕਿ ਨਹੀਂ? ਮੈਂ ਤਾਂ ਆ ਕੇ ਇਹੀ ਕਿਹਾ ਨਾ ਕਿ ਮੈਂ ਅਹਿਮਦੀ ਹਾਂ, ਤੁਸੀਂ ਕਬੂਲ ਕਰ ਲਿਆ। ਜੱਟ ਸਾਹਿਬ ਨੇ ਕਿਹਾ ਕਿ ਮੈਂ ਅਹਿਮਦੀ ਹਾਂ, ਮੈਂ ਕਿਹਾ ਠੀਕ ਹੈ। ਫਰਦ ਭਾਈ, ਤੁਸੀਂ ਕਹਿੰਦੇ ਮੈਂ ਫਰਦ ਭਾਈ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਅਹਿਮਦੀ, ਲੇਕਿਨ ਯਾਰ ਕੋਈ ਸ਼ਰਮ ਕੋਈ ਹਿਆ ਹੈ ਕਿ ਨਹੀਂ ਇਹਨਾਂ? ਉਹ ਫਿਰ ਅਗਰ ਇਸ ਤਰ੍ਹਾਂ ਦਾ ਬੰਦਾ ਹੈ तो ਉਹਦੇ ਮੈਂ ਕੱਲ ਮਲਕ ਸਾਹਿਬ ਨਾਲ ਮੇਰੀ ਗੱਲ ਹੋਈ, ਮੈਂ ਮਲਕ ਸਾਹਿਬ ਉਹ ਕਹਿ ਰਹੇ ਸਨ, ਮੈਂ ਮਲਕ ਸਾਹਿਬ ਉਹ ਕਹਿੰਦੇ ਨੇ ਆਪਣਾ ਮਾਹੌਲ ਚੇਂਜ ਕਰ ਲਓ ਨਾ। ਮੈਨੂੰ ਪਤਾ ਹੁੰਦਾ ਨਾ ਇੱਥੇ ਮਾਹੌਲ ਗਲਤ ਹੈ, ਮਾਹੌਲ ਛੱਡ ਕੇ ਟੁਰ ਜਾਓ, ਬਸ ਖਤਮ। ਉਸ ਤੋਂ ਤੁਸੀਂ ਛੱਡ ਕੇ ਟੁਰ ਜਾਓਗੇ ਨਾ ਆਪਣੇ ਆਪ ਨੂੰ ਸਕੂਨ ਰੱਖੋਗੇ। ਇੱਕ ਤਾਂ ਇਹ ਵੀ ਨਾ ਸੁਣੋਗੇ ਨਾ ਕੁੜੋਗੇ, ਛੱਡ ਦੇ ਪਰਾਂ। ਜਾਂ ਤਾਂ ਇੱਥੇ ਹੋਵੇ ਨਾ ਕਿ ਕੁਰਾਨ 'ਚ ਲਿਖਿਆ ਕਿ ਹਦੀਸ 'ਚ ਲਿਖਿਆ ਕਿ ਟਿਕਟੌਕ ਨੂੰ ਤੁਸੀਂ ਲਾਜ਼ਮੀ ਇਸਤੇਮਾਲ ਕਰਨਾ, ਠੀਕ ਹੈ, ਅੱਛੀ ਚੀਜ਼ ਹੈ, ਉਹਦੇ ਵਾਸਤੇ ਇਸਤੇਮਾਲ ਕਰੋ। ਅੱਲਾਹ ਤਾਲਾ ਨੇ ਇਸ ਦੌਰ ਦੇ ਵਿੱਚ ਹਜ਼ਰਤ ਮਸੀਹ ਮੌਊਦ अलैहिस्सलातु वस्सलाम ਦੇ ਵਾਸਤੇ ਇਹ ਚੀਜ਼ਾਂ ਜਿਹੜੀਆਂ ਇਜਾਦ ਕੀਤੀਆਂ। ਦੇਖੋ ਰਸੂਲ ਦੀ ਕਿਤਾਬ ਪੜ੍ਹੋ ਤੁਸੀਂ, ਉੱਥੇ ਜ਼ਰੂਰ ਫਰਮਾਉਂਦੇ ਨੇ ਕਿ ਮੇਰੀ ਖਾਤਰ ਅੱਲਾਹ ਤਾਲਾ ਨੇ ਇਹ ਚੀਜ਼ਾਂ ਇਜਾਦ ਕੀਤੀਆਂ, ਇਹਨਾਂ ਤੋਂ ਫਾਇਦਾ ਉਠਾਓ। ਅਗਰ ਟਿਕਟੌਕ ਤੋਂ ਅਸੀਂ ਫਾਇਦਾ ਇੱਕ ਮਿੰਟ ਮੇਰਾ ਫੋਨ ਆ ਰਿਹਾ, ਮੈਂ ਜ਼ਰਾ ਇੱਕ ਮਿੰਟ। ਜ਼ਫਰੁੱਲਾ ਸ਼ਾਹ ਸਾਹਿਬ ਉੱਤੇ ਆ ਜਾਓ, ਕੋਈ ਚਲੋ ਇਲਮੀ ਗੱਲ ਹੋ ਜੇ ਤੁਹਾਡੇ ਨਾਲ। ਦੇਖੋ ਅਸੀਂ ਇਹ ਕਿਵੇਂ ਛੱਡ ਸਕਦੇ ਹਾਂ? ਜੇ ਹਾਂ ਛੱਡ ਦਿੱਤਾ ਤੇ ਫਿਰ ਅਸੀਂ ਬਾਦ ਕਿਵੇਂ ਕਲਾਵਾਂਗੇ? ਬਾਦ ਬਣਨ ਵਾਸਤੇ ਇਹ ਕੰਮ ਕਰਨੇ ਪੈਂਦੇ ਨੇ, ਤੇ ਇਸ ਲਈ ਉਹਨਾਂ ਨੂੰ ਕਰਨ ਦਿਓ ਵਿਚਾਰਿਆਂ ਨੂੰ। ਰੂਹਾਨੀ ਫਜ਼ਾਇਲ ਸਾਨੂੰ ਤੇ ਮਿਲ ਲੇਗਾ ਜਲਸੇ ਤੇ ਕਿ ਨਹੀਂ? ਪੂਰੇ ਭਾਰਨਾ ਸੀ ਤੇ ਉਹ ਹਰ ਬੰਦੇ ਨੂੰ ਮਿਲਣ ਦਾ। ਸਾਨੂੰ ਤੇ ਭਾਈ ਜੀ ਧਮਕੀ ਆਈ ਹੈ ਕਿ ਜਲਸੇ ਤੇ ਮੈਂ ਮਤਲਬ ਮੇਰੀ ਕੋਈ ਖਾਸ ਜਗ੍ਹਾ ਕਹਿੰਦਾ ਉਹ ਮੈਂ ਪਾੜਨੀ ਖਾਸ ਜਗ੍ਹਾ, ਉਹ ਮੈਂ ਇੰਤਜ਼ਾਰ ਕਰ ਰਿਹਾ। ਸੌਰੀ ਮੇਰਾ ਫੋਨ ਆ ਗਿਆ ਸੀ ਵਿੱਚੋਂ ਜੀ। ਕਰੋ ਫਿਰ ਕੋਈ ਨਹੀਂ ਰਾਨੀ ਭਾਈ, ਕਰੋ ਗੱਲ ਕਰੋ। ਫਰਦ ਭਾਈ ਤੁਸੀਂ ਗੱਲ ਕਰੋ, ਸਾਡਾ ਤੇ ਉਹੀ ਰੋਣਾ ਜੇ ਬਾਰ ਉਹੀ ਰੋਣਾ। ਮੈਂ ਇਹ ਗੱਲ ਕਿਹਾ ਸੀ, ਮੈਂ ਕਿਹਾ ਗੱਲ ਇਹ ਹੈ ਦੇਖੋ ਸਾਨੂੰ ਅੱਲਾਹ ਤਾਲਾ ਨੇ ਅਸੀਂ ਪਾਕਿਸਤਾਨ ਦੇ ਵਿੱਚ ਉੱਥੇ ਕੋਈ ਪਾਕਿਸਤਾਨ ਦੇ ਵਿੱਚ ਮਾਹੌਲ ਐਸਾ ਹੈ, ਸਾਡੇ ਤੇ ਕੋਈ ਗੱਲ ਕਰੇ ਅਸੀਂ ਜਵਾਬ ਹੀ ਨਹੀਂ ਦੇ ਸਕਦੇ। ਯਕੀਨ ਕਰੋ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਉਹ ਉਹਨਾਂ ਨੂੰ ਇਤਨਾ ਉਹਨਾਂ ਨੇ ਡਰਾ ਕੇ ਯਾਨੀ ਹਰ ਲਿਹਾਜ਼ ਨਾਲ ਉਹ ਯਾਨੀ ਅਸਲਾਮ ਅਲੈਕੁਮ ਦੇ ਤਾਂ ਚਲੋ ਅਸਲਾਮ ਅਲੈਕੁਮ ਹੀ ਹੈ। ਉਹ ਅਹਿਮਦੀਅਤ ਨੂੰ ਕੋਈ ਇਤਰਾਜ਼ ਕਰੇਗਾ ਤਾਂ ਉਹ ਕਹੇਗਾ ਨਾ ਕਿ ਯਾਰ ਇਸ ਤਰ੍ਹਾਂ ਨਹੀਂ ਹੈ। ਉਹਨੇ ਇਸ ਤਰ੍ਹਾਂ ਵੀ ਕਹਿਣਾ ਨਾ ਕਿ ਇਸ ਤਰ੍ਹਾਂ ਨਹੀਂ ਹੈ। ਉਹਨਾਂ ਆਖਣਾ ਜਿਹਨਾਂ ਨੂੰ ਤਬਲੀਗ ਕੀਤੀ ਤਾਂ ਚਲੋ ਜੀ। ਇੱਥੇ ਸਾਨੂੰ ਅੱਲਾਹ ਤਾਲਾ ਨੇ ਤੌਫੀਕ ਦਿੱਤੀ ਹੈ, ਅਸੀਂ ਇੱਥੇ ਖੁੱਲ੍ਹੇ ਡੁੱਲੇ ਹੋ ਕੇ ਬੈਠੇ ਹਾਂ ਔਰ ਅਸੀਂ ਹਜ਼ਰਤ ਮੁਸਲਮਾਨ ਦਾ ਪੈਗਾਮ ਪਹੁੰਚਾ ਸਕਦੇ ਹਾਂ। ਕਿਉਂ ਨਾ ਅਸੀਂ ਉਹ ਪੈਗਾਮ ਪਹੁੰਚਾਈਏ? ਅਸੀਂ ਇਹ ਚੀਜ਼ਾਂ ਨਾਲ ਸ਼ਿਕੇ ਕਰਕੇ ਇਹ ਚੀਜ਼ ਹੈ ਜਿਹੜੀ ਦੇਖਣ ਵਾਲੀ ਹੈ। हज़रत मसीह मौऊद अलैहिस्सलाम देखो इतने ज़बरदस्त कई ऐसे ऐसे अल्फाज में हजूर फरमाते हैं। एक अफजल भाई एक मिनट है जो फिर थोड़ी वादी देना मैं या अफजल भाई का माइक मेरा खुल गया ना, पता को नहीं, माइक बंद कर दो ताहिर भाई, माइक बंद कर दो अफजल भाई, उत्ते आगे ना लो। अच्छा वो अफजल ताहिर भाई, अफजल भाई का माइक बंद कर दो, उत्ते आगे ना पता नहीं चल रहा। ਥੱਲੇ ਉਹਨਾਂ ਨੂੰ ਤਾਰਿਆ ਮਾਈਕ ਨੂੰ ਹਜ਼ਰਤ ਮਸੀਹ ਇਸਲਾਮ ਫਰਮਾਉਂਦੇ ਨੇ ਕਿ ਜਹਾਂ ਜਿੱਥੇ ਵੀ ਤੁਸੀਂ ਦੇਖੋ ਨਾ अल्फाज असार अल्फाज हैं कि अगर फसाद का देखो कि यहाँ फसाद का डर है तो वहाँ से खिसक जाओ। ये अल्फाज नजूर में यानी खामोशी नाल पर हो जाओ। और ये भी है कि अगर अपने भाई दे विच किसी तको तो वास्ते दुआ करो। और कोई कहता है कि मैं बड़ी दुआ की थी वास्ते, हज़ूर फरमाते हैं अगर फिर भी देखो कि उसमें कोई चेंजिंग नहीं हुई, तब्दीली नहीं हुई, फिर कज़ा कदर का मामला समझकर छोड़ दो उसको, फिर अल्लाह ताला से छोड़ दो। इस वास्ते सानू आपस साढ़े एक अहमदी अगर कमज़ोर भी कमज़ोर है ना, जितना कमज़ोर है उस हर किस्म की कमज़ोर एक चीज़ चो सांझा है कि गैरां कोल गालियां वो भी खांदा है, जिस तरह गल्लां करनियां ना उसनूं भी पैणियां गल्लां। इस वास्ते आपस प्यार मुहब्बत नाल रहिए, दूजे थोड़े सानू गालां कड्ढण वाले, क्यों असीं अपने एक दूजे दी लत्तां खिच्चीए। अपना फरद भाई जी ये आए हैं अब आबद साहब, ये आबद साहब को आपको आबद साहब ये आबद साहब को आपको गालियां दे दे तो आप सुन लेंगे? ਮੈਨੂੰ ਜਿਹੜਾ ਤੁਸੀਂ ਸਾਰੇ ਪੈ ਕੇ ਕੱਢ ਲਓ, ਮੈਨੂੰ ਕੀ ਜ਼ਰੂਰਤ ਹੈ। ਚਲੋ ਅਸੀਂ ਤੇ ਅਹਿਮਦੀ ਰਾਹ ਤੁਹਾਨੂੰ ਕਿਉਂ ਕਰਨੀ ਹੈ, ਲੇਕਿਨ ਆਬਦ ਸਾਹਿਬ ਅਹਿਮਦੀ ਨੇ ਇਹ ਤੁਹਾਨੂੰ ਗਾਲਾਂ ਕੱਢਣ ਤੇ ਤੁਸੀਂ ਸੁਣ ਸਕਦੇ ਹੋ। ਮੈਨੂੰ ਕੱਢਣ ਦਾ ਗੱਲ ਮੈਨੂੰ ਜਿੱਥੇ ਮਰਜ਼ੀ ਕੱਢ ਲਵਾਂ, ਕਿਉਂਕਿ ਅਮਰ ਨਜ਼ੀਰ ਸਾਹਿਬ ਕੋ ਬੈਂਦੇ ਨੇ ਤੇ ਅਮਰ ਨਜ਼ੀਰ ਸਾਹਿਬ ਜਿਹੜੇ ਨੇ ਗਾਲੀਆਂ ਦੀ ਤਾਲੀਮ ਦਿੰਦੇ ਨੇ ਤੇ ਇਹਨਾਂ ਦੇ ਉੱਤੇ ਅਸਰ ਤੇ ਹੋਣਾ ਹੀ ਹੈ। ਪਹਿਲੀ ਗੱਲ ਤੇ ਅਸੀਂ ਕਿਸੇ ਨੂੰ ਗਾਲਾਂ ਨਹੀਂ ਦਿੰਦੇ। ਦੂਸਰਾ ਅਮਰ ਨਜ਼ੀਰ ਤੇ ਕਿਸੇ ਨੂੰ ਅਗਰ
ਉਹ ਬਰੋਡ ਤੇ ਬੈਠੇ ਹੋਏ ਨੇ, ਕੋਈ ਬੰਦਾ ਆ ਕੇ ਗਾਲਾਂ ਦੇਵੇ ਤਾਂ ਉਹਨੂੰ ਵੀ ਚੁੱਪ ਕਰਾਉਂਦੇ ਨੇ। ਤੁਸੀਂ ਇਸ ਗੱਲ ਦੀ ਕਸਮ ਖਾਂਦੇ ਹੋ ਕਿ ਉਹ ਗਾਲੀਆਂ ਨਹੀਂ ਲੋਕਾਂ ਨੂੰ ਆਉਂਦਾ ਕਿ ਜਾ ਕੇ ਬਰਾੜਾ ਤੇ ਗਾਲੀਆਂ ਕੱਢੇ? ਕਸਮ ਖਾਂਦੇ ਹੋ ਇਸ ਗੱਲ ਦੀ? ਹਾਂਜੀ ਅਬ ਛੱਡ ਦਿਓ, ਖਾਓਗਾ ਕਸਮ। ਮੈਂ ਉਹੀ ਗੱਲ ਕੀਤੀ, ਛੱਡ ਦਿਓ ਜੇ ਇਹਨਾਂ ਨੇ ਕੋਈ ਗੱਲ ਕੀਤੀ ਤਾਂ ਫਿਰ ਦੇਖ ਲਾਂਗੇ ਇਹਨਾਂ ਨੂੰ। ਬਿਲਕੁਲ। ਅਮਰ ਨਜ਼ੀਰ ਸਾਹਿਬ ਤੇ ਦੂਸਰਿਆਂ ਨੂੰ ਮਨਾ ਕਰਦੇ ਨੇ ਕਿ ਗਾਲਾਂ ਨਾ ਅੱਛਾ ਦਵੋ। ਮਨਾ ਕਰਦਾ ਜਿਹੜਾ ਅੱਛਾ ਗਾਲਾਂ ਮੈਨੂੰ ਕਢਵਾਉਂਦਾ, ਪਤਾ ਹੈ provoke ਟਰੂ ਇਸਲਾਮ ਕਰਦਾ ਸਾਹਿਬ, ਟਰੂ ਇਸਲਾਮ ਸਾਹਿਬ ਜਿਹੜਾ ਪ੍ਰਮੋਟ ਕਰਦਾ ਗਾਲਾਂ ਨੂੰ ਉਹ ਗਾਲਾਂ ਕਢਵਾਉਂਦਾ ਨਹੀਂ ਹੈ। ਵਾਹ ਤੇ ਮੈਂ- ਅਮਰ ਸਾਹਿਬ ਤੁਹਾਡੀਆਂ ਕਿਆ ਬਾਤਾਂ ਭਾਈ ਨੇ। ਐਸਾ ਕਮਲਾਤ ਭਾਈ ਨੂੰ ਲੈਣਾ ਸੀ ਉੱਤੇ ਬਿਠਾਉਣਾ ਸੀ। ਮੈਂ ਤੇ ਕਦੇ ਨਹੀਂ ਸੁਣਿਆ ਕਿ ਅਮਰ ਨਜ਼ੀਰ ਸਾਹਿਬ ਨੇ ਟਰੂ ਤੁਸੀਂ ਇਸਲਾਮ ਕਿਉਂ ਸਾਹਿਬ ਸੁਣਨਾ ਹੈ? ਕੀ ਤੁਸੀਂ ਹੋਏ? ਗਾਲਾਂ ਤਾਂ ਸਿੱਖਦੇ ਹੋ ਤਾਂ ਕਿਉਂ ਸੁਣਨਾ ਹੈ? ਮੈਂ ਨਹੀਂ ਦੇਖਿਆ ਉਹਨੇ। ਹਾਂ ਦੂਸਰੇ ਬਾਕੀ ਕਦੇ ਨਹੀਂ ਸੁਣੀ। ਜਿਹੜੇ ਦੂਸਰੇ ਗੈਰ ਅਹਿਮਦੀ ਨੇ ਉਹ ਕੋਈ ਹੋ ਸਕਦਾ ਗਾਲਾਂ ਗੂਲਾਂ ਦਿੰਦੇ ਹੋਣ, ਉਹਨਾਂ ਦੀ ਮੈਂ ਗਾਰੰਟੀ ਨਹੀਂ ਦੇ ਠੀਕ ਹੈ, ਸਕਦਾ। ਤੁਸੀਂ ਇਹਨਾਂ ਨੂੰ ਥੱਲੇ ਢਾਲ ਦਿਓ ਨਾ, ਜੇ ਅਗਰ ਇਹਨਾਂ ਨੇ ਨਹੀਂ ਦੇ ਹਾਂ ਬਸ ਛੱਡ ਦਿਓ। ਇਹ ਆਮਰ ਸਾਹਿਬ ਅੱਛਾ ਬੰਦਾ ਲੈ ਟਰੂ ਲਓ। ਮੁਸਲਮ ਸਾਹਿਬ ਆਪਣੀ ਗੱਲ ਕਰੋ ਕੋਈ ਜਮਾਤ ਨਾਲ ਲੈਣਾ ਉਹ ਬਾਕੀ ਤੁਸੀਂ ਫਰਦ ਭਾਈ ਨਾਲ ਕੋਈ ਗੱਲ ਕਰਨੀ ਕਰ ਲਓ ਤੇ ਥੱਲੇ ਅਬਦੁੱਲਾ ਸਾਹਿਬ ਵੀ ਆਏ ਨੇ, ਉਹਨਾਂ ਨੂੰ ਟਾਈਮ ਨਹੀਂ ਮਿਲਿਆ ਕਾਫੀ ਦੇਰ ਦਾ, ਤੇ ਕਰੋ ਜੀ ਗੱਲ ਕੋਈ। ਟਰੂ ਮੁਸਲਮ ਸਾਹਿਬ ਕਰੋ ਗੱਲ। ਅਬਦੁੱਲਾ ਸਾਹਿਬ ਨੂੰ ਉੱਤੇ ਚੁੱਪ। ਇਹ ਅਬਦੁੱਲਾ ਸਾਹਿਬ ਬੈਠੇ ਤੁਹਾਡੇ ਨਾਲ ਨਾ। ਅੱਛਾ ਕਿੱਥੇ ਨੇ ਅਬਦੁੱਲਾ ਸਾਹਿਬ? ਉਹ ਅਬਦੁੱਲਾ ਸਾਹਿਬ ਨੇ ਜਿਹੜਾ ਤੁਸੀਂ ਫਲਾਸ਼ ਕਰਦੇ ਹੋ, ਔਰ ਅਬਦੁੱਲਾ ਸਾਹਿਬ ਨੇ। ਅੱਛਾ 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 ਇਹ ਜਿਹੜਾ ਤੁਸੀਂ ਲਿਖਿਆ ਜੋ ਮੁਝੇ ਫਿਲ ਅੱਗੇ ਕੀ ਲਿਖਿਆ है वाक़या मसीह मऊद नहीं मानता वो मेरी जमात में से नहीं, तो वो फिर की है क्या लिखा है? इतने लिखे हैं ना। जो मिर्जा साहब ने मसीह क्यों मऊद गैस नहीं करते हो? मानता। अगर तुसी क्यों गैस करते हो फिर? जब हजूर ने क्यों लिखा है आएगा? कि जो शख्स मुझे फिल वाकई मसीह मऊद और महदी मऊद नहीं समझता वो मेरी जमात में से नहीं है। बस खत्म। इस वक्त तुसी क्या करना चाहते हो? नहीं मैं कहना कि वो फिर की हैगा ਉਹਦਾ ਕੀ वो जमात स्टेटस नहीं है है? बस, वो जमात नहीं है बस खत्म। और की ਅੱਛਾ ਤੁਸੀਂ ਇਹ ਦੱਸੋ ਤੁਸੀਂ ਜਮਾਤੇ ਅਹਿਮਦੀਆ ਦੀ ਤਲਕ ਰੱਖਦੇ ਹੋ? नहीं मैं तो नहीं रखता। ਤੇ ਫਿਰ ਤੁਹਾਡਾ ਪੁੱਛਣਾ ਬਣਦਾ ਵੇ। ਇਹ ਅਹਿਮਦੀਆਂ ਵਾਸਤੇ ਲਿਖਿਆ, ਤੁਹਾਡੇ ਵਾਸਤੇ ਨਹੀਂ ਲਿਖਿਆ। अच्छा अच्छा ਉਹ ਜਮਾਤ ਜੀ। ਚ ਨਹੀਂ ਹੈ ਤੇ ਜਮਾਤ ਚ ਉਹਦਾ ਫਿਰ ਖਾਰਜ ਹੋ ਗਿਆ ਉਹ। ਨਹੀਂ ਇਹ ਖਾਰਜ ਖੂਰਜ ਵਾਲੀ ਗੱਲ ਨਹੀਂ लिखे ਹੈ। उन्होंने खारिज हो गया, ਗੱਲ ਨਹੀਂ लिखे ਹੈ। उन्होंने खारिज हो गया। ਪਾਣੀ ਵਿੱਚ ਮਧਾਣੀ ਪਾਉਂਦੇ ਅਕਲ ਜਿਨ੍ਹਾਂ ਚ ਪੂਰੀ। ਜਦੋਂ ਅਕਲ ਲਾਣਾ ਹੋਏ ਤੇ ਪਾਣੀ ਚ ਮਧਾਣੀ ਨਹੀਂ ਪਾਈ ਦੀ। ਗੱਲ ਕਰੋ ਤੁਸੀਂ ਆਏ ਗੱਲ ਭਰਤ ਭਾਈ ਮੈਨੂੰ ਮੌਕਾ ਮਿਲਿਆ ਮਾਜ਼ਰਤ ਦੇ ਨਾਲ ਇਹਦਾ ਆਬਦ ਭਾਈ ਦਾ ਗੁੱਸਾ ਨਾ ਕਰਿਆ ਕਰੋ ਯਾਰ। ਇਹ ਪਹਿਲੇ ਬਹੁਤ ਅੱਛੇ ਇਨਸਾਨ ਹੁੰਦੇ ਸਨ, ਯਕੀਨ ਮੰਨੋ। ਜਦੋਂ ਦਾ ਇਹਦਾ ਘਰ ਦਾ ਐਡਰੈਸ ਨਜ਼ੀਰ ਸਾਹਿਬ ਨੂੰ ਮਿਲਿਆ ਨਾ, ਜਦੋਂ ਉਹਨਾਂ ਨਹੀਂ ਇਹ ਫਜ਼ੂਲ ਗੱਲਾਂ ਨਾ ਕਰੋ ਜੀ, ਇਸ ਤਰ੍ਹਾਂ ਦਾ ਕੋਈ ਮਸਲਾ ਬੰਦੇ ਨਹੀਂ। ਬੰਦੇ ਭਾਈ ਛੱਡ ਦਿਓ ਮੈਂ ਯਾਰ, ਤੁਹਾਡੇ ਛੱਡ ਨਾਲ ਦਿਓ। ਹਮਦਰਦੀ ਹੈ ਤੇ ਅਬਦੁੱਲਾ ਭਾਈ ਤੁਸੀਂ ਗੱਲ ਕਰੋ ਜੀ। ਫਿਰ ਇਹਨਾਂ ਨੂੰ ਧਮਕੀਆਂ ਤੁਹਾਡੀ ਹਮਦਰਦੀ ਨੂੰ ਕੀ ਕਰਨਾ ਹੈ ਅਸੀਂ? ਧਮਕੀਆਂ ਚਮਕੀਆਂ ਦਵਾਈਆਂ ਤੇ ਫਿਰ ਸਲਾਮ ਅਬਦੁੱਲਾ ਭਾਈ ਸਰ ਉਹ ਗੱਲ ਕਿਸੇ ਧਮਕੀ ਨਹੀਂ ਦਿੱਤੀ ਹੈ, ਤੁਸੀਂ ਐਵੇਂ ਇੱਕ ਝੂਠ ਬੋਲ ਕੇ ਅਫਵਾਹ ਫੈਲਾ ਰਹੇ ਹੋ। ਕੀ ਚਲੋ ਇਸ ਉਹਨਾਂ ਦੇ ਤਰ੍ਹਾਂ ਦੀ ਬਾਕੀ ਮਸਲੇ ਨੇ, ਮੁਹੰਮਦ ਖਾਨ ਸਾਹਿਬ ਛੱਡੋ ਉਹਨਾਂ ਨੂੰ। ਜੇ ਕੋਈ ਦਿੰਦਾ ਨਹੀਂ ਦਿੰਦਾ ਸਾਨੂੰ ਕੀ ਲੱਗੇ, ਉਹਨਾਂ ਦੇ ਭਰਾ ਨੇ ਦਿੰਦੇ ਰਹਿਣ। ਜੀ ਅਬਦੁੱਲਾ ਸਾਹਿਬ ਕਰੋ। ਅੱਛਾ ਮੈਨੂੰ ਇਹ ਦੱਸੋ ਕਿਸੇ ਨੂੰ ਕੋਈ ਬਗੈਰਤ ਕਹੇ ਤੇ ਗਾਲ ਹੁੰਦੀ ਹੈ ਜਾਂ ਨਹੀਂ ਹੁੰਦੀ? ਨਬੀ ਅਦੀਲ ਯਾਰ ਇੱਕ ਮਿੰਟ ਖਾਮੋਸ਼ ਹੋ ਜਾਣਾ, ਅਬਦੁੱਲਾ ਭਾਈ ਨਾਲ ਗੱਲ ਕਰ। ਯਾਰ ਫਰਦ ਭਾਈ ਇਹੀ ਗੱਲ ਨਹੀਂ ਕਰ ਸਕਦੇ। ਮੈਂ ਕੋਈ ਬੁਰੀ ਗੱਲ ਕਰਨ ਡਿਆ? ਕਿਸੇ ਨੂੰ ਕੋਈ ਬਗੈਰਤ ਕਹੇ ਤੇ ਗਾਲ ਨਹੀਂ ਹੁੰਦੀ। ਇਸ ਬੰਦੇ ਨੂੰ ਗਾਲ ਹੁੰਦੀ ਵੀ ਹੈ ਤੇ ਬਗੈਰਤ ਨਹੀਂ ਕਹਿੰਦਾ ਹੁੰਦਾ ਹੁੰਦੀ। ਸੀ ਤੇ ਉਹ ਗਾਲ ਨਹੀਂ ਸੀ ਤੈਨੂੰ ਕੱਢਦਾ। ਕੌਣ? ਅਮਰਦੀਪ ਤੈਨੂੰ ਆਪਣੀ ਬਰਾੜ ਦੇ ਉੱਤੇ ਬਹਿ ਕੇ ਤੁਸੀਂ ਅੱਜ ਮੈਨੂੰ- ਤੋਂ ਸਾਲ ਡੇਢ ਪਹਿਲਾਂ ਤੁਸੀਂ ਮੈਨੂੰ ਪਤਾ ਇੱਕ ਹੀ ਤੂੰ ਸਬੂਤ ਬਗੈਰਤ ਪੇਸ਼ ਕਰ ਦਿਓ ਕਿ ਤੂੰ ਜ਼ਲੀਲ ਹੈ। ਅਮਰ ਸਾਹਿਬ ਨੇ ਮੈਨੂੰ ਬਗੈਰਤ ਕਿਹਾ ਹੋਇਆ ਤੇ ਮੈਂ ਤੁਹਾਨੂੰ $1000 ਯੂਰੋ ਨਕਦ ਦੇ ਨਾਮ ਦਿਆਂਗਾ। ਤੁਸੀਂ ਇਹ ਮੇਰੀ ਗੱਲ ਰਿਕਾਰਡ ਕਰ ਲਿਓ। ਤੁਸੀਂ ਨਹੀਂ ਮੈਨੂੰ ਸੀ ਕਹਿੰਦਾ ਸਾਬਤ ਤਾਂ ਕਰ ਦਿਓ। ਬਗੈਰਤ ਤੈਨੂੰ। ਨਹੀਂ ਮੈਨੂੰ ਇੱਕ ਦਫਾ ਵੀ ਨਹੀਂ ਉਹਨਾਂ ਨੇ ਕਿਹਾ। ਹਾਂ ਨਾ ਤੈਨੂੰ ਤੇ ਬਗੈਰਤ ਨਹੀਂ, ਤੈਨੂੰ ਘਟ ਗਿਆ ਕਿਹਾ ਹੀ ਨਹੀਂ। ਤੂੰ ਜਾ ਕੇ ਮੈਂ ਐਮਰਜੈਂਸੀਆਂ 'ਚ ਬਹਿਨਾ, ਐਮਡੀਆਂ 'ਚ ਬਹਿਨਾ, ਤੈਨੂੰ ਕੀ ਕੁਛ ਕਹਿੰਦਾ ਹੁੰਦਾ ਸੀ ਉਹ ਭੁੱਲ ਗਿਆ? ਨਹੀਂ ਮੈਨੂੰ ਇੱਕ ਦਫਾ ਵੀ ਨਹੀਂ ਕਿਹਾ। ਤੁਸੀਂ ਖਾਓ ਪੜੋ ਕਲਮਾ ਤੇ ਉਹਨਾਂ ਨੇ ਅਮਰ ਸਾਹਿਬ ਨੇ ਕਿਹਾ ਝਗੜੇ ਛੱਡ ਦਿਓ, ਅਦੀਲ ਛੱਡ ਦਿਓ ਯਾਰ, ਝਗੜਾ ਛੱਡ ਦਿਓ। ਝੂਠਾ ਮੈਂ ਆ ਕਿ ਝੂਠ ਤੁਸੀਂ ਬੋਲ ਰਹੇ ਹੋ। ਪਹਿਲੇ ਅਮਰ ਨਜ਼ੀਰ ਸਾਹਿਬ ਨੂੰ ਕਹਿ ਰਹੇ ਬਿਸਾ ਤੋਂ ਚਿੱਤਰ ਖਾਂਦਿਆਂ ਤੂੰ ਵਾਰ ਨਹੀਂ ਤੈਨੂੰ ਹੁੰਦਾ। ਇਹ ਦੇਖੋ ਬਦਤਮੀਜ਼ੀ ਕਰ ਰਹੇ ਹੋ ਕਰਨ ਡਿਆ ਵੇਂ ਸਾਫ ਹੀ। ਤੁਸੀਂ। ਪਹਿਲੇ ਉਹਨਾਂ ਦੇ ਉੱਤੇ ਇਲਜ਼ਾਮ ਲਗਾਇਆ ਕਿ ਉਹ ਗਾਲੀਆਂ ਦਿੰਦੇ ਨੇ, ਦੂਸਰੇ ਨੂੰ ਉਕਸਾਉਂਦੇ ਨੇ, ਤੇ ਹੁਣ ਕਹਿ ਰਹੇ ਹੋ ਕਿ ਮੈਨੂੰ ਇੰਜ ਕਹਿੰਦੇ ਸੀ। ਉਹਨਾਂ ਨੇ ਮੈਨੂੰ ਇੱਕ ਦਫਾ ਵੀ ਨਹੀਂ ਕਿਹਾ ਇਸ ਤਰ੍ਹਾਂ ਦਾ ਲਫ਼ਜ਼। 1000 ਦਫਾ ਤੂੰ ਛਿੱਤਰ ਖਾ ਦੇ। ਨਹੀਂ ਆਪਣੇ ਟਰੂ ਮੁਸਲਮ ਸਾਹਿਬ ਤੁਹਾਨੂੰ ਉਹ ਧਮਕੀਆਂ ਤੇ ਮਿਲੀਆਂ ਨੇ ਤੇ ਤੁਸੀਂ ਹੁਣ ਛੱਡੋ, ਤੁਸੀਂ ਕਿਵੇਂ ਗੱਲਾਂ ਕਰੀ ਜਾਂਦੇ ਜੇ। ਹੁਣ ਮੁੱਕਰਦਾ ਪਿਆ। ਉਹ ਜੁੱਤੀਆਂ ਖਾਂਦਾ ਹੁੰਦਾ ਸੀ।
ਪਹਿਲਾਂ ਨਹੀਂ, ਤੁਸੀਂ ਨਹੀਂ, ਆਮ ਦੀ ਦੇਖੋ। ਅਧਿਆਪਕ ਤੇ ਗੱਲ ਕਰਦੇ ਸੀ, ਉਹਨਾਂ ਨੇ ਤੁਸੀਂ ਸਾਡੇ ਇਹ ਘਰਾਂ ਦੇਖੋ ਤੱਕ ਤੁਹਾਡਾ ਪਹੁੰਚ ਜਿਹੜਾ ਗਏ। ਬੰਦਾ ਬੈਠਾ ਹੈ ਉੱਤੇ ਜੱਟ ਹੈ, ਕਿੰਨੀ ਬਦਤਮੀਜ਼ੀ ਕਰ ਰਿਹਾ, ਕਿੰਨਾ ਜਾਇਲ ਆਦਮੀ ਬਿਠਾਏ ਆ ਤੁਸੀਂ ਇਹ। ਤੂੰ ਮੈਂ ਭਾਈ ਮੈਂ ਕੀ ਬਦਤਮੀਜ਼ੀ ਤੇਰੇ ਨਾਲ ਕੀਤੀ ਏ? ਮੈਂ ਤੇ ਆਖਣ ਡਿਆ ਕਿ ਤੈਨੂੰ ਛਿੱਤਰ ਜੁੱਤੀਆਂ ਵੱਜਦੀਆਂ ਹੁੰਦੀਆਂ ਹਨ। ਮੈਂ ਇਹ ਨਹੀਂ ਆਂਦਾ ਕਿ ਮੈਂ ਤੈਨੂੰ ਕਰ ਰਿਹਾ ਮਾਰਨਾ। ਕਹਿੰਦਾ ਛਿੱਤਰ ਜੁੱਤੀਆਂ ਵੱਜਦੀਆਂ ਹੁੰਦੀਆਂ ਨੇ, ਮੈਂ ਨਹੀਂ ਬਦਤਮੀਜ਼ੀ ਤੈਨੂੰ ਨਹੀਂ ਹੈ। ਆਖਣ ਡਿਆ ਕਿ ਮੈਂ ਤੈਨੂੰ ਮਾਰਨਾ। ਮੈਂ ਤੈਨੂੰ ਆਣਾ ਉੱਥੋਂ ਵੱਜਦੀਆਂ ਹੁੰਦੀਆਂ ਹਨ। ਨਹੀਂ ਨਹੀਂ, ਮੈਂ ਨਹੀਂ, ਉੱਥੇ ਇੱਜ਼ਤ ਕਰਦੇ ਨੇ ਪਹਿਲਾਂ ਮੈਂ ਵੀ ਤੈਨੂੰ ਕੁਝ ਕਰਦੇ ਨਹੀਂ ਸੀ। ਆਖਣ ਡਿਆ। ਮੈਨੂੰ ਕੀ ਲੋੜ ਹੈ ਤੈਨੂੰ ਕੋਈ ਕਹਿਣ ਦੀ? ਹਾਂ, ਤਾਂ ਇਸ ਤਰ੍ਹਾਂ ਦੇ ਅਲਫਾਜ਼ ਨਾ ਇਸਤੇਮਾਲ ਕਰੋ, ਝੂਠ ਘੱਟ ਬੋਲੋ ਫਿਰ। ਤਾਰ ਭਾਈ ਵੇਖ ਲੋ ਕੀ ਹਾਲਾਤ ਨੇ ਦੁਨੀਆ ਦੇ। ਜੁੱਤੀਆਂ ਛਿੱਤਰ ਖਾ ਕੇ ਤੇ ਭੁੱਲ ਜਾਂਦੇ ਨੇ। ਜੁੱਤੀਆਂ ਛਿੱਤਰ ਤੁਹਾਨੂੰ ਪੈਂਦੇ ਨੇ ਹਰ ਜਗ੍ਹਾ, ਪੂਰੀ ਦੁਨੀਆ 'ਚ ਪੈਂਦੇ ਨੇ। ਕਿਹੜੇ ਮੁਲਕ ਹੈ ਜਿੱਥੇ ਤੁਹਾਨੂੰ ਨਹੀਂ ਪੈਂਦੇ? ਆ ਗਏ ਨਾ ਆਪਣੀ ਔਕਾਤ ਤੇ, ਆ ਗਿਆ ਨਾ ਔਕਾਤ ਤੇ। ਮੈਨੂੰ ਕਹਿ ਰਿਹਾ 10 ਦਫਾ ਕਿਹਾ ਤਾਂ ਮੈਂ ਇੱਕ ਦਫਾ ਆ ਗਿਆ ਕਿਹਾ ਨਾ ਉਹਨੇ ਔਕਾਤ ਤੇ। ਕੈਸਾ ਪਾਗਲ ਆਦਮੀ ਹੈ। ਵੇਖਿਆ ਮੈਨੂੰ ਦਲੀਲ 4-5 ਸੰਤਾਨ ਦਫਾ ਆ ਗਿਆ। ਛਿੱਤਰ ਪੈਂਦੇ ਨੇ ਤੇ ਮੈਂ ਇੱਕ ਦਫਾ ਕਹਿ ਦਿੱਤਾ ਤੇ ਕਹਿੰਦਾ ਆ ਗਿਆ ਨਾ ਆਪਣੀ ਔਕਾਤ ਤੇ। ਮੇਰੀ ਜ਼ਬਾਨ ਉਹ ਜਿਹੜੀ ਗੱਲ ਮੈਨੂੰ 4-5 ਦਫਾ ਕਹੀ ਆ, ਮੈਨੂੰ 5 ਦਫਾ ਇੱਕ ਗੱਲ ਕਹੀ ਆ, ਤਾਂ ਮੈਂ ਬਦਲੇ 'ਚ ਇੱਕ ਦਫਾ ਗੱਲ ਕਹਿ ਦਿੱਤੀ ਤੇ ਮੈਨੂੰ ਕਹਿੰਦਾ ਆ ਗਿਆ ਨਾ ਦੇਖਿਆ ਔਕਾਤ ਆ ਤੇ। ਗਈ ਨਾ ਆਪਣੀ ਔਕਾਤ ਤੇ ਆਇਆ। ਇਹ ਕਿਸ ਤਰ੍ਹਾਂ ਦਾ ਬੰਦਾ ਹੈ? ਪਾਗਲ ਆਦਮੀ, ਜਾਹਿਲ। ਇੰਨੀ ਇਹਦੀ ਔਕਾਤ ਹੈ। ਉਹ ਇੱਕ ਗੱਲ ਮੈਨੂੰ 5 ਦਫਾ ਕਹੀ ਏ ਸਤਾ, ਉਹੀ ਗੱਲ ਮੈਂ ਵਾਪਸ ਇੱਕ ਦਫਾ ਲੁਟਾ ਦਿੱਤੀ ਏ ਤੇ ਕਹਿੰਦਾ ਆ ਗਿਆ ਨਾ ਆਪਣੀ ਔਕਾਤ ਤੇ। ਹਾਂ ਤੇ ਹੋਰ ਉਹਦੇ ਜੁੱਤੀਆਂ ਖਾਂਦਾ ਹੋਰ ਕੀ ਇਹਦੇ ਚ ਔਕਾਤ? ਤੂੰ ਜਿਹੜੀ ਔਕਾਤ ਦਿਖਾ ਰਿਹਾ ਬਾਰ-ਬਾਰ ਮੈਨੂੰ ਕਹਿ ਰਿਹਾ ਸੀ ਇੱਕੇ ਗੱਲ, ਤੇ ਉਹ ਗੱਲ ਮੈਂ ਇੱਕ ਦਫਾ ਤੈਨੂੰ ਵਾਪਸ ਕਹੀ ਏ। ਜੁੱਤੀਆਂ ਨਹੀਂ ਖਾਂਦਾ ਰਿਹਾ। ਜੁੱਤੀਆਂ ਛਿੱਤਰ ਤੇ ਤੁਹਾਨੂੰ ਪੈਂਦੇ ਨੇ ਪਾਕਿਸਤਾਨ ਜੁੱਤੀਆਂ ਨਹੀਂ ਸਮੇਤ ਖਾਂਦਾ ਪੂਰੀ ਰਿਹਾ। ਦੁਨੀਆ 'ਚ। ਦੱਸ ਮੈਨੂੰ ਕਿੰਨੀ ਮੁਲਕ ਜੁੱਤੀ ਐਸਾ ਤੈਨੂੰ ਹੈ ਪੈਂਦੀ ਜਿੱਥੇ ਰਹੀ ਤੁਹਾਨੂੰ ਹੈ? ਛਿੱਤਰ ਨਹੀਂ ਪੈਂਦੇ। ਹਰ ਜਗ੍ਹਾ ਤੁਹਾਡੇ ਤੇ ਤੋਲ ਆਮ ਕਰਦੇ ਨੇ। ਨਹੀਂ ਵੈਸੇ ਸਾਰਾ ਜਮਾਤ ਤੇ ਆ ਆਪ ਗਈ। ਸਾਹਿਬ ਤੁਹਾਡੇ ਘਰ ਪਹੁੰਚੇ ਹਨ, ਧਮਕੀਆਂ ਦੇਣ, ਕੀ ਸੀ ਮਸਲਾ? ਉਹ ਨਹੀਂ ਮੇਰੇ ਤੇ ਕੋਈ ਨਹੀਂ ਪੁੱਛੇ, ਮੈਨੂੰ ਤਾਂ ਕਿਸੇ ਧਮਕੀਆਂ ਦਿੱਤੀਆਂ ਹੀ ਨਹੀਂ। ਤੁਸੀਂ ਤੇ ਆਪ ਟਿਕਟੋਕ ਤੇ ਬੈਠ ਕੇ ਦੱਸਿਆ ਕਿ ਮੈਨੂੰ ਤੇ ਮੇਰੇ ਘਰ ਕੌਣ ਕਿਸੇ ਨੂੰ ਧਮਕੀ ਦੇ ਸਕਦਾ ਹੈ? ਮੈਨੂੰ ਧਮਕੀਆਂ ਦੇ ਹਾਂ, ਤੇ ਇਹਨਾਂ ਦਾ ਬੱਚਿਆਂ ਜਿਹੜਾ ਨੂੰ ਜੱਟ ਹੈ ਨਾ, ਇਹਨਾਂ ਦਾ ਇੱਕ ਬੰਦਾ ਹੈ, ਉਹ ਮੈਨੂੰ ਧਮਕੀਆਂ ਦਿੰਦਾ ਰਹਿੰਦਾ ਇੱਥੇ ਟਿਕਟਾਕ ਤੇ ਆ ਕੇ। ਤਾਂ ਕਿ ਤੁਸੀਂ ਰਿਵਾਈਂਡ ਕਰ, ਤੁਹਾਡਾ ਮੁੰਡੇ ਥੱਲੇ ਛੋੜ ਦਿੰਦਾ ਯਾਰ, ਕੀ ਫਾਇਦਾ ਹੈ ਜਿਹੜਾ ਜੱਟ ਇਹਨੇ ਕਰ ਕਦੇ ਛੱਡਦਾ। ਧਮਕੀ ਦਿੱਤੀ ਤੁਹਾਨੂੰ? ਨਹੀਂ ਮੈਂ ਕੋਈ ਧਮਕੀ ਨਹੀਂ ਦਿੱਤੀ। ਇਹ ਫੋਟੋ ਮੰਗਦਾ ਨਾ। ਇਹਦਾ ਇੱਕ ਦੋਸਤ ਹੈ, ਉਹਨੇ ਧਮਕੀ ਦਿੱਤੀ ਸੀ ਮੈਨੂੰ। ਬਹੁਤ ਸਿਕੰਦੇ ਨੇ। ਮੇਰਾ ਦੋਸਤ ਨਹੀਂ, ਉਹ ਆਂਦਾ ਪਾਗਲ ਜਾਇਲ ਜਿਹਾ ਬੰਦਾ ਹੈ, ਉਹਦਾ ਨਾਂ ਇਰਫਾਨ ਜੱਟ। ਆ ਲੈ ਮੇਰਾ ਦੋਸਤ ਹੀ ਉਹ। ਇਰਫਾਨ ਜੱਟ ਤੇ ਚੰਗਾ ਬੰਦਾ ਵਿਚਾਰਾ। ਨਹੀਂ ਉਹ ਬੜਾ ਗਾਲੀ ਬਾਤ ਹੈ, ਲੋਕ ਗਾਲੀਆਂ ਦਿੰਦਾ ਰਹਿੰਦਾ। ਗਾਲੀ ਬਾਜ਼ ਹੀ ਉਹ। ਇਹ ਉੱਥੇ ਗਾਲੀ ਬਾਜ਼ਾਂ ਦੇ ਟੋਲੇ 'ਚ ਪੈ ਕੇ ਨਾ ਤਾਰ ਜੁੱਤੀਆਂ ਖਾਂਦਾ। ਕਦੀ ਕਿਸੇ ਕੋ ਖਾਂਦਾ ਜੁੱਤੀਆਂ, ਕਦੀ ਕਿਸੇ ਕੋ ਖਾਂਦਾ। ਤੁਹਾਨੂੰ ਕਿਹੜੀ ਜਗ੍ਹਾ ਜਿੱਥੇ ਜੁੱਤੀਆਂ ਨਾ ਪਈਆਂ ਹੋਣ? ਅੱਜ ਉਹਨਾਂ ਤੁਹਾਨੂੰ ਤਾਂ ਛਿੱਤਰ ਅਗਲਿਆਂ ਨੇ ਭਜਾ ਕੇ ਮਾਰੇ ਹੋਏ ਨੇ। ਇਹਨੇ ਕੋ ਛਿੱਤਰ ਮਾਰੇ ਨੇ ਨਾ, ਭਿਉਂ ਭਿਉਂ ਕੇ ਛਿੱਤਰ ਮਾਰੇ ਨੇ ਸਿਰ 'ਚ। ਰਿਪੋਰਟ ਮਾਰਦੀ ਵੀ ਲਾ ਇਹਨੂੰ ਦਫਾ ਕਰ। ਰਿਪੋਰਟ ਮਾਰਨ ਦੇ ਪਿੱਛੇ ਗਿਆ ਆਈ ਥੱਲੇ ਲਾਸ ਇਹਨੂੰ, ਬਰਾੜ ਖਰਾਬ ਕਰ ਦਈਦਾ। ਆਹੋ ਫੋਨ ਆਇਆ ਸੋ ਪਿੱਛੇ ਆਇਆ ਹੋਣਾ ਵੀ ਮਾਰ ਰਿਪੋਰਟ ਵੀ। ਇਹੋ ਜਿਹੇ ਬੰਦਿਆਂ ਕੋਲ ਨਾ ਜ਼ਰਾ ਬਚ ਚਾ ਕੇ। ਅਫਜ਼ਲ ਸਾਹਿਬ ਆਪਣੇ ਅਹਿਮਦੀ ਭਾਈ ਨੇ। ਉਹ ਦੀਲ ਬਰਨਨ ਤੂੰ ਉਹੀ ਹੈ ਨਾ ਬਗੈਰਤ, ਜਿਹਨੇ ਮੀਰ ਲਤੀਫ ਦੀ ਕਸਮ ਲਈ ਸੀ। ਮੈਂ ਉਹ ਬਗੈਰਤ ਦਾ ਜਿਹੜਾ ਤੇਰੀ ਬਾਜੀ ਦੇ ਉੱਤੇ ਚੜਿਆ ਸੀ, ਮੈਂ ਉਹੀ ਆ। ਸਹੀ ਰਿਹਾ ਜੋਤਸ਼ੀ ਕਾ ਨਾ ਮੈਂ ਉਹੀ ਆ। ਭਾਲੋ ਇਹਨੂੰ ਪਾਗਲ ਹੋ ਗਿਆ ਦਿਲ ਭਾਈ, ਭਾਲੋ। ਮੈਂ ਉਹੀ ਆ ਜਿਹਨੇ ਤੇਰੀ ਭੈਣ ਨਾਲ ਬਗੈਰਤੀ ਕੀਤੀ ਸੀ। ਦੀਰ ਸਾਹਿਬ ਸ਼ਾਹ ਸਾਹਿਬ ਨੂੰ ਤੇ ਉੱਤੇ ਸੱਦੋ ਯਾਰ। ਤਾਰ ਭਾਈ ਕੀ ਹਾਲ ਨੇ? ਠੀਕ ਹੋ ਜੀ ਠੀਕ ਠਾਕ। ਬਗੈਰਤ ਜੱਟ, ਜੱਟਾਂ ਦੇ ਨਾਂ ਤੇ ਲਾਣ ਦੇ ਤੂੰ। ਹਾਂ ਲਾਂਤੀ ਜੱਟ ਬਾਜੀ ਬਗੈਰਤ ਜੱਟ। ਭੈਣ ਨੂੰ ਪੁੱਛੀ ਲਾਣ ਦਾ। ਤੈਨੂੰ ਦੱਸਿਆ ਸੀ ਕਿ ਭੈਣ ਚੋਂ 9 ਇੰਚ ਦਾ ਲੰਨ ਦਿੱਤਾ ਸੋ, ਉਹ ਵੀ ਚੰਗਾ ਮੋਟਾ। ਤਮੀਜ਼ ਕਰੋ। ਕੋਈ ਨਹੀਂ ਦੱਸੋ ਰਾਹ। ਭੈਣ ਚੋਂ ਠੰਡ ਵੀ ਪੂਰੀ ਪਈ ਹੋਣੀ ਹੈ। ਲੌੜਾ ਵਾਵਾ ਤਗੜਾ ਸੀ ਨਾ 9 ਇੰਚ ਦਾ। ਘੱਟ ਹੀ ਬੰਦਿਆਂ ਕੋਲ ਏਡਾ ਲੰਨ ਹੁੰਦਾ। ਇਹੀ ਚਾਹੁੰਦੇ ਨੇ ਨਾ, ਇਹੀ ਚਾਹੁੰਦੇ ਨੇ ਕਿ ਐਮ ਦੀ ਜਿਹੜੇ ਨਾ ਉਹ ਗਾਲਾਂ ਕੱਢਣ। ਇਹੀ ਉਹ ਚਾਹੁੰਦੇ ਨੇ। ਤੇ ਕਮਜ਼ੋਰ ਨਹੀਂ ਹੋਣਾ, ਆਪਣੇ ਉੱਤੇ ਸਬਰ ਰੱਖਿਆ ਕਰੋ। ਗਾਲਾਂ ਹੀ ਚਾਹੁੰਦੇ ਨੇ, ਗਾਲਾਂ ਚਾਹੁੰਦੇ ਨੇ। ਹਾਂਜੀ ਇਹੀ ਇਹ ਖਬੀਸ ਲੋਕ ਚਾਹੁੰਦੇ ਨੇ। ਇਹ ਹੁਣ ਰਿਕਾਰਡਿੰਗ ਕਰਕੇ ਸੁਣਾਉਣਗੇ। ਕਰਦੇ ਰਹਿਣਾ ਸੀ ਕਿਹੜਾ ਇਹਨਾਂ ਨੂੰ, ਇਹਨਾਂ ਦਾ ਕੁਝ ਕਿਹਾ ਇਹਨਾਂ ਨੂੰ। ਦੇਖੋ ਇਸ ਵਾਕਈ ਇਨਸਾਨ ਹੈਗੇ ਆ, ਤੇ ਇਹੀ ਇਸ ਬਾਰ ਸਿੱਖੀਦਾ ਕਿ ਸਬਰ ਜਿੰਨਾ ਵੀ ਹੋ ਸਕੇ ਸਬਰ ਕਰੀਏ। ਗੋਂਦਲ ਸਾਹਿਬ ਤੁਹਾਨੂੰ ਚੁੱਕਨੇ ਆ, ਤੁਹਾਡੀ ਆਈਡੀ ਤੇ ਉਹ
ਰਿਸਟ੍ਰਿਕਸ਼ਨ ਆ ਰਹੀ ਉਹ ਨਹੀਂ ਚੁੱਕੀ ਜਾਂਦੀ। ਆਈਡੀ ਜਾਂ ਬਦਲ ਲਓ ਗੁੰਦੜ ਸਾਹਿਬ ਤੇ ਜਾਂ ਕਿਸੇ ਹੋਰ ਆਈਡੀ ਤੋਂ ਆਓ। ਹਾਂਜੀ ਅਹਿਮਦ ਉੱਪਰ ਭਾਈ ਤਾਹਿਰ ਸੁਣਾਓ ਸਾਹਿਬ ਕੀ ਜਿਹੜਾ ਹਾਲ ਉੱਤੇ ਬੰਦਾ ਬੈਠਿਆ ਦੇਖੋ ਗਾਲਾਂ ਦੇ ਰਿਹਾ ਇੰਨੀਆਂ ਇੰਨੀਆਂ ਗੰਦੀਆਂ। ਨਹੀਂ ਤੁਸੀਂ ਵੀ ਆਪਣੇ ਗੱਲ ਕਰੋ ਨਾ ਤੂੰ ਇਹ ਨਾ ਇਹ ਤਾਹਰ ਭਾਈ ਇਹ ਲੰਨ ਇਹ ਜਮਾਤ ਸੁਣ ਕੇ ਨਾ ਬੰਦਾ ਇਹ ਇੱਕ ਮਿੰਟ ਗੱਲ ਕਰ ਤੇ ਸਕਦੇ ਲੋੜਾ ਜੱਟ ਸੁਣ ਸਾਹਿਬ ਕੇ ਇੱਕ ਆਇਆ ਮਿੰਟ ਜੇ ਉੱਤੇ ਕੁੜੀ ਦਾ ਰਿਸ਼ਤਾ ਦੇਣ। ਜੱਟ ਸਾਹਿਬ ਇੱਕ ਮਿੰਟ ਗੱਲ ਕਰ ਸਕਦੇ ਆ ਜਰਾ ਇਜਾਜ਼ਤ ਕਰੋ ਦਿਓ। ਜੀ ਕਰੋ, ਦੱਸੋ ਭਾਈ ਗੱਲ ਕਰੋ। ਕਾਹਿਲ ਆਦਮੀ ਹੈ ਲੱਗਣਾ ਆਪਣੀ। ਇਹ ਥੱਲੇ ਲਾ ਯਾਰ ਤਾਹਰ ਜਾਂ ਹੀ ਤੁਰ ਜਨੇ ਜਾਂ ਇਹਨੂੰ ਬਾਲਾ ਭੈਣ ਚੋ ਬਗਾਰਤ ਨੂੰ। ਇਹ ਦੇਖੋ ਕੋਈ ਗਾਲੀ ਦੇ ਰਿਹਾ ਤਾਹਿਰ ਸਾਹਿਬ। ਮੈਂ ਕੋਈ ਇਹ ਥੱਲੇ ਲਾ ਲਾਤਾ ਤਾਹਰ ਸਾਹਿਬ ਤੇਰੇ ਚ ਏਡੀ ਹਿੰਮਤ ਨਹੀਂ, ਤੂੰ ਤੇਰੇ ਚ ਏਡੀ ਹਿੰਮਤ ਨਹੀਂ ਤੂੰ ਕਿਸੇ ਦੀ ਗੱਲ ਕਰਾ ਸਕੇ। ਮੈਂ ਤੈਨੂੰ ਆਪਣੀ ਬਰਾੜ ਤੋਂ ਅੱਜ ਤੱਕ ਕਿਹੜੀ ਗੱਲ? ਮੈਂ ਮੇਰੀ ਗੱਲ ਸੁਣ, ਸਾਨੂੰ ਗਾਲਾਂ ਪਾਉਂਦਾ ਤੇ ਅਸੀਂ ਤੇ ਫੇਰ ਵੀ ਚੁੱਪ ਕੀਤੇ। ਕਿਸੇ ਦੀ ਜ਼ਰੂਰਤ ਨਹੀਂ ਉੱਥੇ ਗਾਲ ਕੱਢ ਜੇ ਮੁਹੰਮਦ ਕੱਢੀਆਂ ਗਾਲਾਂ ਰਿਕਾਰਡਿੰਗਾਂ ਪਈਆਂ ਨੇ। ਮੁਹੰਮਦ ਖਾਨ ਦੀ ਰਿਕਾਰਡਿੰਗ ਜਿੱਦਾਂ ਕੱਲ ਵੀ ਮੁਹੰਮਦ ਖਾਨ ਨੇ ਪਹਿਲਾਂ ਉਹਨੂੰ ਗਾਲ ਕੱਢੀ ਸੀ, ਠੀਕ ਹੈ? ਨਹੀਂ, ਮੁਹੰਮਦ ਖਾਨ ਨੂੰ ਤੂੰ ਬਹੁਤ ਗਾਲਾਂ ਕਢਾਈਆਂ ਨੇ, ਮੇਰੇ ਕੋਲ ਰਿਕਾਰਡਿੰਗ ਪਈ ਹੈ। ਉਹ ਪਹਿਲਾਂ ਉਹਨੇ ਕੱਢੀਆਂ ਨਾ। ਦੱਸੋ ਬੜੀ ਸ਼ਾਇਰ ਹੈ ਤੂੰ। ਅੱਛਾ ਮੈਂ ਬੜਾ ਬੜੀ ਸ਼ਾਇਰ ਆਪਣਾ ਸ਼ਹਜ਼ਾਦਾ ਆਦਮੀ ਹੈ। ਕੋਈ ਗੱਲ ਨਹੀਂ, ਤੂੰ ਜਿਵੇਂ ਮਰਜ਼ੀ ਕਹਿ, ਤੂੰ ਚੰਗਾ ਨਹੀਂ ਮੇਰੇ ਨਾਲ ਕੀਤਾ। ਮੈਨੂੰ ਦੋ ਅਸੀਂ ਤੈਨੂੰ ਕੁਝ ਵੀ ਨਹੀਂ ਕਹਿਣਾ। ਮੈਨੂੰ ਦੋ ਸਾਡਾ ਚੀਤਾ ਬੰਦਾ ਹੈ, ਕੋਈ ਮਸਲਾ ਨਹੀਂ। ਰਾਣੇ ਖਜ਼ਾਨ ਨੂੰ ਕੋਈ ਭੁੱਲ ਭੁਲੇਖਾ ਲੱਗਾ ਤੇ ਰਾਣੇ ਖਜ਼ਾਨ ਨੂੰ ਆ ਕੇ ਯਾਰ ਗੱਲ ਰਾਣੇ ਖਜ਼ਾਨ ਨੇ ਪਹਿਲਾਂ ਗੱਲ ਨਹੀਂ, ਰੋਹਾਨੀ ਫਜ਼ਾਨ ਐਵੇਂ ਗੱਲ ਨਹੀਂ ਕਰਦਾ। ਉਹ ਗੱਲ ਕੋਈ ਗੱਲ ਹੋਏ ਫੇਰ ਕਰਦਾ। ਦੱਸੋ ਤੂੰ ਉਹਦੇ ਨਾਲ ਮੈਂ ਤੇਰੇ ਨਾਲ ਨਹੀਂ ਗੱਲ ਕਰ ਸਕਦਾ ਕੋਈ ਵੀ। ਉਂਝ ਇਹ ਵੇ ਕਿ ਮੈਂ ਉਹਨੂੰ ਮੈਂ ਸ਼ੇਅਰ ਕਰਨਾ ਆ ਜਾਂਦਾ ਤੇ ਤੇਰੇ ਨਾਲ ਗੱਲ ਕਰ ਲੈਨੇ ਆ। ਉਹ ਮੈਂ ਤੇਰੇ ਨਾਲ ਗੱਲ ਕਰਨੀ ਹੈ। ਏਡੀਓ ਜ਼ਰੂਰਤ ਹੈ ਵੇ ਗੱਲ ਬਹਿ ਕੇ ਕਰ ਲੈ ਮੇਰੇ ਨਾਲ। ਨਹੀਂ ਨਹੀਂ ਕਰੇਗਾ, ਕੀ ਫਾਇਦਾ ਥੱਲੇ ਸੁੱਟ ਕੇ? ਕੀ ਫਾਇਦਾ? ਨਹੀਂ ਥੱਲੇ ਸੁੱਟਦਾ, ਕੋਈ ਨਹੀਂ ਥੱਲੇ ਸੁੱਟਦਾ। ਹੁਣ ਤੈਨੂੰ ਮੈਂ ਅੱਜ ਨਹੀਂ ਗਿਆ ਮੈਂ ਕਦੀ ਥੱਲੇ ਸੁੱਟਿਆ ਮੈਂ? ਨਹੀਂ ਨਹੀਂ, ਤੂੰ ਥੱਲੇ ਤੇ ਨਹੀਂ ਸੁੱਟਦਾ, ਤੂੰ ਗਾਲਾਂ ਪਵਾਉਂਦਾ ਉੱਤੇ ਬਹਾ ਕੇ। ਯਾਰ ਤੈਨੂੰ ਤਾਹਰ ਸਾਹਿਬ ਕਿਸੇ ਨੇ ਗਾਲ ਨਹੀਂ ਕੱਢੀ। ਜਿਹੜੀ ਗੱਲ ਗਲਤ ਉਹ ਗਲਤ ਨਾ। ਪਹਿਲਾਂ ਰਿਹਾਨੀ ਫਜ਼ਾਨ ਨੇ ਵੀ ਉਧਰ ਪਹਿਲਾਂ ਗਾਲ ਕੱਢੀ ਸੀ ਜਾ ਕੇ, ਸਹੀ ਹੈ, ਫੇਰ ਉਹਨੇ ਕੱਢੀਆਂ ਹਨ। ਇਸ ਤਰ੍ਹਾਂ ਕੋਈ ਵੀ ਨਹੀਂ ਕੱਢਦਾ, ਨਾ ਮੈਂ ਕਿਸੇ ਨੂੰ ਕੱਢਣ ਦੇਣਾ ਹੀ ਆ। ਜਿਹੜੀ ਮੁਹੰਮਦ ਖਾਨ ਦੀ ਰਹਿ ਗਈ, ਮੁਹੰਮਦ ਖਾਨ ਨੇ ਵੀ ਕੱਲ ਪਹਿਲਾਂ ਵਾਲੀ ਅਕਬਰ ਨੂੰ ਕੱਢੀਆਂ ਹਨ, ਫੇਰ ਉਹਨੇ ਕੱਢੀਆਂ ਤੇ ਫੇਰ ਮੈਂ ਦੋਵਾਂ ਨੂੰ ਥੱਲੇ ਲਾਇਆ ਸੀ। ਮੈਂ ਇੱਕ ਨੂੰ ਨਹੀਂ ਲਾਇਆ, ਠੀਕ ਹੈ? ਮੈਂ ਦੋਵਾਂ ਨੂੰ ਥੱਲੇ ਯਾਰ ਲਾਇਆ। ਮੈਂ ਸਾਰਾ ਵੇਖਿਆ। ਦੱਸੋ ਯਾਰ, ਤੂੰ ਮੈਨੂੰ ਫੁੱਦੂ ਨਾ ਬਣਾ। ਚਲੋ ਸਾਰਾ ਪਤਾ ਕਿਹਨੂੰ ਲਾਇਆ ਤੂੰ ਕਿਹਨੂੰ ਨਹੀਂ। ਤੂੰ ਸਾਰੀ ਦਿਹਾੜੀ ਗਾਲਾਂ ਕਢਾਉਂਦਾ ਰਹਿੰਦਾ ਸਾਡੇ ਬੰਦਿਆਂ ਨੂੰ। ਕੋਈ ਗੱਲ ਯਾਦ ਕਰ। ਤੇਰੇ ਚ ਏਡੀ ਹਿੰਮਤ ਨਹੀਂ ਗੱਲ ਕਿਸੇ ਦੀ ਕਰਾਉਣੀ ਨਾ। ਮੇਰੇ ਵਾਸਤੇ ਤਾਂ ਸਾਰੇ ਇੱਕੋ ਜਿਹੇ ਨੇ। ਮੈਂ ਕਦੀ ਕਿਸੇ ਵਾਸਤੇ ਲੰਦ ਭੇਜਣਾ ਜਿਹੜਾ ਕਿਸੇ ਦੇ ਖਿਲਾਫ ਗੱਲ ਕਰਾਉਂਦਾ ਜਾਂ ਕਰਦਾ। ਸਾਡੇ 'ਚ ਇਹ ਰੁੱਖ ਨਹੀਂ ਤੇਰੇ ਅੰਦਰ ਜਿਵੇਂ ਤੁਸੀਂ ਕਰਦੇ ਹੋ। ਚੱਲ ਤੂੰ ਮੇਰੇ ਨਾਲ ਜਿਹੜਾ ਕਰਨਾ ਕਰ ਲਾ। ਮੈਨੂੰ ਤਾਂ ਨੂੰ ਸ਼ੇਅਰ ਕੀਤੀ ਹੈ, ਉਹ ਆ ਜਾਂਦਾ ਤੇ ਉਹਦੇ ਨਾਲ ਬਹਿ ਕੇ ਭਾਈ ਗੱਲ ਕਰ ਲੈ। ਮੇਰੀ ਉਹਦੇ ਨਾਲ ਗੱਲ ਹੀ ਕੋਈ ਨਹੀਂ। ਮੈਂ ਕਿਉਂ ਉਹਦੇ ਨਾਲ ਗੱਲ ਕਰਨੀ? ਡਾਨ ਵੀ ਆਇਆ, ਡਾਨ ਉਹ ਤਾਂ ਉੱਤੇ ਨਹੀਂ ਆਇਆ। ਇਹ ਕੰਮ ਤੇ ਸੀ ਤੇ ਇਹ ਆਪੇ ਗੱਲ ਦੱਸ ਦਿੰਦਾ ਕਿ ਹਿੰਮਤ ਹੀ ਨਹੀਂ ਕਿਸੇ ਨਾਲ ਗੱਲ ਕਰਾਣੀ। ਉਹ ਮੇਰੀ ਹਿੰਮਤ ਹੈ ਕਿਸੇ ਨਾਲ ਗੱਲ ਕਰਾ ਲੈਣੀ। ਤੇਰੀ ਏਡੀ ਹਿੰਮਤ ਨਹੀਂ ਕਿਸੇ ਨਾਲ ਗੱਲ ਕਰਾ ਲੈਣੀ, ਠੀਕ ਹੈ? ਤੇਰੀ ਏਡੀ ਹਿੰਮਤ ਹੀ ਨਹੀਂ ਕਿਸੇ ਨਾਲ ਗੱਲ ਕਰਾ ਲੈਣੀ, ਠੀਕ ਹੈ? ਆਹੋ ਭਾਈ, ਮੇਰੇ 'ਚ ਇੰਨੀ ਹਿੰਮਤ ਨਹੀਂ ਕਿ ਮੈਂ ਗਾਲਾਂ ਗੂਲਾਂ ਥੱਲੇ ਕਢਾਵਾਂ। ਦੋ ਤਰਾੜੇ ਸੁੱਟਿਆ ਮੈਂ ਅੱਜ ਤੱਕ ਕਿਸੇ ਨੂੰ ਥੱਲੇ ਨਹੀਂ ਸੁੱਟਿਆ ਪਹਿਲਾਂ, ਠੀਕ ਹੈ? ਹਾਂ ਤੇ ਗਾਲ ਨਹੀਂ ਨਾ, ਮੈਂ ਤੈਨੂੰ ਥੱਲੇ ਨਹੀਂ ਸੁੱਟਿਆ। ਮੈਂ ਤੈਨੂੰ ਗਾਲ ਕੱਢੀ? ਮੈਂ ਤੈਨੂੰ ਇੱਥੇ ਗਾਲ ਕੱਢੀ? अस्सलाम वालेकुम रहमतुल्लाहि व बरकातुहू। ਉਹ ਗਾਲਾਂ ਦਾ ਸਿਲਸਿਲਾ ਚੱਲ ਜਾਣਾ ਸੀ ਨਾ। ਦੱਸੋ ਭਾਈ। ਮੈਂ ਤਾਂ ਨਹੀਂ ਕੱਢਣੀ ਸੀ। ਉਹ ਪੇ ਕੱਢਦੇ ਮੈਂ ਨਹੀਂ ਨਾ ਕੱਢਣੀ। अस्सलाम वालेकुम रहमतुल्लाह। ਮੇਰੇ ਵਾਸਤੇ ਵੇਖ ਮੁਹੰਮਦ ਖਾਨ ਤੂੰ ਦੀਆਂ ਮੰਨ ਜਾ ਵੀ ਤੂੰ ਉਹਨੂੰ ਰੂਹਾਨੀ ਫਜ਼ਾਨ ਨੂੰ ਗਾਲਾਂ ਕਢਾਈਆਂ। आवाज नहीं आ रही। ਮੇਰੀ ਗੱਲ ਸੁਣ ਲੈ। ਮੇਰੇ ਵਾਸਤੇ ਮੁਹੰਮਦ ਖਾਨ ਦੀਆਂ ਧੀਆਂ ਭੈਣਾਂ, ਰਿਹਾਨੀ ਫਜ਼ਾਨ ਦੀਆਂ ਧੀਆਂ ਭੈਣਾਂ, ਜਿਹੜੀਆਂ ਅਕਬਰ ਦੀਆਂ ਧੀਆਂ ਭੈਣਾਂ, ਮੇਰੇ ਵਾਸਤੇ ਸਾਰੀ ਇੱਕੋ ਜਿਹੀਆਂ ਨੇ। ਮੈਂ ਕਿਸੇ ਦੇ ਵਿੱਚ ਫਰਕ ਨਹੀਂ ਸਮਝਦਾ, ਠੀਕ ਹੈ? ਅਕਬਰ ਜਿਹੜਾ ਨਾ ਕਿਸੇ ਦੀ ਧੀ ਭੈਣ ਨੂੰ ਨਹੀਂ ਬਖਸ਼ਦਾ। ਉਹ ਅਕਬਰ ਦੀ ਮਰਜ਼ੀ ਹੈ, ਲਾਂਬੇ ਜੋ ਮਰਜ਼ੀ ਕਰੇ। ਮੇਰੀ ਬਰਾੜ ਤੇ ਕਿਸੇ ਨੂੰ ਗਾਲ ਨਹੀਂ ਕੱਢ ਸਕਦਾ। ਲਾਂਬੇ ਫਿਰ ਜਿੱਥੇ ਉਹਨੇ ਕਾਬੂ ਆਣਾ ਅਗਲਿਆਂ ਨੇ ਕਰਨਾ ਤੇ ਹੈ ਨਾ। ਉਹ ਤੇ ਹਾਂ ਇਹ ਗੱਲ ਕਰੋ। ਲਾਂਬੇ ਜਿੱਥੇ ਮਰਜ਼ੀ ਕੱਢੇ, ਮੇਰੀ ਬਰਾੜ ਤੇ ਨਹੀਂ ਕੱਢ ਸਕਦਾ ਕਿਸੇ ਨੂੰ ਗਾਲ। ਤੇਰੀ ਬਰਾੜ ਤੇ ਉਹ ਕੱਢੇ ਲੋਕਾਂ ਨੂੰ ਤੇ ਉਹ ਫਿਰ ਮਤਲਬ ਕਿ ਉਹ ਫਿਰ ਤੇਰੀ ਬਰਾੜ ਨੂੰ ਬਤਾਦਾ ਬਣ। ਉਹ ਵੀ ਨਹੀਂ ਕਿਸੇ ਨੂੰ ਕੱਢ ਹਾਂ, ਸਕਦਾ। ਸ਼ਾਹਰੁਖ ਦੀ ਗੱਲ ਸੁਣ ਲੈ ਯਾਰ। ਕੀ ਆ ਦੱਸ ਤੂੰ ਚੰਗਾ ਬੰਦਾ ਤੂੰ। ਸੁਣ ਲੈ, ਵਿਰਕ ਚੰਗੇ ਨੇ। ਵਿਰਕ ਤੇ ਗੱਲ ਤੇ ਖਲੋਣ ਵਾਲੇ ਬੰਦੇ ਨੇ। ਹਾਂ ਵੀ ਸ਼ਾਹਰੁਖ ਕਰ ਗੱਲ ਯਾਰ। ਉਹ ਵੇਲਾ ਰਵਾਨੀ ਖਜ਼ਾਨ ਹੁਣ ਰੁੱਸ ਕੇ ਤੁਰ ਗਿਆ, ਉਹ ਆਇਆ ਨਹੀਂ। ਦੱਸੋ ਜਿਹੜਾ ਵੀ ਉਹ ਗਲਤ ਕਰਦਾ। ਵਾਲੇਕੁਮ ਅਸਲਾਮ। ਸ਼ਾਹਰੁਖ ਦੀ ਗਵਾਹੀ ਲੈਣੀ ਸੀ ਬਸ ਉਹਨੇ। ओ यार गल ये वे मैं तो तंग आ गया। यकीन करके जानो मैनू तो समझ नहीं आती तो मैं करा की ते की ना करा। ਯਾ ਸ਼ਾਹਰੁਖ ਮੈਂ ਤਾਂ time pass ਕਰਨ ਲਾਇਆ। ਦੱਸੋ ਜਿਹੜਾ ਉਹ ਟਾਪਿਕ ਤੇ ਗੱਲ ਹੀ ਨਹੀਂ ਕਰਦਾ
ਤੇ ਆ ਕੇ ਲੜਾਈ ਪਾਤੀ। ਦਸਤੋ ਆ ਗਿਆ ਮੈਂ ਆਪ ਰੋਹਾਨੀ ਤੰਗ ਆ ਫਲੈਨ, ਗਿਆ। ਪਿਆਰ ਸਕੂਨ ਨਾਲ ਦਸਤੋ ਗੱਲ ਕਰਨੀ ਆ, ਜਿਹੜਾ ਤੈਨੂੰ ਵੀ ਨਾ ਗੁੱਸਾ ਹੋਏ ਤੇ ਰੋਹਾਨੀ ਫਲੈਨ ਨੂੰ ਕੋਈ ਗੁੱਸਾ ਨਾ ਹੋਏ। ਹਲੋ ਜੀ, ਮੈਂ ਸਿਰਫ ਮੈਂ ਗੱਲ ਉਹਨੂੰ ਕਰਨੀ ਸੱਦਿਆ ਤੇ ਉਹ ਸ਼ਾਹਰੁਖ ਜਿਹੜੀ ਭਾਈ ਨਾਲ ਨਾਰਾਜ਼ਗੀ ਦੇ ਡਰ ਤੋਂ ਆ ਗਿਆ ਉੱਤੇ, ਤੇ ਉਹ ਮੈਂ ਨਾਰਾਜ਼ ਨਾ ਹੋ ਜਾਵਾਂ। ਆਹੋ, ਮੈਨੂੰ ਨਾ ਸਿਰਫ ਸ਼ਾਹਰੁਖ ਨਾਲ ਗੱਲ ਕਰਨ ਦਿਓ, ਮੈਨੂੰ ਵਿੱਚ ਹੋਰ ਬੰਦਾ ਨਾ ਕੋਈ ਬੋਲੇ ਪਲੀਜ਼। ਉਹ ਯਾਰ ਵਿਰਕ ਸਾਹਿਬ ਨਾ ਕਰੋ, ਮੈਂ ਨਹੀਂ ਤੇ ਨਹੀਂ ਮੈਂ ਤਾਂ ਕੁਝ ਵੀ ਨਹੀਂ, ਸ਼ਾਹਰੁਖ ਤੁਸੀਂ ਭਾਈ, ਵਿਰਕ ਮੈਂ ਵਿਰਕ ਚੋਰ ਆਦਮੀ ਹੈ। ਇੱਕ ਮਿੰਟ ਮੇਰੀ ਗੱਲ ਸੁਣ ਲਓ, ਮੈਂ ਇਸ ਬੰਦੇ ਨੂੰ ਇਸ ਕਾਬਲ ਨਹੀਂ ਸਮਝਦਾ, ਮੂੰਹ ਤੇ ਝੂਠ ਬੋਲਦਾ ਜੇ, ਮੂੰਹ ਤੇ। ਸ਼ਾਹਰੁਖ ਭਾਈ ਉਸ ਦਿਨ ਜਦੋਂ ਮੈਂ ਉੱਤੇ ਆਇਆ, ਮੈਂ ਇਹਨਾਂ ਨੂੰ ਆਖਿਆ ਆ ਕੇ ਕਿ ਯਾਰ ਮੇਰੇ ਬਾਰੇ 'ਚ ਇੱਕ ਬੰਦਾ ਇੱਥੇ ਗੱਲਾਂ ਕਰਦਾ ਰਿਹਾ, ਬੰਦਾ ਮੁੱਕਰ ਗਿਆ। ਇਹਨੇ ਕਿਹਾ ਨਹੀਂ ਕੋਈ ਨਹੀਂ, ਉਹ ਵੀਡੀਓ 'ਚ ਵੀ ਕੋਈ ਨਹੀਂ। ਉਹ ਵੀਡੀਓ ਬਣਾਈ ਵੀ ਤਾਹਿਰ ਭਾਈ ਨੇ ਸੀ, ਤਾਹਿਰ ਭਾਈ ਨੇ ਮੈਨੂੰ ਭੇਜੀ ਸੀ, ਤਾਹਿਰ ਭਾਈ ਵੀ ਇਸ ਚੀਜ਼ ਦੇ ਗਵਾਹ ਨੇ, ਲੇਕਿਨ ਤੂੰ ਉਸ ਤੋਂ ਪਹਿਲੇ ਗਵਾਹੀ ਦੇ ਮੈਂ ਦਿੱਤੀ ਰੋਹਾਨੀ ਸ਼ਾਹਰੁਖ। ਫਲੈਨ ਦੇ ਮੂੰਹ ਤੇ ਕਿਹਾ ਸੀ ਵੀ ਵੀਡੀਓ ਤੇਰੀ ਬਣਾ ਲਈ ਹੈ। ਬਿਲਕੁਲ, ਤੇ ਸ਼ਾਹਰੁਖ ਭਾਈ ਨੇ ਉਸ ਟਾਈਮ ਇਹਦੇ ਮੂੰਹ ਤੇ ਗਵਾਹੀ ਦਿੱਤੀ ਕਿ ਯਾਰ ਇਹ ਕੰਮ ਹੋਇਆ, ਤੇ ਇਹ ਬੰਦਾ ਨਹੀਂ ਸੀ ਮੰਨਦਾ। ਇਹ ਕੱਲ ਸ਼ਾਹਰੁਖ ਜਿਹੜਾ ਅਗਲੇ ਦਿਨ ਉਸ ਤੋਂ ਅਗਲੇ ਦਿਨ ਜਿਹੜਾ ਤੇ ਤੁਸੀਂ ਆ ਕੇ ਤੁਸੀਂ ਵੀ ਉਹੀ ਗੱਲ ਕੀਤੀ, ਮੈਂ ਜਾਵਾਂ ਤੇ ਕਿਹੜੇ ਪਾਸੇ ਜਾਵਾਂ, ਮੈਨੂੰ ਤਾਂ ਨਹੀਂ ਸਮਝ ਠੀਕ ਨਹੀਂ ਹੈ। ਆਉਂਦੀ। ਉਹ ਤੇ ਅੱਛਾ, ਹੁਣ ਉਸ ਤੋਂ ਅਗਲੇ ਦਿਨ ਦੀ ਗੱਲ ਮੁੱਕ ਗਈ ਉੱਥੇ। ਕੱਲ ਜਿਹੜਾ ਇਹਨੇ ਕੰਮ ਕਰਾਇਆ ਫਿਰ ਸ਼ਾਹਰੁਖ ਭਾਈ, ਇਹ ਕੱਲ ਕੰਮ ਕਰਾਉਣ ਵਾਲਾ ਬਣਦਾ ਇਹਦਾ? ਇਹ ਚਾਹੁੰਦਾ ਨਾ, ਸ਼ੈਤਾਨੀ ਚਾਹੁੰਦਾ ਨਾ, ਲੜਾਈ ਚਾਹੁੰਦਾ ਹੈ ਬੰਦਾ ਕਿ ਨਹੀਂ ਚਾਹੁੰਦਾ, ਮੈਨੂੰ ਦੱਸੋ। ਔਰ ਨੋਨਾ ਬਣ ਕੇ, ਮੀਸਨਾ ਬਣ ਕੇ ਨਾ ਅੱਛਾ ਚੁੱਪ ਕਰ ਜਾਂਦਾ ਨਾ, ਬੋਲਦਾ ਹੀ ਨਹੀਂ ਉਹਦਾ ਜਦੋਂ ਉਹ ਬੰਦਾ ਬੋਲਦਾ ਨਾ। ਮੇਰੀ ਗੱਲ ਸੁਣੋ, ਇਹ ਗੱਲ ਜਿਹੜੀ ਨਾ ਵਿਰਕ ਸਾਹਿਬ ਨਾਲ ਤੁਸੀਂ ਕਰੋ, ਸਹੀ ਹੈ। ਮੈਂ ਇਸ ਬੰਦੇ ਨਾਲ ਮੁਖਾਤਬ ਵੀ ਨਹੀਂ ਹੋਣਾ ਚਾਹੁੰਦਾ, ਕਿਉਂਕਿ ਮੈਂ ਇਸ ਬੰਦੇ ਨੂੰ ਪੜ੍ਹ ਲਿਆ। ਬੰਦਾ ਜੇ ਸ਼ੈਤਾਨ, ਇਹ ਬੰਦਾ ਕਰਾਂਦਾ ਸ਼ੈਤਾਨੀ, ਤੇ ਚੁੱਪ ਕਰਕੇ ਨਾ ਨੋਨਾ ਬਣ ਕੇ, ਮੀਨਾ ਬਣ ਕੇ ਨਾ, ਤੇ ਫਿਰ ਮਜ਼ੇ ਲੈਂਦਾ। ਉਹ ਕਿੰਨਾ ਕੀਤੀ ਆ, ਉਹ ਮੇਰੀ ਮੈਨੂੰ ਸਬੂਤ ਦਿਓ। ਰਿਆਨੇ ਫਜ਼ਾਨ ਭਾਈ, ਰਿਆਨੇ ਫਜ਼ਾਨ ਭਾਈ ਦਸਤੂ ਭਾਈ ਬੜੇ ਮੰਨਦਾ ਜੀ। ਮੇਰੀ ਗੱਲ ਸੁਣ, ਮੈਨੂੰ ਇਸ ਤਰ੍ਹਾਂ ਬੋਲ, ਮੈਨੂੰ ਇਸ ਤਰ੍ਹਾਂ ਤੂੰ ਸ਼ਿਕਾਂਤ ਤੋਂ ਨਾ ਕਹੀਂ, ਤੇਰੀ ਮਿਹਰਬਾਨੀ ਹੈ। ਤੇ ਫਿਰ ਕਿਉਂ ਸ਼ੈਤਾਨੀ ਕਰਾ ਰਹੇ ਹੋ, ਕਿਉਂ? ਨਹੀਂ ਇੱਕ ਮਿੰਟ ਮੁਬਸ਼ਰ ਸਾਹਿਬ, ਇੱਕ ਮਿੰਟ ਮੁਬਸ਼ਰ ਸਾਹਿਬ, ਇੱਕ ਮਿੰਟ। ਅੱਛਾ ਹੁਣ ਸ਼ੈਤਾਨ ਕਿਹਾ ਤੇ ਤੁਹਾਨੂੰ ਗੁੱਸਾ ਲੱਗਿਆ, ਤੇ ਸਵੇਰੇ ਜਿਹੜਾ ਉਹਨਾਂ ਨੂੰ ਆਪ ਹੀ ਚੁੱਕ ਕੇ ਤੇ ਗਾਲਾਂ ਆਪ ਹੀ ਖਾ ਕੇ, ਤੇ ਮੈਨੂੰ ਕਿਉਂ ਸ਼ੈਤਾਨ ਕਿਹਾ ਤੇ 2-3 ਦਫਾ ਥੱਲੇ ਸੁੱਟਿਆ? ਇਹ ਦਿਓ ਜਵਾਬ। ਮੈਂ ਤੁਹਾਨੂੰ ਕਹਿ ਰਿਹਾ, ਇਹ ਬੰਦਾ ਝੂਠਾ ਜੇ, ਹਰ ਗੱਲ 'ਚ ਝੂਠ ਬੋਲਦਾ ਜੇ, ਇਹ ਜਾਣ ਕੇ ਮੂੰਹ ਤੇ ਝੂਠ ਬੋਲਦਾ ਕਰਾਂਦਾ ਜੇ। ਯਾਰ ਆਪ ਹੀ ਇੱਕ ਮਿੰਟ ਆਪ ਹੀ ਚੁੱਕ ਕੇ ਗਾਲਾਂ ਕਢਵਾ ਕੇ ਤੇ ਆਪ ਹੀ ਮੈਨੂੰ ਕਹਿੰਦਾ ਤੂੰ ਸ਼ੈਤਾਨ ਹੈ, ਤੇ ਤੂੰ ਇੱਥੋਂ ਚਲਾ ਜਾ। ਯਾਰ ਕੋਈ ਗੱਲ ਕਰਨ ਵਾਲੀ, ਮੈਂ ਜਿੱਥੇ ਜਾਣਾ ਉੱਥੇ ਹੀ ਇੰਜ ਹੁੰਦਾ ਯਾਰ। ਤੂੰ ਆਪਣੀ ਗੱਲ ਕਰ ਲੈ, ਜਿਹੜੀ ਗੱਲ ਹੁੰਦੀ ਹੈ ਤੂੰ ਉਹਨੂੰ ਜਵਾਬ ਦੇ। ਤੂੰ ਮੇਰੇ ਨਾਲ ਤੇਰਾ ਕੀ ਮਕਸਦ ਹੈ ਗੱਲ ਕਰਨਾ? ਉਹ ਗੱਲ ਹੋਈ ਗਈ, ਤੂੰ ਉਹਦੇ ਨਾਲ ਗੱਲ ਕਰ ਜਿਹੜੀ ਕਰਨੀ ਹੈ, ਜਾਂ ਉਹ ਮੇਰੇ ਨਾਲ ਕਰੇ। ਤੂੰ ਵਿੱਚ ਤੇਰੀ ਗੱਲ, ਤੂੰ ਜਵਾਬ ਦੇ, ਉਹਨੂੰ ਜਵਾਬ ਦਿਓ। ਤੇਰੇ ਕੋਲ ਪੁੱਛਦਾ ਪਿਆ, ਉਹਨੂੰ ਦੱਸ। ਉਹ ਗੱਲ ਕਰਨੇ ਆ, ਉਹ ਜਿਹੜੀ ਸ਼ਾਹਰੁਖ ਖਾਨ ਗੱਲ ਹੁੰਦੀ ਹੈ ਉਹਦਾ ਜਵਾਬ ਦੇ। ਕੱਲ ਉੱਥੇ ਰਿਆਨੀ ਫਜ਼ਾਨ ਨੂੰ ਅਕਬਰ ਨੇ ਗਾਲਾਂ ਕੱਢੀਆਂ ਨੇ, ਉਹ ਜਵਾਬ ਦੇ। ਇੱਕ ਮਿੰਟ ਆਪਣੇ ਦੱਸੋ ਭਾਈ, ਆਇਸ਼ਾ ਨੂੰ ਗੱਲ ਪੁੱਛ ਲਓ, ਆਇਸ਼ਾ ਸਾਹਿਬਾ ਕੌਣ ਨੇ ਜੀ? ਅਸਲਾਮ ਅਲੈਕੁਮ। ਮੈਂ ਵੀਡੀਓ ਭੇਜਾਂ? ਉਹ ਦੱਸ ਤੂੰ, ਵੀਡੀਓ ਭੇਜਾਂ? ਪਰਸੋਂ ਕਿੰਨੇ ਗਾਲਾਂ ਕੱਢੀਆਂ ਪਹਿਲਾਂ ਆ ਕੇ? ਪਰਸੋਂ ਕਿੰਨੇ ਕੱਢੀਆਂ? ਉਸ ਤੋਂ ਪਹਿਲੇ ਕਿੰਨੇ ਕੱਢੀਆਂ ਸਨ? ਉਸ ਤੋਂ ਪਹਿਲਾਂ ਤੁਹਾਨੂੰ ਮੈਂ ਕੀ ਆਖਿਆ, ਅੱਗੋਂ ਨਹੀਂ ਹੋਣ ਲੱਗਾ। ਹਾਂ ਤੇ ਕਿਉਂ ਹੋਇਆ ਫਿਰ ਅੱਗੋਂ? ਕੱਲ ਕਿਉਂ ਹੋਇਆ? ਜਾ ਕੇ ਕੀਤਾ, ਤੂੰ ਕੀਤਾ। ਇਹਦਾ ਮਤਲਬ ਹੈ ਤੂੰ ਕੱਲ ਦਾ, ਇਹਦਾ ਮਤਲਬ ਹੈ ਪਰਸੋਂ ਦਾ ਬਦਲਾ ਫਿਰ ਮੈਂ ਕੱਲ ਲਿਆ, ਤੇ ਫਿਰ ਮੈਨੂੰ ਅੱਜ ਵੀ ਲੈਣਾ ਚਾਹੀਦਾ? ਨਹੀਂ, ਤੇਰੇ ਬਾਰੇ ਚ ਕੋਈ ਵੀ ਗੱਲ ਹੋਈ ਸ਼ਾਹਰੁਖ ਕੋ ਪੁੱਛ ਲੈ। ਮੈਂ ਵੀਡੀਓ ਭੇਜ ਦਿਆਂ ਤੈਨੂੰ, ਮਾਫੀ ਮੰਗੇਗਾ? ਜੇ ਉਹਨੇ ਗੱਲ ਕੀਤੀ ਹੈ ਨਾ, ਮੈਂ ਕਿਹਾ ਯਾਰ ਇੰਨੀ ਤੇਰੀ ਉਮਰ ਹੈ, ਅੱਲਾ ਦੇ ਬੰਦਿਆ, ਮੈਂ ਤੂੰ ਨਹੀਂ ਕਹਿਣਾ ਚਾਹੁੰਦਾ। ਗੱਲ ਸੁਣ ਪਹਿਲਾਂ, ਆਰਾਮ ਨਾਲ ਗੱਲ। 53 ਸਾਲ ਤੇਰੀ ਉਮਰ ਹੈ, ਅੱਲਾ ਦੀ ਕਸਮ, ਮੈਂ ਤੈਨੂੰ ਤੂੰ ਨਹੀਂ ਕਹਿਣਾ ਚਾਹੁੰਦਾ, ਲੇਕਿਨ ਤੂੰ ਮਜਬੂਰ ਕਰਾਂਦਾ। ਪਤਾ ਨਹੀਂ ਲੱਗਦਾ, ਜੋ ਮਰਜ਼ੀ ਕਹਿ, ਮੇਰਾ ਭਰਾ ਹੈ ਤੂੰ ਮੇਰਾ ਭਰਾ, ਮੈਂ ਤੇਰੀ ਚੰਗਾ ਭਰਾ। ਉਹ ਯਾਰ ਮੈਂ ਤੈਨੂੰ ਆਖਿਆ ਕਿ ਤੂੰ ਜੋ ਮਰਜ਼ੀ ਵੀ ਕਹਿ, ਮੈਂ ਕਦੀ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕੀਤਾ। ਮੈਂ ਤੈਨੂੰ ਅੱਜ ਵੀ ਆਣਾ, ਤੂੰ ਮੇਰੇ ਬਾਰੇ ਚ ਜੋ ਵੀ ਕਹੇਂਗਾ ਨਾ, ਮੈਨੂੰ ਫੇਰ ਵੀ ਮਾਨੀ ਕਰ। ਮੈਂ ਕੁਝ ਵੀ ਨਹੀਂ ਕਹਿਣਾ। ਮੈਂ ਤੁਹਾਡੇ ਕੋਲ ਪਹਿਲੇ ਵੀ ਰਿਕੁਐਸਟ ਕੀਤੀ ਹੈ, ਫਿਰ ਰਿਕੁਐਸਟ ਕਰ ਰਿਹਾ। ਅੱਲਾ ਦਾ ਨਾਂ ਜੇ, ਅੱਲਾ ਦਾ ਨਾਂ ਜੇ। ਜੇ ਸ਼ੈਤਾਨੀ ਨਹੀਂ ਜੇ ਕਰਨੀ, ਜੇ ਨਹੀਂ ਚਾਹੁੰਦੇ ਕਿ ਕੋਈ ਲੜਾਈ ਹੋਵੇ, ਤੇ ਖੁਦਾ ਦਾ ਨਾਂ ਜੇ ਆਪਣੀ ਬਰੋਡ ਤੇ ਮੇਰੇ ਬਾਰੇ ਚ, ਜਾਂ ਕਿਸੇ ਜਿਹੜਾ ਬੰਦਾ ਉੱਥੇ ਮੌਜੂਦ ਨਹੀਂ ਨਾ, ਉਹਦੇ ਬਾਰੇ ਚ ਗੱਲ ਨਾ ਕਰੋ। ਬੰਦਾ ਮੌਜੂਦ ਹੋਵੇ, ਇੱਕ ਦੂਜੇ ਨੂੰ ਜੋ ਮਰਜ਼ੀ ਗੱਲ ਕਰੇ। ਕਰੇਗਾ ਤੇ ਤੇਰੇ ਬਾਰੇ ਚ ਕੋਈ ਨਾ ਕਰੇਗਾ, ਤੂੰ ਨਾ ਕਰੇਗਾ ਤੇਰੇ ਬਾਰੇ ਚ ਕੋਈ ਨਾ। ਮੈਂ ਤੇਰੀ ਬਰੋਡ ਤੇ ਆ ਕੇ, ਉਹ ਮੇਰੀ ਗੈਰ ਮੌਜੂਦਗੀ ਚ ਉਸ ਬੰਦੇ ਨੇ ਗੱਲ ਕੀਤੀ। ਅੱਛਾ ਗੱਲ ਸੁਣ, ਮੇਰੀ ਗੈਰ ਸੁਣ ਲੈਣਾ, ਤੂੰ ਵੀ ਕਿਸੇ ਦੀ ਗੱਲ ਸੁਣ ਲੈਣਾ। ਤੂੰ ਮਸਲਨ ਤੂੰ ਪੈਰਾਂ 'ਚ ਬਿਠਾ ਸਕਣਾ, ਤੂੰ ਮੈਨੂੰ ਏਡਾ ਕੋਈ ਟੈਨਸ਼ਨ ਨਹੀਂ, ਭਾਵੇਂ ਮੈਨੂੰ ਹੁਣ ਵੀ ਥੱਲੇ ਲਾ। ਮੈਂ ਨਹੀਂ ਏਡਾ ਕੋਈ ਮਸਲਨ, ਏਡਾ ਕੋਈ ਸ਼ੌਕ। ਉਹ ਗੱਲ ਕਰ ਜਿਹੜੀ ਕੰਮ ਦੀ ਹੈ, ਪਿਛਲੀ ਗੱਲ ਨੂੰ ਨਾ। ਤੂੰ ਉਸ ਗੱਲ ਨੂੰ ਛੱਡ। ਜਦੋਂ ਤੂੰ ਮੇਰੀ ਬਰਾੜ ਤੇ ਆ ਕੇ ਨਾ ਕਿਸੇ ਨੂੰ ਕੱਢੇਗਾ, ਤੇ ਤੈਨੂੰ ਨਹੀਂ
ਕੱਢਣ ਲੱਗਾ, ਠੀਕ ਹੈ। ਜਦੋਂ ਤੂੰ ਮੇਰੇ ਨੂੰ ਲਾਂਬੇ ਤੈਨੂੰ ਉਹ 1000 ਗਾਲਾਂ ਕੱਢੇ, ਮੇਰੀ ਉਸ ਗੱਲ ਦੀ ਕੋਈ ਗਰੰਟੀ ਨਹੀਂ। ਤੂੰ ਉਹਨੂੰ ਲਾਂਬੇ 1000 ਗਾਲਾਂ ਕੱਢ, ਮੇਰੀ ਕੋਈ ਗਰੰਟੀ ਨਹੀਂ। ਉਹ ਦੱਸੋ ਇਹ ਗੱਲਾਂ ਤੇਰੇ ਕੋਲ ਉਹਦੇ ਮੂੰਹ ਤੇ ਕਿਉਂ ਨਹੀਂ ਕੀਤੀਆਂ ਇੱਕ ਮਿੰਟ ਇਹ ਗੱਲ ਸੁਣ ਲੈਂਦੇ ਹੋ ਹੁਣ ਇਹ ਝੂਠਾ ਬੰਦਾ ਇਹ ਕਹਿ ਰਿਹਾ ਹੈ ਕਿ ਲਾਂਬੇ ਜੋ ਮਰਜ਼ੀ ਕਰ ਲੈ, ਲਾਂਬੇ ਜੋ ਮਰਜ਼ੀ ਕਰ ਲੈ, ਤੇ ਵੇ ਲਾਂਬੇ ਦੇ ਜੇ ਮੈਂ ਉਹਦੇ ਮੂੰਹ ਤੇ ਆ ਕੇ ਉਹਦੇ ਨਾਲ ਕੋਈ ਗੱਲ ਕੀਤੀ, ਉਹਨੇ ਮੈਨੂੰ ਮੂੰਹ ਤੇ ਜਵਾਬ ਦੇਤਾ, ਮੈਂ ਉਹਨੂੰ ਮੂੰਹ ਤੇ ਜਵਾਬ ਦਿੱਤਾ, ਗੱਲ ਮੁੱਕ ਗਈ। ਲਾਂਬੇ ਜਿਹੜੀ ਵੀ ਕੋਈ ਗੱਲ ਹੋਏ ਤੇਰੀ ਬਰੋਡ ਤੇ ਆ ਕੇ ਬੰਦਾ ਜਿਹੜਾ ਸਾੜ ਫੱਕੇ, ਤੇ ਫਿਰ ਤੂੰ ਜ਼ਿੰਮੇਦਾਰ ਹੈ ਉਹਦਾ ਮੂੰਹ ਤੇ। ਜੇ ਤੈਨੂੰ ਲੱਗਦਾ ਹੈ ਕਿ ਦੋ ਬੰਦੇ ਨਹੀਂ ਗੱਲ ਕਰ ਸਕਦੇ, ਇੱਕ ਨੂੰ ਨਾ ਚੁੱਕੀਆਂ ਥੱਲੇ ਸੁੱਟ ਦੇ। ਇਹ ਗੱਲ ਠੀਕ ਹੈ ਤੇਰੀ। ਜੇ ਮੇਰੀ ਬਰਾੜ ਦਾ ਆ ਕੇ ਤੇਰੇ ਖਿਲਾਫ ਗੱਲ ਕਰੇ, ਮੇਰਾ ਹੱਕ ਬਣਦਾ ਉਹਦਾ ਮੂੰਹ ਬੰਦ ਕਰਨਾ। ਯਾਰ ਉਹ ਇੱਥੇ ਕੋਈ ਉਹਦੇ ਨਾਲ ਖਿਲਾਫ ਗੱਲ ਕਰ, ਮੈਂ ਹੁਣ ਵੀ ਆਨਾ ਵਾ। ਹਾਂ ਤੇ ਫਿਰ ਇਹ ਕਿਉਂ ਕੰਮ ਕਰਾਨਾ ਰੋਜ਼ ਤੂੰ? ਯਾਰ ਮੈਂ ਜਦੋਂ ਤੈਨੂੰ ਆਖਿਆ ਕਿ ਕੱਲ ਵੀ ਮੁਹੰਮਦ ਖਾਨ ਨੇ ਪਹਿਲਾਂ ਜਾ ਕੇ ਉਹਨੂੰ ਛੇੜਿਆ। ਉਹ ਮੇਰਾ ਮੁਹੰਮਦ ਖਾਨ ਨਾਲ ਕੀ ਤਲਕ ਅੱਲਾ ਦਿਆ ਬੰਦਿਆ, ਕੀ ਤਲਕ? ਤੈਨੂੰ ਮੇਰੇ ਵਾਸਤੇ ਮੁਹੰਮਦ ਖਾਨ ਵੀ ਉਹੀ ਹੈ, ਤੂੰ ਵੀ ਉਹੀ ਹੈ, ਉਹ ਵੀ ਉਹੀ ਹੈ। ਜੇ ਤੇਰੇ ਉਹਨੇ ਖਿਲਾਫ ਗੱਲ ਕਰਾਂ ਤੇ ਮੈਂ ਕਿਹਾ ਭਾਜੀ ਉਹ ਬੰਦਾ ਇੱਥੇ ਕੋਈ ਉਹਦੇ ਖਿਲਾਫ ਨਾ ਗੱਲ ਕਰ। ਬਸ ਇਹ ਤੇਰੀ ਮਿਹਰਬਾਨੀ ਭਰਾਵਾ, ਇਹ ਤੇਰੀ ਮਿਹਰਬਾਨੀ। ਗੱਲ ਸੁਣ ਨਾ, ਗੱਲ ਸੁਣ, ਤੂੰ ਬਹੁਤਾ ਹੁਸ਼ਿਆਰ ਨਾ ਬਣ, ਕਿਸੇ ਦੀ ਵੀ ਗੱਲ ਸੁਣ। ਅੱਛਾ ਚੱਲ ਤੂੰ ਹੁਸ਼ਿਆਰ ਬਣ ਲੈ, ਤੂੰ ਬਣ। ਹਾਂ ਮੈਂ ਤੇਰੇ ਮਸਾਂ ਤੇਰੀ ਹਯਾ ਕਰਨਾ ਇੱਜ਼ਤ ਹਰ ਬੰਦੇ ਦੀ, ਤੇ ਤੂੰ ਜੇ ਕੁਝ ਮਰਜ਼ੀ ਫਜ਼ਾਇਲ ਦੇ ਅਫਤਾਰੇ ਗੰਦਸ਼ ਵਿੱਚ ਨੇ, ਮੈਂ ਕੋਈ ਗੱਲ ਨਹੀਂ, ਉਹ ਮੈਨੂੰ ਜੋ ਮਰਜ਼ੀ ਤਾਹਿਰ ਭਾਈ ਇਹ ਵੇਖੋ ਉਹਨੇ ਨਵੀਂ ਧੁਰ ਲੱਭ ਲਈ ਹੈ ਕਿ ਉਹ ਗਾਲਾਂ ਪਵਾਉਂਦਾ ਤੇ ਆ ਕੇ ਕਹਿੰਦਾ ਤੂੰ ਸ਼ੁਰੂ ਕੀਤਾ ਸੀ, ਤੂੰ ਫਲਾਣੇ ਕੁਝ 7 ਮਹੀਨੇ ਪਹਿਲੇ ਉਹਦੇ ਮੂੰਹ ਤੇ ਗੱਲ ਕੀਤੀ ਸੀ, ਇਸ ਤੋਂ ਉਹਨੇ ਪਿੱਛੋਂ ਆ ਕੇ ਗੱਲ ਕੀਤੀ ਤੇ ਫਜ਼ਾਨ ਸਾਹਿਬ ਤੁਸੀਂ ਮੈਨੂੰ ਜੋ ਮਰਜ਼ੀ ਕਹੋ, ਤੁਸੀਂ ਮੇਰੇ ਮੈਂ ਕੀ ਕਿਹਾ ਤੁਹਾਨੂੰ? ਮੈਂ ਤੁਹਾਨੂੰ ਇਹੀ ਰਿਕੁਐਸਟ ਕਰ ਰਿਹਾ ਕਿ ਬਈ ਜੇ ਕੋਈ ਬੰਦਾ ਕਿਸੇ ਦੂਜੀ ਬਰੋਡ ਦੀ ਗੱਲ ਕਰਕੇ ਤੇ ਮੈਨੂੰ ਪੁਣਦਾ ਹੈ ਨਾ ਤੇਰੀ ਬਰੋਡ ਤੇ ਮੇਰੇ ਆ ਭਰਾਵਾ ਨਾ ਇਹ ਕੰਮ ਕਰਾ। ਤੇਰੀ ਮੈਂ ਦੂਜੀ ਵਾਰੀ ਤੇਰੇ ਤਰਲਾ ਪਾਣ। ਗੱਲ ਸੁਣ ਲੈ ਇਹਨੂੰ ਰਾਣੀ ਫਜ਼ਾਇਲ ਮੈਂ ਕਿਹਾ ਤੂੰ ਪਛਤਾਏਗਾ ਉਹ ਬੰਦੇ ਨੂੰ ਭਾ ਕੇ ਨਾ, ਪਰ ਇਹਨੂੰ ਸਮਝ ਹੀ ਨਹੀਂ ਆਉਂਦੀ। ਨਹੀਂ ਇਹਨੂੰ ਯਾਰ ਇਹਨੂੰ ਨਹੀਂ ਇਸ ਟਾਈਮ ਇਹਨੂੰ ਇਹ ਵੇ ਕਿ ਜਦੋਂ ਬੰਦੇ ਦੇਖਦਾ ਨਾ ਇਹ ਤੇ ਇੱਥੋਂ ਤੱਕ ਇਹ ਤੇ ਕਹਿੰਦਾ ਸ਼ਾਹਰੁਖ ਨੇ ਜ਼ਬਰਦਸਤੀ ਸਿੱਧੂ ਜੱਟ ਨੂੰ ਬਲੌਕ ਕੀਤਾ ਉੱਥੋਂ, ਨਹੀਂ ਤੇ ਇਹ ਕਹਿੰਦਾ ਸ਼ਾਹਰੁਖ ਇੱਥੇ ਕੋਈ ਰੌਲਾ ਨਹੀਂ ਪੈ ਰਿਹਾ ਤੇ ਉਹਨੂੰ ਸਿੱਧੂ ਜੱਟ ਨੂੰ ਸ਼ੇਅਰ ਕਰ ਦਿੰਦਾ ਲੋਕਾਂ ਨੂੰ, ਉਹਨੂੰ ਸਿੱਧੂ ਜੱਟ ਨੂੰ ਤੇ ਸ਼ੇਅਰ ਕਰ। ਮੈਂ ਜਿਹਨੂੰ ਮਰਜ਼ੀ ਬਿਠਾਵਾਂ, ਮੇਰੀ ਮਰਜ਼ੀ ਹੈ। ਤੇਰੀ ਮਰਜ਼ੀ, ਸਾਡੇ ਬਾਰੇ ਚ ਨਾ ਗੱਲ ਕਰਾ, ਤੇਰੀ ਮਿਹਰਬਾਨੀ। ਤੂੰ ਵੀ ਜਾ ਕੇ ਬਹਿ ਰਿਹਾ ਨਹੀਂ ਫਜ਼ਾਨ, ਮੈਂ ਤੈਨੂੰ ਵੀ ਮਨਾ ਕੇ ਬਿਠਾਵਾਂ ਫਿਰ ਗੱਲ ਕਰੀ। ਨਹੀਂ ਭਾਈ ਅਸੀਂ ਤੇਰੇ ਤੋਂ ਮਾੜੇ ਆ, ਤੂੰ ਸਾਡੇ ਤੋਂ ਤਗੜਾ ਹੈ। ਜਿਹੜੀ ਤੂੰ ਤੀਲੀ ਲਾਣਾ ਨਾ, ਮੈਂ ਦੁਨੀਆ 'ਚ ਕੋਈ ਬੰਦਾ ਨਹੀਂ ਵੇਖਿਆ ਇਹੋ ਜੀ ਤੀਲੀ ਲਾਂਦਾ, ਯਕੀਨ ਕਰ ਯਾਰ। ਬਹੁਤ ਇਹਨਾਂ ਪ੍ਰੋਫੈਸਰ ਜਿਹਾ ਬੰਦਾ ਟਿਕ ਪੂਰਾ ਪ੍ਰੋਫੈਸਰ ਹੈ ਇਹ, ਯਕੀਨ ਕਰੋ। ਇਹ 57 ਸਾਲ ਚੇਂਜ ਹੈ ਤਾਹਿਰ ਭਾਈ, ਇਹ 18 ਸਾਲ 'ਚ ਕੀ ਗੁੱਲ ਖਿਲਾਉਂਦਾ ਹੋਣਾ ਬੜਾ। ਮੈਂ ਨਾ ਇਹ ਤੇ ਜਿੱਥੇ ਰਿਹਾ ਹੋਣਾ ਇਹਨੇ ਲੜਾਈਆਂ ਪੋਈਆਂ ਹੋਣੀਆਂ ਨੇ। ਫਿਰ ਪਤਾ ਕੀ ਕਹਿੰਦਾ ਸ਼ਾਹਰੁਖ ਨੂੰ, ਯਾਰ ਸ਼ਾਹਰੁਖ ਕੋਈ ਰੌਲਾ ਨਹੀਂ ਪੈ ਰਿਹਾ, ਸਿੱਧੂ ਜੱਟ ਨੂੰ ਨਾ ਬੁਲਾਈਏ। ਆਹੋ ਉਹ ਸਿੱਧੂ ਜੱਟ ਨੂੰ ਨਾ ਬੁਲਾਇਆ ਸਿੱਧੇ, ਅੱਜ ਵੀ ਬੁਲਾਇਆ ਸਿੱਧੇ। ਯਾਨੀ ਤੁਹਾਨੂੰ ਸ਼ੈਤਾਨ ਜੇ, ਬੜਾ ਵੱਡਾ ਸ਼ੈਤਾਨ ਜੇ ਜੀ। अस्सलाम वालेकुम। ਵਾਲੇਕੁਮ अस्सलाम। ਰੰਗ ਨੰਬਰ ਸਾਹਿਬ ਕੀ ਹਾਲ ਜੀ? ਤੇਰੇ ਨਾਲ ਥੋੜਾ ਜਿਹਾ ਘੱਟ ਆ, ਜਿੰਨਾ ਤੂੰ ਹੈ ਨਾ ਮੈਂ ਤੇਰੇ ਨਾਲ ਥੋੜਾ ਜਿਹਾ ਘੱਟ। ਮੈਂ ਤੈਨੂੰ ਸਿਰਫ ਇਹ ਦੱਸਣਾ ਹੀ ਚਾਹ ਰਿਹਾ ਕਿ ਜੇ ਤੂੰ ਸਮਝਣਾ ਵਾਕਈ ਮੈਂ ਵੱਡਾ ਸ਼ੈਤਾਨ ਆ ਤੇ ਮੈਨੂੰ ਬੁਲਾ ਥੋੜਾ ਜਿਹਾ ਇਨਸ਼ਾਅੱਲਾ ਘੱਟ ਆ, ਠੀਕ ਹੈ। ਮੈਂ ਇਹੀ ਤੈਨੂੰ ਸਮਝਾ ਰਿਹਾ ਕਿ ਜੇ ਤੂੰ ਥੋੜਾ ਜਿਹਾ ਘੱਟ ਹੈ ਤਾਂ ਮੈਨੂੰ ਬੁਲਾ। ਸਭ ਤੂੰ ਵੱਡਾ ਡਾਕਟਰ ਮੁਹੰਮਦ ਖਾਨ ਨੂੰ ਗਾਲਾਂ ਪਈਆਂ ਵੀ ਮੈਂ ਰਿਕਾਰਡ। ਠੀਕ ਹੈ, ਤੂੰ ਮੇਰੇ ਤੋਂ ਥੋੜਾ ਜਿਹਾ ਘੱਟ ਆਪਣੇ ਆਪ ਨੂੰ ਸਮਝਣਾ ਨਾ ਤੇ ਮੈਨੂੰ ਬੁਲਾ ਜਾ। ਮੈਂ ਨਾ ਤੇਰੇ ਨਾਲ ਕੋਈ ਬੰਦਾ ਘੱਟ ਹੈ, ਮਸਲਾ ਘੱਟ ਹੈ ਨਾ, ਇਸੇ ਗੱਲ ਤੇ ਖਲੋ ਜਾ, ਇਸੇ ਗੱਲ ਤੇ ਖਲੋ ਜਾ। ਮੈਂ ਤੈਨੂੰ ਇਹੀ ਕਹਿ ਰਿਹਾ ਜੇ ਮੈਨੂੰ ਵੱਡਾ ਸਮਝਣਾ ਨਾ ਸ਼ੈਤਾਨ, ਤੂੰ ਛੋਟਾ ਹੈ ਤੇ ਮੈਨੂੰ ਨਾ ਮਜਬੂਰ ਕਰ ਮੈਂ ਤੇਰੇ ਬਾਰੇ ਸ਼ੈਤਾਨੀ ਕਰਾਂ। ਯਾਰ ਕਿਉਂ ਪ੍ਰਵੀਨ ਤੇਰੇ ਕੋ ਜੋ ਪ੍ਰਵੀਨ ਨੇ ਕੱਲ ਮੁਹੰਮਦ ਖਾਨ ਨੂੰ ਬੜੀਆਂ ਗਾਲਾਂ ਕਢਾਈਆਂ ਨੇ, ਮੈਂ ਸਾਰੀਆਂ ਰਿਕਾਰਡਿੰਗ ਕੀਤੀਆਂ। ਗੱਲ ਸੁਣ, ਅੱਛਾ ਪੀਨੋ ਗੱਲ ਸੁਣ, ਮੈਨੂੰ ਇਹ ਦੱਸ ਤੇਰੇ 'ਚ ਹਿੰਮਤ ਨਹੀਂ ਉਹ ਗੱਲ ਸੁਣਨ ਦੀ ਤੇ ਨਾ ਕਰਾਉਣ ਦੀ, ਤੁਹਾਡੇ 'ਚ ਨਹੀਂ ਹਿੰਮਤ। ਪੀਨੋ ਗੱਲ ਕਰਨੀ। ਪੀਨੋ ਫਿਰ ਤੂੰ ਜੱਟ ਨਹੀਂ ਹੈ ਯਾਰ, ਅੱਲਾ ਦੀ ਕਸਮ ਤੂੰ ਜੱਟ ਨਹੀਂ ਹੈ। ਜਿਹਨੂੰ ਜੋ ਦਿਲ ਕਰਦਾ ਕਹਿ, ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਨਹੀਂ ਕਹਿੰਦਾ, ਲੇਕਿਨ ਤੇਰੀਆਂ ਆਦਤਾਂ ਜਿਹੜੀਆਂ ਨੇ ਕਸਮ ਖੁਦਾ ਦੀ ਕਮੀ ਕਮੀਨਾ ਦੀਆਂ ਨਹੀਂ ਯਾਰ। ਜਿਵੇਂ ਮਰਜ਼ੀ ਕਹਿ, ਮੈਨੂੰ ਮਾਨੀ ਕਰ ਲੈ, ਮੈਂ ਤੇਰੇ ਤੋਂ ਬਾਅਦ ਵੀ ਇਹ ਗੱਲਾਂ ਨਾ ਮੇਰੀ ਗੱਲ ਸੁਣ, ਮੈਂ ਤੇਰੇ ਤੋਂ ਬਾਅਦ ਵੀ ਇਹ ਗੱਲਾਂ ਨਾ ਸੁਣ ਦੋਸਤਾਂ, ਮੈਂ ਤੇਰੇ ਤੋਂ ਬਾਅਦ ਵੀ ਇਹ ਗੱਲ ਆਖਾਂਗਾ ਕਿ ਤੂੰ ਜੋ ਮੈਂ ਤੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਮੁਹੰਮਦ ਖਾਨ ਸਾਹਿਬ। ਯਾਰ ਗੁੱਸਾ ਨਹੀਂ, ਗੁੱਸਾ ਤੂੰ ਇਸ ਗੱਲ ਦਾ ਤੂੰ ਕੱਲ ਮਾਂ ਭੈਣ ਉੱਤੇ ਕਰਵਾਉਣੇ ਹਨ ਨਾਲੇ ਹੱਸਣ। ਤੂੰ ਕਿਉਂ ਸ਼ੁਰੂ ਕੀਤਾ ਸੀ? ਨਹੀਂ ਸ਼ੁਰੂ ਕਰਨਾ ਨਾ, ਮਸਲ ਜਦੋਂ ਸ਼ੁਰੂ ਕਰੀਏ ਗਸ਼ਤੀ ਮਾਂ ਦੇ ਮੈਂ ਦੂਆਂ ਨੂੰ ਥੱਲੇ ਸੁੱਟਿਆ, ਮੈਂ ਦੂਆਂ ਨੂੰ ਥੱਲੇ ਸੁੱਟਿਆ, ਮੈਂ ਦੂਆਂ ਨੂੰ ਥੱਲੇ ਸੁੱਟਿਆ। ਨਹੀਂ ਤੂੰ ਸੁੱਟਿਆ ਉਹਨੂੰ, ਚੁੱਕ ਕੇ ਕਾਨਾ ਮੈਂ ਉਹਨੂੰ ਥੱਲੇ ਸੁੱਟਿਆ, ਕਸਮ ਖੁਦਾ ਦੀ ਮੈਂ ਥੱਲੇ ਸੁੱਟਿਆ। ਬਸ ਉਹ ਤੇਰੇ ਡਰਾਮੇ ਨੇ ਪੀਨੋ ਪਾਇਆ ਸੀ।
ਕੋਲ ਤਾਹਰ ਗੋਦੀ ਦੇ ਵਿੱਚ ਮੈਂ ਤੈਨੂੰ ਇੱਕ ਗੱਲ ਦੱਸਾਂ, ਹੁਣ ਨਹੀਂ ਬਹੁਤੀ ਗੱਲ ਕਰਨੀ ਫਾਲਤੂ, ਠੀਕ ਹੈ? ਮੈਂ ਮੁਹੰਮਦ ਖਾਨ ਨਾਲ ਗੱਲ ਕਰਨਾ ਤੇ ਮੈਂ ਨਹੀਂ ਕਦੀ ਕਿਸੇ ਦੀ ਗੱਲ ਸੁਣੀ ਤੇ ਨਾ ਨਹੀਂ ਤੇ ਪੀਨੋ ਕੌਣ ਹੈ? ਪੀਨੋ ਕੌਣ ਹੈ? ਤੇਰਾ ਨਾਂ ਹੈ? ਮੁਹੰਮਦ ਖਾਨ ਨਾਲ ਲੱਗਾ ਵਾਂ ਤੇ ਮੁਹੰਮਦ ਖਾਨ ਨਾਲ ਮੈਨੂੰ ਗੱਲ ਪੀਨੋ ਕਿਹਦਾ ਨਾਂ ਹੈ? ਏਡੀ ਨਾ ਮਸਲ ਤੂੰ ਆਪਣੇ ਚਦਰਾ ਹਾਤ ਨਾ ਮੈਂ ਤੇਰੀ ਚਦਰਾ ਵੇਖਣਾ ਚਾਹਨਾ ਯਾਰ। ਤੇਰੇ ਚ ਏਡੀ ਹਿੰਮਤ ਨਹੀਂ ਗੱਲ ਕਰਨ ਦੀ। ਅਸਲਾਮ ਅਲੈਕੁਮ ਰਹਿਮਤੁਲਾਹ ਪੱਪੂ ਸਾਹਿਬ। ਮੈਂ ਤੇਰੇ ਜੇ ਬਹੁਤ ਚਾਰੇ ਨਹੀਂ ਮਦਦ ਤੈਨੂੰ ਭੁਲੇਖਾ ਲੱਗਾ। ਯਾਰ ਪੱਪੂ ਦੀ ਗੱਲ ਸੁਣ ਲਓ ਕੀ ਗੱਲ ਕਰ ਫੇਰ ਅੱਗੇ ਅਗਲੇ ਉਹਨਾਂ ਨੂੰ ਐਵੇਂ ਲਈ ਜਾਣਾ ਵਿੱਚ ਮੂੰਹ ਤਾਂ ਝੂਠ ਬੋਲੀ ਜਾਂਦਾ ਤੂੰ ਆਨਾ ਮੈਂ ਯਾਰ ਸ਼ਾਹ ਸਾਹਿਬ ਨੂੰ ਬੁਲਾਓ। ਮੁਹੰਮਦ ਖਾਨ ਯਾਰ ਆਪਣੇ ਪੱਪੂ ਨਾਲ ਗੱਲ ਕਰ ਲਓ, ਫੇਰ ਉਹਦੇ ਤੇ ਇਲਜ਼ਾਮ ਲੱਗਦੇ ਨੇ ਕਿ ਤੂੰ ਉਹਨਾਂ ਦਾ ਜਿਹੜਾ ਉਹ ਹੈ ਨਹੀਂ ਤੇ ਤਰਹਿਮਦੀਆਂ ਦਾ। ਕਰੋ ਪੱਪੂ ਸਾਹਿਬ ਗੱਲ। ਸ਼ਾਹ ਸਾਹਿਬ ਯਾਰ ਥੱਲੇ ਆਏ ਨੇ ਸਾਡੇ ਬਹੁਤ ਵੱਡੇ ਮਾਸ਼ਾਅੱਲਾ, ਉਹ ਨੇ ਜੀ ਸ਼ਾਹ ਸਾਹਿਬ ਨੂੰ ਅਸੀਂ ਸੱਦਣ ਦੇ ਹਫਤੇ ਆ ਜਾਣ। ਸਾਹਿਬ ਤੁਸੀਂ ਇੱਥੇ ਆ ਜਾਓ ਪਲੀਜ਼, ਸਾਨੂੰ ਥੋੜਾ ਜਿਹਾ ਤੁਹਾਡੇ ਨਾਲ ਕੰਮ ਹੈ। ਸ਼ਾਰਖ ਕੋਈ ਰੌਲਾ ਨਹੀਂ ਪੈ ਰਿਹਾ ਤੇ ਇੰਜ ਨਾ ਕਰੀਏ, ਸਿੱਧੂ ਜੱਟ ਨੂੰ ਬੁਲਾ ਲਈਏ। ਸਿੱਧੂ ਜੱਟ ਨੂੰ ਨਾ ਬੁਲਾ ਲਈਏ, ਕੋਈ ਰੌਲਾ ਨਹੀਂ ਪੈਂਦਾ ਪਿਆ। ਆ ਸ਼ਾਰਖ ਹੈ, ਆ ਤੂੰ ਹੀ ਮਾਡਰੇਟਰ ਹੈ, ਮੇਰਾ ਤੇ ਕਿ ਵਿੱਚ ਰੌਲਾ ਹੀ ਕੋਈ ਨਹੀਂ। ਅੱਛਾ ਪੀਨੋ ਨੂੰ ਇਹ ਵੇ ਕਿ ਜਿੱਦਾਂ ਫਫੇ ਕੁੱਟੀਆਂ ਚੁਗਲੀਆਂ ਨਹੀਂ ਕਰਦੀਆਂ ਇੱਕ ਦੂਜੇ ਨਾਲ ਬਹਿ ਕੇ ਮਾਈਆਂ ਤੇ ਸਾਨੂੰ ਕੋਈ ਸੁਣਨ ਨਹੀਂ ਲਿਆ। ਉਹ ਤੇਰੀ ਬਰਾੜ ਹਰ ਬੰਦਾ ਹੀ ਸੁਣਦਾ। ਆਪਸ ਵਿੱਚ ਲੜੀ ਜਾਂਦੇ ਯਾਰ। ਮੇਰਾ ਇੱਕ ਸਵਾਲ ਸੀ ਤੁਹਾਡੇ ਕੋਲ ਭਾਈਆਂ ਕੋਲ, ਅਗਰ ਇਜਾਜ਼ਤ ਦੇਤੇ। ਜੀ ਜੀ ਕਰੋ ਜੀ। ਮੇਰਾ ਸਵਾਲ ਹੈ ਜੀ, ਅੱਜ ਕੱਲ ਹੱਕ ਬਰਾੜ ਤੇ ਅਸੀਂ ਕਿਉਂ ਆਪਸ ਵਿੱਚ ਲੜ ਰਹੇ ਹਾਂ? ਕੀ ਵਜ੍ਹਾ ਹੈ? ਕਿਉਂ ਕੋਈ ਇਲਮੀ ਗੱਲ ਨਹੀਂ ਹੋ ਰਹੀ? ਕੀ ਵਜ੍ਹਾ ਹੈ? ਕੀ ਕਰ ਸਾਨੂੰ ਅਸਲ 'ਚ ਚਾਹੀਦਾ ਛੁਗਲ, ਸਾਨੂੰ ਚਾਹੀਦਾ ਰੌਣਕ ਲੱਗੀ ਰਵੇ ਨਾ ਬਰਾੜ ਤੇ, ਬਰਾੜ 'ਚ ਰੌਣਕ ਲੱਗੀ ਰਵੇ। ਟੁਰ ਗਿਆ ਚਲਾ ਗਿਆ ਪੀਨੋ ਚਲੀ ਗਈ। ਇੱਕ ਬਰਾੜ ਨਾ ਲਾ ਲੈ ਜਾ ਕੇ ਕਿਤੇ। ਮੈਂ ਕਹਿੰਦਾ ਰੌਣਕ ਲਾ ਦੇ ਯਾਰ, ਇਹ ਵੀ ਲਾ ਦੇ। ਬਾਰ ਦੇ ਮੁਜਰੇ ਲਾ ਲੇ ਕਰੇ ਯਾਰ, ਹੋਰ ਕੋ ਲਾ ਲੇ ਕਰੇ, ਹੋਰ ਥੋੜੇ ਸ਼ੁਗਲ ਨੇ। ਉਹ ਇੱਥੇ ਆਉਂਦਾ ਹੁੰਦਾ ਇੱਕ ਤਾਰਕ ਜਵੇਦ, ਉਹਨੇ ਆਪਣੀ ਪਹਿਲਾਂ ਕੁੜੀਆਂ ਪਾਈਆਂ ਹੁੰਦੀਆਂ ਹਨ ਬਰਾੜ ਦੇ ਉੱਤੇ, ਕਸਮ ਰੱਬ ਦੀ, ਫੁੱਲ ਮਰਵਾਉਂਦਾ ਹੁੰਦਾ ਹੈ। ਉਹੋ ਜਿਹੇ ਸ਼ੁਗਲ ਲਾ ਲੈ, ਬੜੇ ਸ਼ੁਗਲ ਨੇ ਯਾਰ। ਸ਼ਰਮ ਹੋਵੇ ਤੇਰੀ ਇਨਸਾਨ ਨੂੰ ਯਾਰ, ਸ਼ਰਮ। ਹੋਰ ਬੜਾ ਐਂਟਰਟੇਨਮੈਂਟ ਜੋ ਮਰਜ਼ੀ ਕਰ ਲਓ, ਟਿਕਟੁਕ ਭਰੀ ਹੈ। ਕਿਉਂ ਪੱਪੂ ਭਾਈ? ਪੱਪੂ ਭਾਈ ਬੋਲਦੇ ਨਹੀਂ, ਬੜੇ ਖਮੋਸ਼ ਹੋ ਗਏ ਹੋ ਤੁਸੀਂ। ਜੀ ਸਹੀ ਕਹਿ ਰਹੇ ਹੋ ਮੁਹੰਮਦ ਖਾਨ ਸਾਹਿਬ। ਦੇਖੋ ਮੇਰੀ ਗੱਲ ਸੁਣੋ, ਮੈਨੂੰ ਇਹ ਦੱਸੋ ਪੱਪੂ ਭਾਈ, ਜਿਹੜਾ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਬੀਵੀਆਂ ਨੂੰ, ਜਿਹੜੀਆਂ ਸਾਡੀਆਂ ਮਾਵਾਂ ਨੇ, ਸਾਡੀ ਜਾਨ ਕੁਰਬਾਨ, ਮੈਨੂੰ ਇੱਕ ਚੀਜ਼ ਦੱਸ ਯਾਰ, ਉਹ ਚਾਹੇ ਐਲਤਸ਼ੀ ਆ, ਭਾਵੇਂ ਕੋਈ ਵੀ, ਜਿਹੜਾ ਉਹਨਾਂ ਨੂੰ ਗਾਲ ਕੱਢੇ ਔਰ ਆਖੇ ਕਿ ਮੈਂ ਗਾਲ ਕੱਢੇ, ਆਇਆ ਉਹ ਇਨਸਾਨ ਵੀ ਹੋ ਸਕਦਾ? ਔਰ ਉਹ ਕੋਈ, ਮੇਰੀ ਗੱਲ ਸੁਣੋ, ਜਮਾਤੀ ਅਹਿਮਦੀਆ ਦੀ ਮੁਖਾਲਫਤ ਵਿੱਚ ਉਸ ਬੰਦੇ ਨੂੰ ਗਸ਼ਤੀ ਮਾਂ ਦੇ ਬੱਚੇ ਨੂੰ ਕੋਲ ਭਾਇਆ ਹੋਏ ਹੈ। ਬਿਲਕੁਲ ਗਲਤ ਹੈ ਜੀ, ਬਿਲਕੁਲ ਗਲਤ ਹੈ। ਜਾਓ ਕਿਸੇ ਗੰਦੀ ਮਾਂ ਦਾ ਬੱਚਾ, ਕਿਸੇ ਆਇਰਲੈਂਡ ਦੀ ਮਾਂ ਬੈਠੀ ਹੈ ਉੱਥੇ ਗੰਦੀ ਗਸ਼ਤੀ, ਜਿਹਨੇ ਨਹੀਂ ਕੌਣ ਬੰਦਾ ਉਹ ਕੌਣ ਹੈ? ਇਹੋ ਜਿਹਾ ਬੱਚਾ ਤੇ ਉਂਝ ਭੈਣ ਦੀ ਚੁੱਦੀ ਆ, ਵੱਡੇ ਚੋ ਜਾਂਦੀ ਹੈ, ਧਰੂ ਜਾਂਦੀ ਹੈ, ਤੇ ਇਹ ਪਤਾ ਨਹੀਂ ਕਿਸ ਤਰ੍ਹਾਂ ਜੰਮ ਲਿਆ ਨੇ ਗੰਦਾ ਬੱਚਾ ਇਹੋ ਜਿਹਾ। ਨਹੀਂ ਬੰਦਾ ਹੈ ਕੌਣ ਹੈ? ਕਿਹੜਾ ਕੀ ਨਾਂ ਕਿਹੜਾ ਹੈ? ਓਏ ਅਲੀ ਅਕਬਰ ਖੰਦੀਰ ਭੈਣ ਚੋ ਤੇ ਸ਼ੀਆ, ਉਹਨਾਂ ਦਾ ਕਿ ਮਹਿਮ ਦੀਆਂ ਹੈ ਸ਼ੀਆ, ਕਤੀਰਾ ਬੱਚਾ, ਮਾਂ ਜੀ ਨੇ ਮੂੰਹ ਕਰਕੇ ਜੰਮਿਆ ਇਹਨੂੰ। ਥੱਲੇ ਜੱਟ ਬਾਜਪੁਰੀਆ ਸਾਹਿਬ ਆਏ ਨੇ, ਉਹ ਸਾਰੀਆਂ ਰਿਪੋਰਟਾਂ ਉੱਥੇ ਦਿੰਦੇ ਨੇ, ਨਾ ਕਰੋ ਯਾਰ। ਉਹ ਕੋਈ ਗੱਲ ਨਹੀਂ, ਜੱਟ ਲਾਲ ਜੀ ਜਿਹੜਾ ਮਰਜ਼ੀ, ਮੈਂ ਉਹਦੇ ਨਾਲ ਆਏ ਆਪਣੇ ਜੇ ਹੈ ਕਿਤੇ ਆਪਣੇ ਪਿਓ ਦੀ ਸੱਟ ਤੇ ਇੱਥੇ ਆਏ। ਇੱਥੇ ਨਹੀਂ ਉਹਦੀ ਜ਼ਰੂਰਤ ਆਏ, ਉਹਦੀ ਹੈ ਉੱਥੇ। ਉਹ ਕੱਲ ਥੱਲੇ ਲਾ ਕੇ ਬਗੈਰ ਗਾਲਾਂ ਕੱਢਦਾ ਸੀ ਮੈਨੂੰ, ਡਰੈਸ ਦੇ ਮੈਨੂੰ ਫੋਨ ਕਰ, ਮੈਂ ਪਹੁੰਚਣਾ। ਆਹ ਮੈਨੂੰ ਮੈਂ ਪਹੁੰਚਣਾ, ਉਹ ਭੈਣ ਦੀ ਛੋਲੀ ਆ ਗਿਆ, ਤੂੰ ਵੇਖ ਲੈਣਾ ਤੇ ਤੇਰੀ ਚੱਟੀ ਨਿਕਲ। ਅੱਛਾ ਧਮਕੀ ਕਿ ਦੇਣ ਡਿਆ? ਮੈਂ ਲਾਈਵ ਕੈਮਰਾ ਆਨ ਕਰਕੇ ਜਾਣਾ, 2 ਘੰਟੇ ਮੈਨੂੰ ਲੱਗਣੇ ਨੇ, ਤੇ ਮੈਨੂੰ ਦੱਸੇ ਐਡਰੈਸ ਵੀ ਕਿੱਥੇ ਆਉਣੀ। ਮੈਂ ਆਖਣਾ ਮੈਂ ਹੋ ਇੱਥੇ ਤੇ ਚੁੱਕ, ਇੱਥੇ ਤੇ ਚੁੱਕ, ਇਹਨੂੰ ਮੈਂ ਐਡਰੈਸ ਇੱਥੇ ਦੇਣਾ। ਮਨਸੂਰ ਸਾਹਿਬ ਵਿਚਾਰੇ ਜੇ ਕੋਈ ਗੱਲ ਕਰਦੇ ਨੇ ਇਹਨੂੰ ਛੱਡੇ ਕਰ ਦਿੰਦਾ। ਇਹ ਮਨਸੂਰ ਸਾਹਿਬ ਭਾਲ ਦੇ ਭੈਣ ਦੀ ਬੁੰਡ ਮਾਰਾ ਇਹੋ ਜਿਹੇ ਬਦਮਾਸ਼ ਦੀ। ਓਹੋ ਇਹੋ ਜਿਹੇ ਬਦਮਾਸ਼ ਗਾਲ ਨਾ ਕੱਢ, ਕੀ ਹੋ ਗਿਆ? ਉਹਨੇ ਜਲਸੇ ਤੇ ਜਾਣਾ, ਕੋਈ ਗੱਲ ਕਰਨ ਵਾਲੀ।
ਕਿੰਨੇ ਜਲਸੇ ਤੇ ਜਾਣਾ? ਅਲੀ ਅਕਬਰ ਨੇ। ਉਹਦੀ ਮਾਂ ਦੀ ਪੁੱਤੀ ਜਲਸੇ ਤੇ, ਉਹ ਖਰਾਜ ਹੋ ਗਿਆ ਗਸ਼ਤੀ ਦੇ ਬੱਚੇ ਦਾ, ਕਿੱਥੋਂ ਜਾਣਾ? ਨਹੀਂ ਉਹ ਕੱਲ ਜਾ ਇਹੋ ਜਿਹਾ ਰਿਹਾ। ਗੰਦ ਕੱਢ ਛੜਿਆ, ਇਹੋ ਜਿਹਾ ਗੰਦ। ਉਹਨੂੰ ਭੈਣ ਹੀ ਹੋਏਗਾ ਉੱਥੇ, ਅੰਮਾ ਕੋ ਜਾਏਗਾ। ਵਾਲੇਕੁਮ ਅਸਲਾਮ। ਮਨਸੂਰ ਸਾਹਿਬ ਮੈਂ ਹੁਣ ਦੇਖੋ ਇੱਥੇ ਜੇ ਬਹਿਣਾ ਵੀ ਤਾਂ ਫਿਰ ਬੰਦਾ ਕਿੰਜ ਬੈਠੇ ਜੇ ਤੁਸੀਂ ਮੈਂ ਨਹੀਂ ਕਰਦਾ ਯਾਰ, ਗਾਲਾਂ ਨਾ ਕੱਢ, ਚੰਗਾ ਬੰਦਾ ਤੂੰ। ਦੱਸੋ ਨਹੀਂ, ਮੈਨੂੰ ਇਹ ਦੱਸੋ, ਤੁਸੀਂ ਵੀ ਲਾਗੇ ਉਦੋਂ ਬੈਠੇ, ਤੁਸੀਂ ਨਹੀਂ ਉਹਨੂੰ ਮੋੜਿਆ ਉਸ ਗਸ਼ਤੀ ਦੇ ਬੱਚੇ ਨੂੰ? ਉਹ ਮੁੜਦਾ ਹੀ ਨਹੀਂ ਕਿਸੇ ਦੇ। ਦੇਖੋ ਜੇ ਮੈਂ ਗੱਲ ਕਰਦਾ, ਮੈਂ ਜ਼ਰੂਰ ਗੱਲ ਕਰਾਂਗਾ, ਲੇਕਿਨ ਕੋਈ ਗਾਲ ਵਾਲੀ ਚੀਜ਼ ਵਿੱਚ ਨਹੀਂ ਆਣੀ ਚਾਹੀਦੀ ਤੁਹਾਡੀ ਕੋਈ ਗੁਫ਼ਤਗੂ ਦੇ ਵਿੱਚ, ਪਲੀਜ਼। ਮੈਂ ਦੇਖੋ ਮੈਂ ਗੱਲ ਕੀਤੀ ਹੈ, ਮੈਂ ਕਿਸੇ ਦੀ ਸਾਈਡ ਨਹੀਂ ਲੈਂਦਾ ਹੁੰਦਾ। ਪਹਿਲੀ ਗੱਲ ਤੇ ਇਹ ਹੈ, ਨਾ ਮੈਂ ਤੁਹਾਡੀ ਸਾਈਡ ਲਵਾਂਗਾ ਨਾ ਮੈਂ ਉਹਨਾਂ ਦੀ। ਮੈਂ ਗੱਲ ਉਹ ਕਰਾਂਗਾ, ਅਗਰ ਤੁਸੀਂ ਸੁਣੀ ਹੋਏ ਤੇ ਕੱਲ ਮੈਂ ਗੱਲ ਕੀਤੀ ਹੈ, ਔਰ ਮੈਂ ਡੰਕੇ ਦੀ ਚੋਟ ਤੇ ਗੱਲ ਕਰਦਾ ਹੁੰਦਾ। ਮੈਂ ਉਹਨਾਂ ਦੇ ਅੱਗੇ, ਉਹ ਜਦੋਂ ਉਹਨਾਂ ਨੇ ਦੇਖੋ ਇੱਕ ਲਫ਼ਜ਼, ਜਦੋਂ ਤੁਸੀਂ ਦੋਸਤ ਅਸੂਲਾਂ ਤੇ ਗੁਫ਼ਤਗੂ ਕਰਿਆ ਕਰੋ, ਉਹਨਾਂ ਨੂੰ ਵੀ ਇਹੀ ਗੱਲ ਕੀਤੀ ਹੈ। ਉਹ ਫਿਰ ਮੈਨੂੰ ਬਕਾਇਦਾ, ਮੈਂ ਜਦੋਂ ਕਿਹਾ, ਉਹਨਾਂ ਨੇ ਇੱਕ ਚੀਜ਼ ਰੱਖੀ, ਮੈਂ ਉਹਨਾਂ ਨੂੰ ਬਕਾਇਦਾ ਸਵਾਲ ਚੁੱਕਿਆ। ਮੈਂ ਕਿਹਾ ਤੁਸੀਂ ਜਦੋਂ ਲੈਂਦੇ ਹੋ, ਮਤਲਬ ਉਹਨਾਂ ਨੇ ਲਫ਼ਜ਼ ਇੱਕ ਯੂਜ਼ ਕੀਤਾ ਤੇ ਮੈਂ ਉਦੋਂ ਦੀ ਵਜ਼ਾਹਤ ਉਹਨੇ ਕਿਹਾ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ। ਮੈਂ ਕਿਹਾ ਮੈਂ ਵੀ ਬਹਿਸ ਨਹੀਂ ਕਰ ਰਿਹਾ ਹੈ, ਮੈਂ ਇੱਕ ਚੀਜ਼ ਤੁਸੀਂ ਕਹੀ ਉਹਦੇ ਬਾਰੇ 'ਚ ਮੈਂ ਸਵਾਲ ਉਠਾਇਆ। ਤੇ ਇਸ ਲਈ ਦੇਖੋ ਉਹ ਚੀਜ਼ਾਂ ਨੂੰ ਜਿਹੜਾ ਨਾ ਨਾਰਮਲ ਰੱਖਿਆ ਕਰੋ, ਜਿਹੜੀ ਅਸੂਲ ਦੀ ਗੱਲ ਆ ਉਹ ਕਰਿਆ ਕਰੋ। ਤੁਸੀਂ ਆਪਣੇ ਫੌਜੀ ਮਾਰਦੇ ਰਹਿੰਦੇ। ਕਈ ਮਨਸੂਰ ਭਾਈ, ਕਈ ਗੰਦੇ ਵੀ ਤੇ ਜੰਮ ਪੈਂਦੇ ਨੇ ਵਿੱਚ, ਗੱਦਾਰ ਵੀ ਧੋ ਪੈਂਦੇ ਨੇ। ਜੰਮ ਪੈਂਦੇ ਨੇ। ਦੇਖੋ ਫਾਇਦਾ ਕੀ ਹੋਏਗਾ? ਤੁਸੀਂ ਚਲੋ ਵਾਹਿਗੁਰੂ ਸਾਹਿਬ ਪੀਸ ਭਾਈ ਆਏ ਨੇ, ਉਹਨਾਂ ਨਾਲ ਗੱਲ ਕਰੋ, ਦਿਨੀ ਗੱਲ ਕਰੋ ਬਈ। अस्सलाम वालेकुम रटोर भाई। वालेकुम सलाम। वालेकुम सलाम पीस भाई, क्या हाल है? ठीक ठाक है? ठीक ठाक। ये वाइस भाई डंके की चोट पे इख्तलाफ करते हैं, और इनके लज में भी अच्छी खासी मतलब होती है कि दलील अच्छी रखते हैं। तो ये तरीका होता है इख्तलाफ करने का। अगर किसी से इख्तलाफ करना हो ज़रूर इख्तलाफ करें, लेकिन तरीका सिर्फ अच्छा रखें। आप उनकी ऐसी बात जो आप कहते हैं कि ये नहीं है ठीक, उस बात को बस आगे रखें। क्या ख्याल है वाज भाई जी? क्योंकि अगर आप हद से तजावुज़ करेंगे तो वो फिर बात आपकी फिर कोई भी नहीं सुनेगा। लेकिन जो रियलिटी होती है उस बात पे अगर आपका फोकस रहेगा तो हर कोई सुनेगा कि हाँ ये बात ठीक है आपकी, आपके मौक़िफ़ के साथ आपके साथ खड़ा होगा जी। तो इसलिए कुछ दोस्त होते हैं वो कर लेते हैं, सब्र का दामन नहीं छोड़ते, और कुछ होते हैं वो फिर पर्सनल ले जाते हैं। तो इस तरह कोशिश किया करें कि ना, क्योंकि मुखालफिन अक्सर मैंने देखा है कि जब हम कहीं भी अहमदी बैठे होते हैं तो वो ऐसी बात करते हैं कि वो फिर बात करने के बाद खामोश हो जाते हैं। फिर आपस में हमारे भाई उस पर ऐसी गुफ्तगू करते हैं, वो रिकॉर्डिंग करके तो वो उस चीज़ को ये शो करते हैं, हालांकि उस चीज़ का कोई भी ताल्लुक़ नहीं होता जमात अहमदिया से। तो वो बहरहाल ये शो करने की कोशिश करते हैं कि ये देखने की कोशिश करते हैं कि ये देखें जी इनमें इख्तलाफ है, ये ऐसे है, ये ऐसे हैं। तो उससे एंड ऑफ द डे किस चीज़ को फ़र्क पड़ता है? तो जो कोशिश किया करें कि बस अपनी गुफ्तगू में नरम ज़बान इस्तेमाल करें।
ਨਾ ਤਾਂ ਕਹਿੰਦਾ ਦੂਸਰਿਆਂ ਦੀ ਫਿਕਰ ਛੱਡ ਦਿਓ, ਆਪਣੀ ਕਰੋ। ਸਹੀ ਗੱਲ ਹੈ। ਆਪਣੇ ਮਨਸੂਰ ਸਾਹਿਬ ਕਈ ਵਾਰੀ ਬੰਦੇ ਨਾਲ ਨਜਾਇਜ਼ ਹੀ ਜ਼ਿਆਦਤੀ ਹੋ ਜਾਂਦੀ, ਉਹ ਫਿਰ ਉਹਨੂੰ ਵਹਿਰ ਫਿਰ ਉਹ ਗੁੱਸਾ ਤੇ ਹੁੰਦਾ ਹੀ ਹੈ ਬੰਦੇ ਨੂੰ। ਨਹੀਂ ਜੇ ਤੇ ਅਗਰ ਤੁਸੀਂ ਇਹੀ ਤਾਂ ਚੀਜ਼ ਗੁੱਸਾ ਕਰਨ ਲਈ ਕਿਹਾ ਗਿਆ ਹਰਾਮ ਹੈ। ਹਾਂਜੀ ਇਹ ਸਾਡੇ ਗੈਰਾਂ ਦੀ ਦੋਸਤ ਕੀ ਕਰਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਇੱਕ ਗੁੱਸਾ ਹੀ ਭਰਿਆ ਹੋਇਆ ਨਾ। ਵਰਨਾ ਇਲਮੀ ਮੈਦਾਨ 'ਚ, ਦਲੀਲ ਦੇ ਮੈਦਾਨ 'ਚ ਤੇ ਨਹੀਂ ਉਹ ਮੁਕਾਬਲਾ ਕਰਦੇ ਨਾ। ਜਦੋਂ ਉਹਦੇ ਕੋਲ ਦਲੀਲ ਦਾ ਮੁਕਾਬਲਾ ਨਹੀਂ ਹੁੰਦਾ ਤੇ ਇੱਕ ਗੁੱਸਾ ਉਹਨਾਂ ਦੇ ਅੰਦਰ ਆਉਂਦਾ ਹੈ। ਉਸ ਗੁੱਸੇ ਨੂੰ ਕੱਢਣ ਵਾਸਤੇ ਉਹ ਫਿਰ ਕਈ ਕਿਸਮ ਦੇ ਐਸੇ ਅਲਫਾਜ਼ ਯੂਜ਼ ਕਰਦੇ ਨੇ। ਇਹ ਜਿਹੜਾ ਸਮਝਦਾਰ ਬੰਦਾ ਹੁੰਦਾ ਨਾ, ਉਹ ਸਮਝ ਜਾਂਦਾ ਹੈ ਕਿ ਇਸ ਬੰਦੇ ਕੋਲ ਦਲੀਲ ਖਤਮ ਹੋ ਗਈ ਹੈ ਔਰ ਆਪਣੀ ਦਲੀਲ ਨਹੀਂ ਹੈ, ਤੇ ਹੁਣ ਜਿਹੜਾ ਹੈ ਇਹ ਆਪਣਾ ਇਸ ਚੀਜ਼ ਦੇ ਨਾਲ ਦਫਾ ਕਰ ਰਿਹਾ ਜਿਹਦਾ ਕੋਈ ਇਲਮ ਦੇ ਨਾਲ ਤਾਲੁਕ ਹੀ ਕੋਈ ਨਹੀਂ ਹੈ। ਜੀ ਆਪਣੇ ਭਿੰਡਰ ਸਾਹਿਬ अस्सलाम रहमतुल्लाह। वालेकुम अस्सलाम रहमतुल्लाह बरकातुहू। मेरी तरफ से सारे भाइयों को अस्सलाम वालेकुम रहमतुल्लाह बरकातुहू। वालेकुम जी हटवाल भाई, सारे भाई ठीक ठाक रहे? जी ठीक ठाक, अल्लाह का फजल है। की मौजू रखा जाए इतना गुफ्तगू का? मौजू है सामने दिखा, उधर पे कोई गलबात करनी है तो करो। कहते हैं वो जो शख्स मुखालफों की जमात में बैठता है और हाँ में हाँ मिलाता है, वो मेरी जमात में से नहीं। मेरा ख्याल कोई रूहानी ख़ज़ाइन का जड़ा है वो हवाला इन्होंने लगाया है, थल्ले लिखा भी है। मेरे पास मैं मना करता हूँ, मैं तो बोतल लेता हूँ पर उठा के। यार मेरे पास पैसे नहीं है अभी, मेरे पास साथ जाना पड़ेगा यार, वो घर पे उठा के लाते 6 पैक, वहाँ बैठना पड़ेगा जाके यार। ओ भाई साहब तुसी उत्ते आ गए हो? हाँ जी, की हाल है? जी ठीक ठाक। हाँ जी, अच्छा मेहरबानी जी। और सुनाओ? शुक्र है अल्लाह दा, तुसी सुनाओ? अल्लाह दा शुक्र है जी, मैं सरकारी मुसलमान हूँ। चलो जी खैर हो गई, अल्लाह भला करे तेरा। कोई चक्कर नहीं है, पूरी रिस्पेक्ट है थोड़ी। ठीक हो जी ਅਸੀਂ ਵੀ ਰਿਸਪੈਕਟ ਦੇ ਰਹੇ ਹਾਂ ਜੀ, ਤੁਸੀਂ। हाँ जी हाँ जी पूरा। ਇਹ ਯਾਰ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅੱਜ ਨਾ, ਇਹ ਅੰਦਰ ਜਿਹੜੀ ਹੁਣ ਨਵੀਂ ਜਨਰੇਸ਼ਨ ਹੈ ਨਾ, ਪੜ੍ਹੀ ਲਿਖੀ ਬੰਦੇ ਜਿਹੜੇ ਨੇ, ਠੀਕ ਹੈ, ਮੇਰੀ ਆਵਾਜ਼ ਤੋਂ ਮੈਂ ਲੱਗ ਰਿਹਾ ਹੁਣ ਵੱਡਾ ਨੇ, ਮੇਰੀ ਵੱਡੀ ਏਜ ਨਹੀਂ ਬਹੁਤੀ ਹੈ, ਜਿਹੜੇ ਬੰਦੇ ਐਜੂਕੇਟ ਹੋ ਗਏ ਨੇ, ਜਿਹੜੇ ਬੰਦੇ ਐਕਸਪਲੋਇਰ ਲੈ ਗਏ ਨੇ, ਬਾਹਰ ਚਲੇ ਗਏ ਨੇ, ਉਹ ਲੋਕੀ ਚੇਂਜ ਹੋ ਗਿਆ ਮਾਈਂਡਸੈਟ ਲੋਕਾਂ ਦਾ। ਯਾਰ ਲੋਕਾਂ ਦਾ ਮਾਈਂਡਸੈਟ ਇਹ ਹੋ ਗਿਆ ਹੈ ਕਿ ਮੇਰੀ ਸਰਕਲ 'ਚ ਇੱਦਾਂ ਹੀ ਹੈ ਕਿ ਯਾਰ ਜਿਹਦਾ ਵੀ ਜਿਹੜਾ ਫੇਥ ਹੈ, ਬਿਲੀਵ ਹੈ, ਉਹਨੂੰ ਰਹਿਣ ਦਿਓ ਉਸ ਪਾਸੇ, ਅੱਲਾ ਨੂੰ ਡਿਸਾਈਡ ਕਰਨ ਦਿਓ ਕੌਣ ਸਹੀ ਹੈ ਕੌਣ ਗਲਤ ਹੈ। ਸਾਡਾ ਤੁਹਾਡਾ ਕਿਸੇ ਹੋਰ ਦਾ ਕੰਮ ਨਹੀਂ ਹੈ, ਲੇਕਿਨ ਸੇਮ ਟਾਈਮ ਤੇ ਗੰਦ ਵੀ ਹੈ, ਤੇ ਇਸ ਕਰਕੇ ਜਿਹੜਾ ਦੋਵੇਂ ਪਾਸੇ 50-50, ਲੇਕਿਨ ਲੋਕੀ ਖੁੱਲ ਕੇ ਨਹੀਂ ਕਹਿ ਸਕਦੇ ਨਾ। ਪਾਕਿਸਤਾਨ ਤੁਹਾਨੂੰ ਪਤਾ ਪਾਗਲ ਬੰਦੇ ਨੇ, ਜਾਇਲਾਂ ਦੀ, ਮੌਲਵੀਆਂ ਦਾ ਕਬਜ਼ਾ ਹੈ ਉੱਥੇ, ਤੇ ਉਹ ਤੁਸੀਂ ਖੁੱਲ ਕੇ ਕਹੋਗੇ ਤੇ ਤੁਹਾਨੂੰ ਵੀ ਕਹਿ ਦੇਣਗੇ ਤੂੰ ਵੀ ਯਾਰ ਹੈ ਉਹਨਾਂ ਦਾ, ਤੂੰ ਵੀ ਗੁਸਤਾਖ ਹੈ, ਤੁਹਾਡੇ ਵੀ ਕਰਤੇ ਹਮਲਾ, ਇੱਜ਼ਤ ਤੇ ਹਮਲਾ। ਬੜਾ ਔਖਾ ਕੰਮ ਹੈ ਉੱਥੇ ਯਾਰ। ਜੀ ਤੁਹਾਡਾ ਨਾਂ ਨਹੀਂ ਪੜਿਆ ਜਾਂਦਾ, ਮੁਲਾਈ ਸਾਹਿਬ, ਮੁਲਾਈ ਲਿਖਿਆ? हाँ जी मुलाई मुलाई ਮੁਲਾਈ ਸਾਹਿਬ ਜੀ, ਅਗਰ ਮਤਲਬ ਕਿ ਲੋਕ ਨਹੀਂ ਸਨ ਵਿਗੜਨੇ ਤੇ ਨਬੀ ਪੈਗੰਬਰ ਭੇਜਣ ਦੀ ਅੱਲਾਹ ਤਾਲਾ ਨੂੰ ਜ਼ਰੂਰਤ ਕਿਉਂ ਪਈ ਸੀ? ਆਖਰ ਕੌਮ ਵਿਗੜੀ ਹੈ ਤੇ ਫੇਰ ਹੀ ਭੇਜੇ ਨੇ ਉਹ, ਤੇ ਨਹੀਂ ਤੇ ਉਂਝ ਤੇ ਅੱਲਾਹ ਤਾਲਾ ਹਰ ਬੰਦੇ ਨੂੰ ਸਿੱਧਾ ਕਰ ਸਕਦਾ ਆਪਣੇ ਤਰੀਕੇ ਨਾਲ। ਤੇ ਫਿਰ ਦੁਨੀਆ ਬਣਾ ਕੇ ਤੇ ਦੁਨੀਆ ਨੂੰ ਸਵਾਰਨ ਦੀ, ਦੁਨੀਆ ਨੂੰ ਸਿੱਧੇ ਰਾਹ 'ਤੇ ਲਿਆਉਣ ਦੀ, ਮਤਲਬ ਕਿ ਇੱਕ ਮਜ਼ਹਬ 'ਚ ਦੂਸਰੇ ਮਜ਼ਹਬ 'ਚ ਖੜਨ ਦੀ, ਜਾਂ ਦੁਨੀਆ ਨੂੰ ਸਿੱਧਾ ਰਸਤਾ ਦੱਸਣ ਦੀ ਜ਼ਰੂਰਤ ਖੁਦਾ ਨੂੰ ਕਿਉਂ ਪਈ ਸੀ? ਗੱਲ ਤਾਂ ਫਿਰ ਤੁਸੀਂ ਵੀ ਉਹੀ ਕਰ ਰਹੇ ਹੋ, ਜਿਹੜਾ ਜਿੱਥੇ ਲੱਗਾ ਰਵੇ। ਨਹੀਂ ਗੱਲ ਪਤਾ ਕੀ ਹੈ, ਮੈਂ ਤਾਹਿਰ ਭਾਈ ਮੇਰੀ ਗੱਲ ਸੁਣੋ,
ਖੁਦਾ ਤਾਲਾ ਨੇ ਲਾਏ ਨੇ ਤੇ ਲੱਗੇ ਨੇ ਲੋਕ। ਗੱਲ ਤੇ ਸੁਣ ਲਓ ਹੁਣ, ਮੇਰਾ ਮੌਕਾ ਲੈ ਲਓ। ਦੇਖੋ ਗੱਲ ਪਤਾ ਕੀ ਹੈ, ਹੁਣ ਤੁਸੀਂ ਵੀ ਉਹੀ ਹਟਦਰਮੀ ਵਾਲੀ ਗੱਲ ਕਰਤੀ ਨਾ, ਮੌਲਵੀਆਂ ਵਾਲੀ, ਸਰਕਾਰੀ ਮੁਸਲਮਾਨਾਂ ਵਾਲੀ। ਨਹੀਂ ਕੋਈ ਇਹਦੇ ਚ ਹੱਦ ਤੱਕ ਉਹ ਨਹੀਂ ਕਹਿੰਦੇ ਗੱਲ ਸਾਰੇ ਪਾਸੇ ਆਓ, ਤੁਸੀਂ ਕਹਿੰਦੇ ਸਾਡੇ ਪਾਸੇ ਆਓ। ਅਗਰ ਏਦਾਂ ਹੀ ਆਪਸ ਚ ਹੇਟ ਸਪਰੈਡ ਕਰਦੇ ਰਹੋਗੇ ਭਾਈ, ਤੇ ਦੁਨੀਆ ਕਿੱਦਾਂ ਬੰਦਾ ਗਵਾਰਾ ਬਣੇਗੀ, ਦੱਸੋ ਮੈਨੂੰ ਜੀ। ਆਖਰੀ ਮੈਨੂੰ बात यह है मौलाई भाई कि अल्लाह ताला ने एक इंसानी फितरत का बयान कुरान करीम में दिया है कि ये फ़िरके हैं ना, इनके पास, हर किसी के पास जो कुछ है वो उस पर बड़ा खुश है और बड़ा मुतमईन होकर वो उस पर बैठा हुआ है। तो दूसरी तरफ ये बात आपकी भी दुरुस्त है कि किसी को उसके अकीदे का फ़ैसला, उसके जन्नती दोज़गी होने का फ़ैसला वो आपने नहीं करना, वो अल्लाह ताला ने करना है। और ये भी बात उतनी ही मज़बूत है कि जो आपका पास दीन है या दीन की जो भी शक्ल है, आपने उसको आगे भी फैलाना है, लेकिन किस तरीक पर फैलाना है उसके लिए हमें, हमारे सामने उसवा रसूल है, उसवा हसना है। क्योंकि जो भी काम करना है वो, अगर मेरी बात पूरी होने थोड़ी, ओके अगर आपने उस उसवा हसना से हट कर कोई काम किया है तो वो नामकबूल है, उसकी कबूलियत का कोई ज़मानत नहीं उसकी। तो उसवा रसूल के मुताबिक आपने तालीम फरमानी है और आगे तबलीग भी करनी है। तो लेकर बदकिस्मती से हमारे यहाँ जो है ना, उसवा रसूल, उसको इग्नोर करके ना अपनी तालीम पेश की जाती है, अपने अकायद का बयान किया जाता है। चलो ठीक है, ये बात हुई, ਤੁਹਾਡਾ ਮੌਕਫ ਠੀਕ ਹੈ, ਤੁਹਾਡਾ ओपिनियन अपनी, मेरी बात पूरी नहीं हुई, थोड़ी सी रह गई है, मौका दे दें। ओके अच्छा, ये इंसानी नफ्सियात में शामिल होती हैं बाज़ बातें। इसकी हमें बड़ी खूबसूरत मिसाल है जो रसूल करीम सल्लल्लाहु अलैहि वसल्लम की ज़िंदगी से ही मिल जाती है कि एक दफ़ा एक यहूदी और एक सरकारी कह दिया सॉरी, एक सहाबी का ना वो हो गया झगड़ा। वो कह रहे हैं हमारा रसूल अफजल है, वो कहे हमारा रसूल अफजल है। तो वो बात जो है वो तल्ख कलामी पर चली गई, बल्कि उससे भी बढ़ गई। तो वो फिर शिकायत लेकर वो रसूल अल्लाह के पास आया यहूदी कि ये बात इसने कही और मेरा दिल दुखता है। तो आप सल्लल्लाहु अलैहि वसल्लम ने फरमाया कि जिसने ये बात कही है तो उसने झूठ बोला है। हालांकि ये बात गलत नहीं है, लेकिन चूंकि जिस सेंस में वो इस्तेमाल कर रहा है उस दीनी हुज्जत को, तो वो उसमें सिर्फ नफ्स का पहलू है, नफ्स की एक बड़ाई का बयान है, उसमें अकीदे की बेहतरी का बयान नहीं है। इसलिए आप ने मतलब ये जो अल्फाज है ना कि उसने झूठ बोला है, तो उसमें ये मजमून शामिल है कि वो चूँकि नफ्स की बड़ाई का बयान उसने किया है, तो उसमें अकीदे की वजाहत तो है ही नहीं। तो अगर ये अकीदा ना भी होता तो भी उसने कुछ ना कुछ बोल देना था। तो ये चीज़ होती है। जी मेरी बात पूरी हुई, अब बोलें आप। जी ये नीचे एक दोस्त ने सवाल किया है, बाबा जान नाम से। किन अल्फाज से भाई? अगर देखें कोई अल्फाज मजमून वो ना निकले तो वो फिर बंदा अपनी सलाह कर लेता है। ये मुंह मांगे नाम वाली बातें तो नहीं होती ना। आप वो अल्फाज लिखने के ये अल्फाज नहीं है उस हदीस में। और मैंने ये अर्ज की है, मैंने आपको कहा है कि ये अल्फाज हैं उसमें। बाबा जान साहब ऊपर आके सवाल पूछ लें जो पूछना आपने ना। ऊपर आ जाएं, कोई बात नहीं, दोस्त ऊपर आ जाएं, अच्छे। कोई मसला नहीं। असल में होता ये है कि शर्तें लगा लेते हैं हम और ये समझते नहीं कि जो मतन है उससे इस्तदलाल के तरीके क्या हैं। हाँ जी।
अहले सुन्नत में जो मुसलमानों की सबसे बड़ी सवाद आज़म जो है, उन्होंने ये उसूल वज़ा फरमाए हैं उलमा ने, अहले सुन्नत के उलमा ने, मुहक्किकीन ने, मुतकल्लिमीन ने। तो उसमें मतन से एक मजमून निकाल कर उसको पेश करना कि ये उसके वो ये कह रहा है, तो ये बिल्कुल जायज़ और रवा है। अगर जो बात मैंने कही है वो मतन के अंदर वो मजमून शामिल ना हो तो फिर मैं अपनी सलाह कर लूँगा, वरना फिर आप देख लें, आ जाएं ऊपर, बात कर लेते हैं। बात जब देखें आप, ये हम ज़फ़रुल्लाह शाह साहब को आपने अक्सर सुना होगा, वो ये कहते हैं कि जी वो जब बात करते होते ना, अपने दलाइल देते हैं, तो उसमें वो हज़रत ईसा की तरफ फ़र्ज़ी एक बात वो मंसूब कर रहे होते हैं, या ये ख़त्म नबुव्वत के मुजाहिदीन भी करते हैं कि ईसा ये कहेंगे, मैं पूछता हूँ हज़रत ईसा से, या ईसा आप तो रसूलन इला बनी इसराइल हैं, तो वो कहते हैं ये सवाल जवाब हुए हैं उनसे। भाई वो मजमून एक मतन से वो निकाल कर वो पेश करते हैं, चाहे वो गलत हो चाहे वो सही हो। तो इस तरह जब दूसरे पर एतराज़ करने से पहले ना वो सोच लिया करते होते हैं। मैंने ये बात कहा है कि ये मतन में ये अल्फाज हैं, अगर कहे तो मैं इसके ज़िम्मेदार हूँ, मैं अपनी इस्लाह करूँगा। आ जाए ऊपर। और जी नदीम ताहिर साहब की हाल जी, ठीक हो? जी वो आपने इनवाइट किया था तो इसलिए मैं आ गया, शुक्रिया। लेकिन वो उस टाइम चूंकि माहौल कुछ थोड़ा सा मुख्तलिफ था, हाँ जी हाँ जी, तो फिर मैंने कहा ये दोस्तों के गिले शिकवे तो आपस में जारी रहने क़यामत तक, तो बजाय इसके तो करीबी माहौल ठीक ही रहे, बाद में आ जाए, माहौल थोड़ा जिहा इंज ही हो जाता है। बस इंशाअल्लाह अल्लाह ताला इस्लाह करे सबकी जी। तो ये बिल्कुल कहते हैं दुआ गो है। जी राजपूत ब्रांड साहब आए ने, अस्सलाम वालेकुम रहमतुल्लाह। जी वालेकुम अस्सलाम रहमतुल्लाह वबरकातुहू। हाँ जी सब भरावां की हाल है, ठीक ठाक हो? जी ठीक ठाक, आप सुनाएंगे? अल्लाह का शुक्र है, आप सुनाओ ठीक है? जी ठीक ठाक राजपूत साहब। जी और तार भाई क्या हाल है, ठीक है? जी सब ठीक ठाक, दुआ है जी। चलो अल्लाह का शुक्र, ठीक ठाक ही होना चाहिए। और सुनाए क्या नहीं ताजी है? कोई नहीं, बस वैसे ही बैठे हुए हैं, करेंगे बात आप। अच्छा लगे जी, सही। और सुनाए सब क्लियर है? हाँ जी, बड़ा नाम रखे दे राजपूत ब्रांड। ਹੋਰ ਗੱਲ ਕਰ ਲੋ, ਹੋਰ ਕੋਈ ਹੋਰ ਪੁੱਛੀ ਜਾਣ ਦੇ, ਹੋਰ ਸੁਣਾਓ। जट साहब जिंदाबाद। जट साहब की हाल है, थोड़ी जान दा ठीक है? हाँ जी, कहते हैं कि जब ये बात दूसरा बंदा कहे ना कि होर जी, तो इसका मतलब कहने को कुछ नहीं है, सलाम अलैकुम ले और निकल आए। सही पहचाना आपने। नहीं, बात लोग कम गो, मैं खुद बड़ा थोड़ा बोलता हूँ, जी कम गो मतलब ना बात को खींचने की वो मुझ में ना वो काबिलियत नहीं है कि लंबी उसको बात को की जाए। मेरे को तो ये चीज़ फिर मैं थोड़ी देर बाद होर जी फिर अच्छा ये मौलाई साहब मेरा ख्याल वो चले गए हैं दूर कहीं। ਨਦੀਮ ਭਾਈ ਕਈਆਂ ਬੰਦਿਆਂ ਦਾ ਤਕੀਆ ਕਲਾਮ ਬਣ ਜਾਂਦਾ। ਹੋਰ जी बिल्कुल तकिया कलाम बन जाता है। ਹਾਂਜੀ ये एक सोच भी बन गई है माशरे में, मौलाई भाई भी वही बयान कर रहे थे कि बस कि जो जिथे लगा वो ठीक है। उसका मतलब ये नहीं कि उसकी आपने कोई इस्लाह की कोशिश नहीं करनी, या उसमें कोई गलती है तो उसको इन्फॉर्म नहीं करना आपने, क्योंकि ये भी तो आपकी इंसानी रिश्ते के साथ जिम्मेदारी है ना कि जिसमें कोई गलती है ऐसी तो उसको इन्फॉर्म किया जाए।
लेकिन तरीके से किया जाए, ये मसला है। हम उस पर ना हाकम बन जाते हैं और हम समझते हैं कि जी हमें हमारा मनसब जो है ना वो बताने से हटाकर मनवाने पर मुकर्रर हो गया है। हालांकि मनवाने का काम तो अल्लाह ताला ने किसी के सुपुर्द किया ही नहीं, बताने का काम किया है। वो हम बताते हैं तो उसमें भी 100 झोल होते हैं, हमारी अपनी इल्मी बहुत सारी कमियां होती हैं, उसको सही बात को हम पहुंचा नहीं सकते। और जिसको एक लफ्ज़ अतमाम हुज्जत है ना, वो हर एक से तो मुमकिन नहीं है ना, क्योंकि हर एक इतना आलम नहीं होता, हर बंदा इल्म जानने वाला नहीं होता सही तौर से। वो भी नहीं स्टेज आती और मनवाने पे हम डायरेक्ट जंप लगाते हैं कि जी इसने नहीं माना, अब इसकी ऐसी की तैसी और ये और फलां और वो टमका। राजपूत साहब के